Yes, please. Let us start. ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ ਸਰ। Good morning ਜੀ ਗੁਰਿੰਦਰ। ਗੁੱਡ ਮਾਰਨਿੰਗ ਸਰ। Good morning. Good morning ਸਤਿ ਸ਼੍ਰੀ everyone. ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। Good morning everyone. Let us start. Today we will discuss NAFCLR examination paper number 4 registration manual. ਸਾਡੇ ਇਸ ਪੇਪਰ ਨੰਬਰ 4 ਦੇ ਵਿੱਚ ਰਜਿਸਟ੍ਰੇਸ਼ਨ ਮੈਨੂਅਲ, ਸਟੈਂਪ ਮੈਨੂਅਲ, ਪੰਜਾਬ ਲੈਂਡ ਫਾਰਮਸ ਐਕਟ ਤੇ ਨੈਕਸਟ ਹੈਗਾ ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਐਕਟ ਤੇ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ। ਇਹ ਕਾਫੀ ਸਿਲੇਬਸ ਲੰਮਾ ਚੌੜਾ ਹੈਗਾ। ਆਪਾਂ ਅੱਜ ਪੜਾਂਗੇ ਰਜਿਸਟ੍ਰੇਸ਼ਨ ਮੈਨੂਅਲ ਫਰੋਮ ਸੈਕਸ਼ਨ ਪੈਰਾ 140। ਇਹਦੇ ਪੈਰੇ ਨੇ ਇਹ ਰਜਿਸਟ੍ਰੇਸ਼ਨ ਜਿਹੜਾ ਮੈਨੂਅਲ ਹੈਗਾ, ਜਿਵੇਂ ਕਿ ਸਾਡਾ ਰਜਿਸਟ੍ਰੇਸ਼ਨ ਐਕਟ ਹੈ, ਐਕਟ ਦੀ ਤਰ੍ਹਾਂ ਜਿਹੜਾ ਜੇ ਕੁਝ ਪਾਰਟ ਕੋਈ ਪ੍ਰੋਸੀਜਰ ਜਿਹੜਾ ਐਕਟ ਦੇ ਵਿੱਚ ਦਰਜ ਹੋਣ ਤੋਂ ਰਹਿ ਜਾਂਦਾ ਹੈ ਤਾਂ ਐਕਟ ਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਇਹ ਪ੍ਰੋਸੀਜਰ ਬਣਾਇਆ ਜਾਂਦਾ ਹੈ, ਪ੍ਰੋਸੀਜਰ ਜਿਹਨੂੰ ਅਸੀਂ ਮੈਨੂਅਲ ਕਹਿ ਦਿੰਦੇ ਹਾਂ। ਠੀਕ ਹੈ, ਇਹ ਰਜਿਸਟ੍ਰੇਸ਼ਨ ਮੈਨੂਅਲ ਹੈਗਾ। ਜਿਹੜੇ ਵੀ ਕਿਤੇ ਕੋਈ ਪੁਆਇੰਟ ਜਿਹੜੇ ਹੈਗੇ ਨੇ ਸਾਡੇ ਐਕਟ ਦੇ ਵਿੱਚ ਨਹੀਂ ਹੁੰਦੇ, ਠੀਕ ਹੈ, ਪਰ ਐਕਟ ਨੂੰ ਅਸੀਂ ਲਾਗੂ ਕਰਨਾ ਹੁੰਦਾ, ਪ੍ਰੋਸੀਜਰ ਅਡਾਪਟ ਕਰਨਾ ਹੁੰਦਾ ਹੈਗਾ। ਐਕਟ ਹੁੰਦਾ ਹੈ ਬਹੁਤ ਸ਼ਾਰਟ ਦੇ ਵਿੱਚ ਹੁੰਦਾ ਹੈ, ਇਸ ਕਰਕੇ ਐਕਟ ਨੂੰ ਲਾਗੂ ਕਰਨ ਦੇ ਲਈ ਜਿਹੜਾ ਮੈਨੂਅਲ ਬਣਾਇਆ ਜਾਂਦਾ ਹੈ, ਇਸ ਨੂੰ ਅਸੀਂ ਮੈਨੂਅਲ ਕਹਿ ਰਹੇ ਹਾਂ, ਰਜਿਸਟ੍ਰੇਸ਼ਨ ਮੈਨੂਅਲ। ਇਹਦੇ ਵਿੱਚ ਪੈਰੇ ਹੁੰਦੇ ਆ, ਐਕਟ ਦੇ ਵਿੱਚ ਸੈਕਸ਼ਨਸ ਹੁੰਦੀਆਂ ਨੇ। ਠੀਕ ਹੈ, ਹੁਣ ਅਸੀਂ ਪੜਾਂਗੇ ਪੈਰਾ 140। ਆਪਣੀ ਤੁਹਾਡੇ ਕੋਲੇ ਬੁੱਕਸ ਸ਼ਾਇਦ ਨਾ ਹੋਣ ਮੇਰੇ ਖਿਆਲ ਹੈ ਮੈਨੂਅਲ ਦੀਆਂ, ਤੇ ਇਹਦਾ ਤਾਂ ਤੁਹਾਨੂੰ ਪ੍ਰਿੰਟ ਹੀ ਲੈਣਾ ਪਏਗਾ ਆਪਣਾ ਇਸ ਤੋਂ ਨੈਟ ਤੋਂ। ਜੇ ਲੈ ਰੱਖਿਆ ਤਾਂ ਠੀਕ ਹੈ, ਜੇ ਨਹੀਂ ਲੈ ਤਾਂ ਆਪਣਾ ਪ੍ਰਿੰਟ ਲੈ ਲਿਓ ਇਹਦਾ ਜੀ, ਨੈਟ ਤੋਂ ਲੈ ਲੈਣਾ। Registration manual para 140 when registration be admitted qua some and refusal qua other parties। ਮੇ ਵੀ 4 ਪਾਰਟੀਆਂ ਨੇ ਜਿਹੜੀਆਂ ਸੇਲ ਕਰ ਰਹੀਆਂ ਨੇ, ਕੋਈ ਪ੍ਰਾਪਰਟੀ ਕੋਈ ਟ੍ਰਾਂਸਫਰ ਕਰਨ ਵਾਸਤੇ ਆਈਆਂ ਨੇ, ਸੇਲ ਕਰਨ ਵਾਸਤੇ ਆਈਆਂ ਨੇ। ਦੋ ਪਾਰਟੀਆਂ ਨੇ ਕਹਿਤਾ ਵੀ ਹਾਂ ਠੀਕ ਹੈ ਜੀ ਸਾਨੂੰ ਮਨਜ਼ੂਰ ਹੈਗਾ ਜਿਹੜੀ ਰਜਿਸਟਰੀ ਕਰ ਦਿੱਤੀ ਜਾਵੇ, ਪਰ ਦੋ ਪਾਰਟੀਆਂ ਕਹਿੰਦੇ ਨਹੀਂ ਜੀ ਸਾਨੂੰ ਤਾਂ ਨਹੀਂ ਮਨਜ਼ੂਰ ਹੈਗਾ, ਅਸੀਂ ਤਾਂ ਇਹ ਸੇਲ ਨਹੀਂ ਕਰਨੀ ਹੈਗੀ, ਅਸੀਂ ਤਾਂ ਰਜਿਸਟਰੀ ਨਹੀਂ ਕੀਤੀ ਹੈਗੀ। ਠੀਕ ਹੈ, ਦੋ ਪਾਰਟੀਆਂ ਰਿਫਿਊਜ਼ ਕਰ ਦਿੰਦੀਆਂ ਨੇ, ਪਰ ਜਿਹੜਾ ਵਸੀਕਾ ਹੈਗਾ ਉਹ 4 ਪਾਰਟੀਆਂ ਵੱਲੋਂ ਲਿਖਿਆ ਹੋਇਆ ਹੈਗਾ। ਤਾਂ ਇੱਥੇ ਜਿਹੜੀ ਪੈਰਾ 140 ਵਿੱਚ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਤੁਸੀਂ ਵਸੀਕਾ ਰਜਿਸਟਰ ਕਰ ਦੋਗੇ, ਪਰ ਨਾਲ ਹੀ ਜਦੋਂ ਤੁਸੀਂ ਇੰਡੋਰਸਮੈਂਟ ਲਗਾਉਂਦੇ ਹੋ, ਠੀਕ ਹੈ, ਉੱਥੇ ਤੁਸੀਂ ਲਿਖੋਗੇ ਵੀ ABC ਜਿਹੜਾ ਵੀ ਪਰਸਨ ਹੈਗਾ ਜਿਹੜਾ ਰਿਫਿਊਜ਼ ਕਰਦਾ ਹੈ ਵੀ ਉਹਦੇ ਵੱਲੋਂ ਇਹ ਸੇਲ ਨਹੀਂ ਹੋਈ ਹੈਗੀ। ਇਹ ਜਿਹੜਾ ਸੇਲ ਹੋਈ ਹੈ ਸਿਰਫ 2 ਪਾਰਟੀਆਂ ਨੇ ਸੇਲ ਕੀਤੀ ਹੈ, ਬਾਕੀ ਜਿਹੜੀਆਂ 2 ਪਾਰਟੀਆਂ ਨੇ ਉਹਨਾਂ ਵੱਲੋਂ ਇਹ ਸੇਲ ਨਹੀਂ ਕੀਤੀ ਜਾ ਰਹੀ। ਠੀਕ ਹੈ, ਉੱਥੇ ਤੁਸੀਂ ਰਜਿਸਟ੍ਰੇਸ਼ਨ ਰਿਫਿਊਜ਼ ਕਰਕੇ ਲਿਖੋਗੇ। ਇੰਡੋਰਸਮੈਂਟ ਜਦੋਂ ਲਗਾਓਗੇ ਤਾਂ ਉਸ ਲਿਖੋਗੇ ਰਜਿਸਟ੍ਰੇਸ਼ਨ ਰਿਫਿਊਜ਼ਲ ਪਾਓਗੇ ABC ਜਿਹੜਾ ਵੀ ਬੰਦੇ ਨੇ ਰਿਫਿਊਜ਼ਲ ਕੀਤੀ ਹੈ, ਐਂਡ ਸ਼ੈਲ ਰਿਕਾਰਡ ਦਾ ਰੀਜ਼ਨਸ ਫਾਰ ਦਿਸ ਪਾਰਸ਼ਲ ਰਿਫਿਊਜ਼ਲ। ਫਿਰ ਜਿਹੜੀ ਰਜਿਸਟਰੀ ਹੈਗੀ ਹੈ ਇਹ ਤੁਹਾਡੀ ਇਹ ਪਾਰਸ਼ਲ ਰਜਿਸਟਰੀ ਹੋ ਜਾਏਗੀ। ਇਹਦੇ ਤੁਸੀਂ ਰੀਜ਼ਨ ਲਿਖੋਗੇ ਵੀ ਕਿਉਂ ਇਹ ਜਿਹੜੀ ਰਿਫਿਊਜ਼ ਕੀਤੀ ਹੈ, ਤੇ ਨਾਲ ਹੀ ਨਾਲ ਤੁਸੀਂ ਜਿਹੜਾ ਬੁੱਕ ਨੰਬਰ 2 ਦੇ ਵਿੱਚ ਵੀ ਦਰਜ ਕਰੋਗੇ ਉਹਨਾਂ ਵਿਅਕਤੀਆਂ ਦਾ ਨਾਮ ਜਿਨ੍ਹਾਂ ਨੇ ਰਿਫਿਊਜ਼ਲ ਕੀਤੀ ਹੈਗੀ ਹੈ। ਬਾਕੀਆਂ ਦੀ ਤੁਸੀਂ ਰਜਿਸਟਰੀ ਜਿਹੜੀ ਹੈਗੀ ਉਹਨਾਂ ਦੇ ਸ਼ੇਅਰ ਦੀ ਜਿਹੜੀ ਰਜਿਸਟਰੀ ਹੈਗੀ ਆ ਉਹ ਤੁਸੀਂ ਕਰ ਦੇਵੋਗੇ। ਬਟ ਇਨ ਆਲ ਅਦਰ ਰਿਸਪੈਕਟਸ ਹੀ ਸ਼ੈਲ ਪ੍ਰੋਸੀਡ ਵਿਦ ਦ ਰਜਿਸਟ੍ਰੇਸ਼ਨ ਆਫ ਦਾ ਡਾਕੂਮੈਂਟ ਇਨ ਦਾ ਆਰਡਰਲੀ ਮੈਨਰ। ਬਾਕੀ ਜਿਹੜੀ ਰਜਿਸਟਰੀ ਆ ਉਹ ਆਰਡਰਲੀ ਤਰੀਕੇ ਦੇ ਨਾਲ ਹੀ ਹੋ ਜਾਏਗੀ। ਪੈਰਾ ਨੰਬਰ 2 ਦੇ ਵਿੱਚ ਕੀ ਕਿਹਾ ਗਿਆ, ਜੇ ਪਰ ਚਾਂਸ ਫਿਰ ਮਹੀਨੇ ਬਾਅਦ, 20 ਦਿਨਾਂ ਬਾਅਦ, 25 ਦਿਨਾਂ ਬਾਅਦ ਉਹ ਵਿਅਕਤੀ ਇਹਨਾਂ ਨੇ ਰਿਫਿਊਜ਼ਲ ਕੀਤੀ ਸੀਗੀ, ਉਹ ਫਿਰ ਰਜਿਸਟਰੀ ਲਿਖਾ ਕੇ ਲੈ ਕੇ ਆ ਜਾਂਦੇ ਨੇ। ਠੀਕ ਹੈ, ਫਿਰ ਕੀ ਪ੍ਰੋਸੀਜਰ ਕਰਨਾ ਤੁਸੀਂ ਜਦੋਂ ਰਜਿਸਟਰੀ ਜਿਹਨਾਂ ਨੇ ਰਿਫਿਊਜ਼ਲ ਕੀਤੀ ਹੈ ਉਹ ਰਜਿਸਟਰੀ ਲਿਖਾ ਕੇ ਲੈ ਕੇ ਆਉਂਦੇ ਆ, ਤੁਸੀਂ ਉਹ ਰਜਿਸਟਰੀ ਕਰ ਦੇਣੀ ਹੈ ਉਹਨਾਂ ਦੇ ਸ਼ੇਅਰ ਦੀ ਰਜਿਸਟਰੀ ਕਰਕੇ। ਜਿਹੜੀ ਪਹਿਲਾਂ ਰਜਿਸਟਰੀ ਕੀਤੀ ਸੀ ਜਿੱਥੇ ਰਿਫਿਊਜ਼ਲ ਪਾਈ ਗਈ ਸੀ, ਜਿੱਥੇ ਉੱਥੇ ਇੰਡੋਰਸਮੈਂਟ ਹੈ, ਉਹ ਇੰਡੋਰਸਮੈਂਟ ਦੇ ਨੀਚੇ ਇੱਕ ਇੰਡੋਰਸਮੈਂਟ ਹੋਰ ਲੱਗੇਗੀ ਜਿੱਥੇ ਰਿਕਾਰਡ ਕੀਤਾ ਜਾਵੇਗਾ। ਮੰਨ ਲਓ ਕਿਸੇ ਦੂਜੀ ਪਾਰਟੀ ਕਿਸੇ ਕੋਰਟ ਚਲੀ ਗਈ, ਸਿਵਲ ਕੋਰਟ ਚਲੀ ਗਈ, ਕੋਰਟ ਨੇ ਡਿਗਰੀ ਕਰ ਦਿੱਤੀ ਵੀ ਹਾਂ ਰਜਿਸਟਰੀ ਇਹ ਕੀਤੀ ਜਾਵੇ ਨੋਟ, ਤਾਂ ਤੁਸੀਂ ਰਜਿਸਟਰੀ ਕਰੋਗੇ। ਠੀਕ ਹੈ, ਇਹਦੇ ਵਿੱਚ ਕੀ ਕਿਹਾ ਗਿਆ, ਇਫ ਏ ਡਾਕੂਮੈਂਟ ਵਿਚ ਰਜਿਸਟ੍ਰੇਸ਼ਨ ਵਾਸ ਰਿਫਿਊਜ਼ਡ some of the executant subsequently registered against the under an order of the registrar। ਚਾਹੇ ਤਾਂ ਰਜਿਸਟਰਾਰ ਨੇ ਕੋਈ ਆਰਡਰ ਕਰ ਦਿੱਤਾ, ਚਾਹੇ ਸਿਵਲ ਕੋਰਟ ਨੇ ਕੋਈ ਆਰਡਰ ਕਰਤਾ ਰਜਿਸਟਰੀ ਕਰਨ ਦੀ ਖਾਤਰ। ਇਹ not necessary to recopy the deed in the registration book। ਨਾਲ ਇੱਥੇ ਕਿਹਾ ਗਿਆ ਵੀ ਉਹ ਜਿਹੜੀ ਕਾਪੀ ਹੈਗੀ ਹੈ ਉਹਦੀ ਦੁਬਾਰਾ ਉਸ ਨੂੰ, ਕਿਉਂਕਿ ਕਾਪੀ ਪਹਿਲਾਂ ਲੱਗ ਚੁੱਕੀ ਹੈ ਤੁਹਾਡੀ ਬੁੱਕ ਦੇ ਵਿੱਚ, ਬੁੱਕ ਨੰਬਰ 1 'ਚ ਲੱਗ ਚੁੱਕੀ ਹੈ, ਵੀ ਉਹ ਦੁਬਾਰਾ ਕਾਪੀ ਨੂੰ ਉਹਦੀ ਕਾਪੀ ਕਰਨ ਦੀ ਲੋੜ ਨਹੀਂ ਹੈ। ਪਰ ਹੁਣ ਤਾਂ ਇਸ ਪ੍ਰੋਸੀਜਰ ਹੀ ਖਤਮ ਹੋ ਗਿਆ, ਪਹਿਲਾਂ ਤਾਂ ਹੱਥ ਨਾਲ ਕਾਪੀ ਕਰਦੇ ਸੀ ਆਪਾਂ,
ਜਿਹੜੀ ਆਫਿਸ ਕਾਪੀ ਸੀ, ਹੁਣ ਤਾਂ ਕਾਪੀ ਹੀ ਜਿਹੜੀ ਹੈਗੀ ਆ ਪ੍ਰਿੰਟਡ ਕਾਪੀ, ਇੱਕ ਕਾਪੀ ਐਕਸਟਰਾ ਨਿਕਲਦੀ ਉਹਨੂੰ ਆਪਾਂ ਪੇਸਟ ਕਰਦੇ ਹੈਗੇ ਆ। ਹੁਣ ਸਿਸਟਮ ਚੇਂਜ ਹੋ ਚੁੱਕਿਆ, ਪਰ ਇੱਥੇ ਕਿਹਾ ਹੈ ਟਾਈਮ ਨੂੰ ਬਚਾਉਣ ਦੀ ਖਾਤਰ ਕਿਹਾ ਗਿਆ ਹੈਗਾ ਵੀ ਤੁਹਾਨੂੰ ਉਹ ਦੁਬਾਰਾ ਕਾਪੀ ਜਿਹੜੀ ਹੈਗੀ ਆ ਉਹਨੂੰ ਦੁਬਾਰਾ ਕਾਪੀ ਕਰਨ ਦੀ ਲੋੜ ਨਹੀਂ ਹੈਗੀ। ਆਪਣੀ ਬਹੀ ਦੇ ਵਿੱਚ ਜਿਹੜੀ ਪਹਿਲਾਂ ਲੱਗੀ ਵੀ ਆ ਉਹਨੂੰ ਤੁਸੀਂ ਉੱਥੇ ਇੰਡੋਰਸਮੈਂਟ ਲਗਾ ਦੋਗੇ ਵੀ ਜਿਹੜਾ ਇਹ ਡਾਕੂਮੈਂਟ ਹੈਗਾ ਇਹ ਇੰਨੇ ਨੰਬਰ ਤੇ ਦੁਬਾਰਾ ਰਜਿਸਟਰ ਹੋ ਚੁੱਕਿਆ ਹੈਗਾ, ਤੇ ਦੋਨਾਂ ਦੀ ਕਨੈਕਟੀਵਿਟੀ ਜਿਹੜੀ ਹੈਗੀ ਆ ਬੁੱਕ ਨੰਬਰ ਤੇ ਫਾਈਲ ਨੰਬਰ ਤੇ ਵਸੀਕਾ ਨੰਬਰ ਉੱਥੇ ਵੀ ਪਾ ਦੋਗੇ ਤੇ ਉੱਥੇ ਵੀ ਪਾ ਦੋਗੇ, ਤਾਂ ਕਿ ਦੋਹਾਂ ਦੀ ਕਨੈਕਟੀਵਿਟੀ ਜੁੜ ਜਾਏ ਆਪਸ ਦੇ ਵਿੱਚ। ਜਿੱਥੇ ਸਰਟੀਫਿਕੇਟ ਤੁਸੀਂ ਲਗਾਓਗੇ, ਠੀਕ ਹੈ, ਉੱਥੇ ਵੀ ਤੁਸੀਂ ਲਿਖ ਦੋਗੇ ਵੀ ਇਹ ਜਿਹੜਾ ਵਸੀਕਾ ਹੈਗਾ ਜਿਹੜਾ ਰਿਫਿਊਜ਼ ਕੀਤਾ ਗਿਆ ਸੀਗਾ। ਜਿਹੜੀ ਪੁਰਾਣਾ ਵਸੀਕੇ ਦੀ ਗੱਲ ਕਰਦੇ ਆ, ਪੁਰਾਣੇ ਵਸੀਕੇ 'ਚ ਜਿਹੜੀ ਇੰਡੋਰਸਮੈਂਟ ਨਵੀਂ ਲੱਗ ਜਾਣੀ ਹੈ। ਜਿਹੜਾ ਨਵਾਂ ਵਸੀਕਾ ਤੁਸੀਂ ਕਰ ਰਹੇ ਹੋ ਉੱਥੇ ਤਾਂ ਇੰਡੋਰਸਮੈਂਟ ਲੱਗਣੀਆਂ ਨੇ, ਉਹਦੀ ਇੰਡੋਰਸਮੈਂਟ ਦੀ ਜਿਹੜੀ ਕਾਪੀ ਹੈਗੀ ਹੈ ਉਹ ਪੁਰਾਣੇ ਵਸੀਕੇ ਦੇ ਵਿੱਚ ਵੀ ਇੰਡੋਰਸਮੈਂਟਸ ਲੱਗ ਜਾਣੀਆਂ ਨੇ। ਜੇ ਤਾਂ ਇੰਡੋਰਸਮੈਂਟ ਲਗਾਉਣ ਲਈ ਜਗ੍ਹਾ ਹੈਗੀ ਹੈ ਤਾਂ ਠੀਕ ਹੈ, ਨਹੀਂ ਫਿਰ ਤੁਸੀਂ ਐਕਸਟਰਾ ਪੇਜ ਲਗਾ ਕੇ ਉੱਥੇ ਇੰਡੋਰਸਮੈਂਟ ਲਗਾ ਸਕਦੇ ਹੋ। ਇਹ ਹੈਗਾ ਪ੍ਰੋਸੀਜਰ ਇਹਦੇ ਵਿੱਚ, ਜੇ ਦੋ ਵਾਰੀ ਕੋਈ ਵਸੀਕਾ ਰਜਿਸਟਰ ਕੀਤਾ ਜਾਂਦਾ ਹੈਗਾ। ਦੈਨ ਪੈਰਾ 141 ਪ੍ਰੋਸੀਜਰ ਔਨ ਡਿਨਾਇਲ ਆਫ ਐਗਜੀਕਿਊਸ਼ਨ। ਕੋਈ ਵਿਅਕਤੀ ਕੋਈ ਵਸੀਕੇ ਦੀ ਐਗਜੀਕਿਊਸ਼ਨ ਤੋਂ ਡਿਨਾਈ ਕਰ ਜਾਂਦਾ, ਮੈਂ ਨਹੀਂ ਇਹ ਸਾਈਨ ਕੀਤੇ ਹੈਗੇ ਹੈ ਜੀ। ਇਹ ਆਪਣਾ ਜਿਹੜਾ ਐਕਟ ਹੈਗਾ, ਐਕਟ ਦੀ ਸੈਕਸ਼ਨ 35 ਹੈਗੀ ਹੈ, ਉਹਦੇ ਵਿੱਚ ਵੀ ਦਿੱਤਾ ਗਿਆ ਹੈਗਾ, ਸੇਮ ਹੀ ਆ ਲਗਭਗ। ਜੇ ਕੋਈ ਵਿਅਕਤੀ ਡਿਨਾਈ ਕਰ ਜਾਂਦਾ ਹੈ ਐਗਜੀਕਿਊਸ਼ਨ ਕਰਨ ਤੋਂ, if the person by whom the document purports to be executed denies its execution, ਵੀ मैंने नहीं वसीका साइन ਕੀਤਾ ਜਾਂ मैं नहीं वसीका करदा, मैं रजिस्ट्री नहीं करवानी, और if he appears to the registering officer, ਜਾਂ ਰਜਿਸਟਰਿੰਗ ਆਫੀਸਰ ਨੂੰ ਲੱਗੇ ਵੀ ਇਹ ਜਿਹੜਾ ਵਿਅਕਤੀ ਹੈ ਰਜਿਸਟਰੀ ਕਰਾਉਣ ਲਈ ਆਇਆ ਤਾਂ ਮਾਈਨਰ ਹੈ, ਜਾਂ ਇਹ ਇਡੀਅਟ ਹੈ, ਪਾਗਲ ਹੈ, ਕੋਈ ਲੂਨੈਟਿਕ ਹੈਗਾ, ਜਾਂ ਜਿਹੜਾ ਵਿਅਕਤੀ ਹੈ ਜਿਹਦੇ ਨਾਂ ਤੇ ਵਸੀਕਾ ਲਿਖਿਆ ਸੀਗਾ ਉਹਦੀ ਆਪਦੀ ਮੌਤ ਹੋ ਚੁੱਕੀ, ਜਿਹੜੇ ਉਹਦੇ ਵਾਰਸ ਆਏ ਹੈਗੇ ਆ ਰਜਿਸਟਰੀ ਕਰਾਉਣ ਦੀ ਖਾਤਰ, ਉਹ ਜਿਹੜੇ ਵਾਰਸ ਨੇ ਉਹ ਐਗਜੀਕਿਊਟ ਕਰਨ ਤੋਂ ਡਿਨਾਈ ਕਰਦੇ ਆ ਵੀ ਨਹੀਂ ਜੀ ਅਸੀਂ ਤਾਂ ਰਜਿਸਟਰੀ ਕਰਾਉਣੀ ਹੀ ਨਹੀਂ ਹੈਗੀ, ਅਸੀਂ ਤਾਂ ਸਾਈਨ ਨਹੀਂ ਕੀਤੇ ਹੈਗੇ, ਇਹ ਤਾਂ ਗਲਤ ਹੈਗਾ ਸਾਰਾ ਕੁਝ। ਦ ਰਜਿਸਟਰਿੰਗ ਆਫੀਸਰ ਇਫ ਦ ਸਬ ਰਜਿਸਟਰ ਇਜ਼ ਬਾਉਂਡ ਟੂ ਰਿਕਾਰਡ ਐਨ ਆਰਡਰ ਆਫ ਰਿਫਿਊਜ਼ਲ ਟੂ ਰਜਿਸਟਰ, ਤਾਂ ਉਹ ਆਪਣਾ ਜਿਹੜਾ ਰਿਫਿਊਜ਼ਲ ਦਾ ਜਿਹੜਾ ਆਰਡਰ ਹੈਗਾ ਉਹ ਬੁੱਕ ਨੰਬਰ 2 ਦੇ ਵਿੱਚ ਦਰਜ ਕਰੇਗਾ। ਰਜਿਸਟਰੀ ਦੇ ਉੱਪਰ ਰਿਫਿਊਜ਼ਲ ਦਾ ਆਰਡਰ ਪਾ ਕੇ ਜਿਹੜੀ ਰਜਿਸਟਰੀ ਹੈਗੀ ਹੈ ਉਹ ਵਾਪਸ ਕਰ ਦਿੱਤੀ ਜਾਏਗੀ, ਤੇ ਜਿਹੜੀ ਬੁੱਕ ਨੰਬਰ 2 ਹੈਗੀ ਆ, ਬੁੱਕ ਨੰਬਰ 2 ਦੇ ਵਿੱਚ ਰੀਜ਼ਨ ਦੱਸਦੇ ਹੋਏ ਵੀ ਰਿਫਿਊਜ਼ਲ ਮੈਂ ਕਿਉਂ ਕੀਤੀ ਜਾ ਰਹੀ ਹੈ, ਜਿਹੜੀ ਡਾਕੂਮੈਂਟ ਹੈ ਕਿਉਂ ਰਜਿਸਟਰ ਨਹੀਂ ਕੀਤਾ ਜਾ ਰਿਹਾ, ਠੀਕ ਹੈ। ਬਕਾਇਦਾ ਪ੍ਰੋਪਰ ਜਿਹੜਾ ਨੋਟ ਹੈਗਾ ਸ਼ਾਰਟ ਦੇ ਵਿੱਚ ਵੀ ਬੰਦਾ ਜਿਹੜਾ ਜਾਂ ਤਾਂ ਮਤਲਬ ਮਾਈਨਰ ਸੀਗਾ ਜਾਂ ਇਡੀਅਟ ਸੀਗਾ, ਜਾਂ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਆ ਉਹ ਸਾਈਨ ਕਰਨ ਤੋਂ ਇਨਕਾਰੀ ਹੈਗੇ ਨੇ, ਇੱਦਾਂ ਦਾ ਜੋ ਵੀ ਰੀਜ਼ਨ ਹੈਗਾ ਬੰਦਾ, ਉਹ ਬੁੱਕ ਨੰਬਰ 2 ਦੇ ਵਿੱਚ ਦਰਜ ਕੀਤਾ ਜਾਵੇਗਾ। ਤੇ ਜਿਹੜਾ ਵਸੀਕਾ ਹੋਏਗਾ ਸਿਰਫ ਉਹਦੇ ਉੱਪਰ ਡਿਟੇਲ ਆਰਡਰ ਕਰਨ ਦੀ ਲੋੜ ਨਹੀਂ ਹੁੰਦੀ, ਉਹਦੇ ਉੱਪਰ ਰਿਫਿਊਜ਼ਲ ਲਿਖ ਕੇ ਜਿਹੜਾ ਪਾਰਟੀ ਨੂੰ ਵਾਪਸ ਕਰ ਦਿੱਤਾ ਜਾਂਦਾ ਹੁੰਦਾ ਹੈ। ਬਟ ਇਹ ਰਜਿਸਟਰ ਮੇ ਸੋ ਆਈਦਰ ਔਨ ਅਪੀਲ, ਫਿਰ ਇਹਦੀ ਜਿਹੜੀ ਹੈਗੀ ਆ ਫਰਦਰ ਜਿਹੜੀ ਇਹਦੀ ਅਪੀਲ ਹੈਗੀ ਆ ਉਹ ਰਜਿਸਟਰ ਦੇ ਹੋ ਸਕਦੀ ਹੈ। ਰਜਿਸਟਰ ਦੇ ਅੱਗੇ ਦੇਖਣਾ ਹੁੰਦਾ ਵੀ ਜਿਹੜਾ ਵਸੀਕਾ ਹੈਗਾ ਇਹ ਕਰਨਾ ਜਾਂ ਨਹੀਂ ਕਰਨਾ। ਜੇ ਫਰਦਰ ਕੋਈ ਆਪਣਾ ਰਜਿਸਟਰ ਤੋਂ ਕੋਈ ਆਰਡਰ ਆਉਂਦਾ ਹੈ ਤਾਂ ਉਹਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਕਰਦੇ ਹਾਂ। ਇਹ ਹੈਗਾ ਪ੍ਰੋਸੀਜਰ ਰਿਫਿਊਜ਼ਲ ਦਾ। ਨੈਕਸਟ ਹੈਗਾ ਪੈਰਾ 142 ਰਿਫਿਊਜ਼ਲ ਟੂ ਐਡਮਿਟ ਐਗਜੀਕਿਊਸ਼ਨ ਇਜ਼ ਅ ਡਿਨਾਇਲ ਆਫ ਐਗਜੀਕਿਊਸ਼ਨ। ਰਿਫਿਊਜ਼ਲ ਟੂ ਐਡਮਿਟ ਐਗਜੀਕਿਊਸ਼ਨ, ਜੇ ਕੋਈ ਵਿਅਕਤੀ ਕਹਿੰਦਾ ਐਡਮਿਟ ਨਹੀਂ ਕਰਦਾ, ਸਬ ਰਜਿਸਟਰ ਨੂੰ ਪੁੱਛਦਾ ਵੀ ਤੂੰ ਇਹ ਰਜਿਸਟਰੀ ਕਰਵਾਉਣੀ ਹੈ ਤਾਂ ਵਸੀਕਾ ਇਹ ਦੱਸ ਕੀਤੇ ਆ, ਉਹ ਕਹਿੰਦਾ ਉਹ ਐਡਮਿਟ ਨਹੀਂ ਕਰਦਾ, ਜਵਾਬ ਨਹੀਂ ਦਿੰਦਾ, ਐਡਮਿਸ਼ਨ ਨਹੀਂ ਕਰਦਾ ਆਪਣੀ। ਜੇ ਐਡਮਿਸ਼ਨ ਨਹੀਂ ਕਰਦਾ ਇਟ ਮੀਨਸ ਡਿਨਾਈ ਹੈ। ਇਹਨੂੰ ਥੋੜਾ ਐਕਸਪਲੇਨ ਕੀਤਾ ਹੈ, ਡਿਸਕ੍ਰਾਈਬ ਕੀਤਾ ਇਸ ਨੂੰ ਵੀ ਜੇ ਕੋਈ ਬੰਦਾ ਐਡਮਿਟ ਨਹੀਂ ਕਰਦਾ ਹੈਗਾ, ਜਦੋਂ ਕੋਈ ਸਬ ਰਜਿਸਟਰ ਨੂੰ ਪੁੱਛੇ ਵੀ ਤੂੰ ਇਹ ਰਜਿਸਟਰੀ ਕਰਾਉਣ ਲਈ ਆਇਆ, ਤੂੰ ਕੀ ਕਰਨ ਲਈ ਇੱਥੇ ਆਇਆ ਕੋਰਟ ਦੇ ਵਿੱਚ, ਉਹ ਕੋਈ ਜਵਾਬ ਹੀ ਨਾ ਦੇਵੇ, ਐਡਮਿਟ ਨਾ ਕਰੇ, ਕਹੇ ਨਾ ਵੀ ਹਾਂ ਮੈਂ ਰਜਿਸਟਰੀ ਕਰਾਉਣ ਲਈ ਆਇਆ, ਬੈਦ ਦੀ ਰਜਿਸਟਰੀ ਕਰਾਉਣ ਲਈ ਆਇਆ, ਗਹਿਣੇ ਦੀ ਰਜਿਸਟਰੀ ਕਰਾਉਣ ਲਈ ਆਇਆ, ਠੀਕ ਹੈ, ਤਾਂ ਉਸਨੂੰ ਇਹ ਕਿਹਾ ਹੈਗਾ ਵੀ ਇਟ ਹੈਜ਼ ਟੂ ਬੀ ਪ੍ਰਜ਼ੂਮਡ ਡਿਨਾਇਲ, ਤਾਂ ਉਹਦੀ ਇਹ ਮਤਲਬ ਕਿ ਉਹਦੇ ਵੱਲੋਂ ਡਿਨਾਈ ਸਮਝਿਆ ਜਾਵੇਗਾ। ਇਹ ਸੂਟ ਵਿਲ ਲਾਈ ਅੰਡਰ ਸੈਕਸ਼ਨ 77। ਤਾਂ ਫਿਰ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਇਹਦੀਆਂ ਰਜਿਸਟਰੀ ਕਰਾਉਣ ਲਈ ਆਈਆਂ ਸੀਗੀਆਂ, ਜਿਹੜੀਆਂ ਉਸ ਰਜਿਸਟਰੀ ਦੇ ਅਗੇਂਸਟ ਕਲੇਮ ਕਰਦੀਆਂ ਨੇ, ਤਾਂ ਉਹਨਾਂ ਲਈ ਕੀ ਹੈਗਾ, ਉਹ ਸਿਵਲ ਕੋਰਟ ਜਾ ਸਕਦੀਆਂ ਨੇ। ਇਹ ਸੂਟ ਵਿਲ ਲਾਈ ਅੰਡਰ ਸੈਕਸ਼ਨ 77 ਆਫ ਦਾ ਐਕਟ ਫਾਰ ਦਾ ਪਰਪਸ ਆਫ ਹੈਵਿੰਗ ਦਾ ਡਾਕੂਮੈਂਟ ਰਜਿਸਟਰਡ, ਤਾਂ ਉਹ ਰਜਿਸਟਰੀ ਕਰਵਾਉਣ ਦੀ ਖਾਤਰ। ਤੇ ਜਿਹੜਾ ਰਜਿਸਟਰਾਰ ਹੈਗਾ ਸਬ ਰਜਿਸਟਰਾਰ, ਤਾਂ ਉਹਦੇ ਉੱਤੇ ਰਿਫਿਊਜ਼ਲ ਪਾ ਦੇਗਾ, ਰਿਫਿਊਜ਼ਲ ਪਾ ਕੇ ਬੁੱਕ ਨੰਬਰ 2 ਦੇ ਵਿੱਚ ਦਰਜ ਕਰਕੇ ਭੇਜ ਦੇਗਾ, ਠੀਕ ਹੈ। ਜਿਹੜੇ ਪਾਰਟੀਆਂ ਹੈਗੀਆਂ ਉਹਨਾਂ ਦੀ ਓਪਨ ਆਪਸ਼ਨ ਹੈਗੀ ਹੈ, ਪਹਿਲਾਂ ਉਹ ਰਜਿਸਟਰਾਰ ਦੇ ਅਪੀਲ ਪਾਉਣਗੀਆਂ, ਉੱਥੇ ਉਹਦਾ ਪੱਖ ਸਾਬਤ ਕਰਨਗੀਆਂ। ਜਦੋਂ ਰਜਿਸਟਰਾਰ ਜੇ ਡਿਨਾਈ ਕਰ, ਜਿਹਦੇ ਰਜਿਸਟਰਾਰ ਵੱਲੋਂ ਕੋਈ ਆਰਡਰ ਹੋ ਜਾਂਦਾ ਵੀ ਹਾਂ ਵਸੀਕੇ ਨੂੰ ਰਜਿਸਟਰ ਕਰ ਦਿੱਤਾ ਜਾਵੇ, ਫਿਰ ਤਾਂ ਸਬ ਰਜਿਸਟਰਾਰ ਵੱਲੋਂ ਵਸੀਕਾ ਰਜਿਸਟਰ ਕਰ ਦਿੱਤਾ ਜਾਵੇਗਾ। ਪਰ ਜੇਕਰ ਰਜਿਸਟਰਾਰ ਵੀ ਉਸ ਨੂੰ ਇਹ ਦਿਨ 30 ਡੇਜ਼ ਦੇ ਹੁੰਦੇ ਆ, 30 ਦਿਨ ਦੇ ਅੰਦਰ ਅੰਦਰ ਜਿਹੜੀ ਹੈਗੀ ਅਪੀਲ ਪਾਣੀ ਹੁੰਦੀ ਹੈ ਰਜਿਸਟਰਾਰ ਦੇ,
ਜੇਕਰ 30 ਦਿਨ ਦੇ ਅੰਦਰ ਅੰਦਰ ਕੋਈ ਪਾਰਟੀ ਰਜਿਸਟਰਾਰ ਦੇ ਅਪੀਲ ਫਾਈਲ ਨਹੀਂ ਕਰਦੀ ਜਾਂ ਰਜਿਸਟਰਾਰ ਵੱਲੋਂ ਜਿਹੜੀ ਉਹਨਾਂ ਦੀ ਅਪੀਲ ਹੈ ਉਹ ਖਾਰਜ ਕਰ ਦਿੱਤੀ ਜਾਂਦੀ ਹੈ, ਠੀਕ ਹੈ, ਤਾਂ ਜਿਹੜੀ ਪਾਰਟੀ ਹੈਗੀ ਸਿਵਲ ਕੋਰਟ 'ਚ ਜਾ ਕੇ ਆਪਦਾ ਪੱਖ ਪੇਸ਼ ਕਰ ਸਕਦੀ ਹੈ, ਸਿਵਲ ਕੋਰਟ ਜਾ ਕੇ ਸੂਟ ਫਾਈਲ ਕਰ ਸਕਦੀ ਹੈ। ਸਿਵਲ ਕੋਰਟ ਦਾ ਜੋ ਆਰਡਰ ਹੋਏਗਾ ਉਹ ਸਾਡੇ ਕੋਲੇ ਆਏਗਾ ਵਾਪਸ, ਤੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ, ਜੇ ਸਿਵਲ ਕੋਰਟ ਕਹਿੰਦੇ ਵੀ ਰਜਿਸਟਰੀ ਕਰ ਦਿੱਤੀ ਜਾਵੇ ਤਾਂ ਰਜਿਸਟਰੀ ਕਰ ਦਿੱਤੀ ਜਾਂਦੀ ਹੈ, ਜੇ ਸਿਵਲ ਕੋਰਟ ਉਹਦੀ ਜਿਹੜੀ ਅਪੀਲ ਹੈਗੀ ਨਾਮਨਜ਼ੂਰ ਕਰ ਦਿੰਦੀ ਹੁੰਦੀ ਹੈ, ਫਿਰ ਉਹ ਆਲਰੇਡੀ ਪਹਿਲਾਂ ਹੀ ਰਿਫਿਊਜ਼ ਹੋ ਚੁੱਕੀ ਹੈ। Then ਹੈ ਪੈਰਾ 143 refund of registration fee on the refusal to register। ਜਦੋਂ ਕੋਈ ਕਿਸੇ ਡਾਕੂਮੈਂਟ ਨੂੰ, ਕਿਸੇ ਰਜਿਸਟਰੀ ਨੂੰ ਅਸੀਂ ਰਿਫਿਊਜ਼ ਕਰ ਦਿੰਦੇ ਆ ਤਾਂ ਜਿਹੜੀ ਪਹਿਲਾਂ ਸਰਕਾਰੀ ਫੀਸ ਭਰੀ ਹੋਈ ਹੈ ਵਿਅਕਤੀ ਨੇ, ਪਾਰਟੀ ਨੇ, ਉਹਨੂੰ ਰਿਫੰਡ ਕਰ ਦਿੱਤੀ ਜਾਂਦੀ ਹੈ। ਪੈਰਾ 144 ਕੀ ਹੈ? ਕਾਪੀਜ਼ ਫॉर the reasons of refusal should be stamped with court fee stamps। ਜਦੋਂ ਅਸੀਂ ਨਕਲਾਂ ਲੈਂਦੇ, ਕਿਸੇ ਰਜਿਸਟਰੀ ਦੀਆਂ ਨਕਲਾਂ ਲੈਂਦੇ ਤਾਂ ਸਾਨੂੰ ਜਿਹੜੀ ਕਾਪਿੰਗ ਫੀਸ ਦੇਣੀ ਪੈਂਦੀ ਹੈ, ਠੀਕ ਹੈ, ਕਾਪਿੰਗ ਫੀਸ ਦੇਣੀ ਪੈਂਦੀ ਹੈ। ਪਰ ਇੱਥੇ ਜਿਹੜਾ ਪੈਰਾ 144 ਦੇ ਵਿੱਚ ਕਿਹਾ ਗਿਆ ਹੈਗਾ ਵੀ ਜਦੋਂ ਕੋਈ ਰਿਫਿਊਜ਼ਲ ਦਾ ਆਰਡਰ ਲੈਣਾ ਚਾਹੇ, ਕੋਈ ਪਾਰਟੀ ਰਿਫਿਊਜ਼ਲ ਦੇ ਆਰਡਰ ਦੀ, ਸਬ ਰਜਿਸਟਰਾਰ ਨੇ ਕੋਈ ਵਸੀਕਾ ਕਰਨ ਤੋਂ ਡਿਨਾਈ ਕਰ ਦਿੱਤਾ, ਰਿਫਿਊਜ਼ ਕਰ ਦਿੱਤਾ, ਜਦੋਂ ਕੋਈ ਪਾਰਟੀ ਸਬ ਰਜਿਸਟਰਾਰ ਦੇ ਅਪੀਲ ਪਾਉਣ ਦੀ ਖਾਤਰ ਕੋਈ ਰਿਫਿਊਜ਼ਲ ਦਾ ਆਰਡਰ ਲੈਂਦੀ ਹੈ, ਬੁੱਕ ਨੰਬਰ 2 ਦੀ ਕੋਈ ਨਕਲ ਲੈਂਦੀ ਹੈਗੀ ਹੈ, ਤਾਂ ਉਹਦੇ ਉੱਪਰ ਜਿਹੜੀ ਹੈਗੀ ਹੈ ਕੋਰਟ ਫੀ ਤਾਂ ਲੱਗੇਗੀ, ਪਰ ਜਿਹੜੀ ਉਹਦੀ ਕਾਪਿੰਗ ਫੀਸ ਉਸ ਤੋਂ ਵਸੂਲ ਨਹੀਂ ਕੀਤੀ ਜਾਂਦੀ। ਨੈਕਸਟ ਹੈਗਾ ਪ੍ਰੋਸੀਜਰ ਔਨ ਐਡਮਿਸ਼ਨ ਟੂ ਰਜਿਸਟ੍ਰੇਸ਼ਨ। ਜਦੋਂ ਕੋਈ ਡਾਕੂਮੈਂਟ ਰਿਫਿਊਜ਼ ਨਹੀਂ ਕੀਤਾ ਜਾਂਦਾ, ਡਿਨਾਈ ਨਹੀਂ ਕੀਤਾ ਜਾਂਦਾ, ਤੇ ਇਟ ਮੀਨਸ ਉਹ ਰਜਿਸਟਰੀ ਕਰਨ ਦੀ ਖਾਤਰ ਐਡਮਿਟ ਕਰ ਲਿਆ ਜਾਂਦਾ ਹੈ, ਤਾਂ ਕੀ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਰੋਜ਼ ਰਜਿਸਟਰੀਆਂ ਆਪਾਂ ਕਰਵਾਉਂਦੇ ਕਰਦੇ ਹਾਂ, ਠੀਕ ਹੈ, ਕਾਪਿੰਗ ਡਾਕੂਮੈਂਟ ਇਨਟੂ ਰਜਿਸਟਰ। ਪਰ ਇਹ ਹੁਣ ਬਦਲ ਚੁੱਕੀ ਹੈ। ਕਾਪਿੰਗ ਦੀ ਥਾਂ ਤੇ ਸਾਡੇ ਕੋਲ ਪਹਿਲਾਂ ਹੀ ਅਸੀਂ ਪ੍ਰਿੰਟ ਵੱਧ ਲੈਂਦੇ ਹਾਂ। ਪਹਿਲਾਂ ਕਾਪੀ ਕਰਦੇ ਹੁੰਦੇ ਸੀ, ਨਕਲ ਕਰਦੇ ਹੁੰਦੇ ਸੀ ਰਜਿਸਟਰ ਦੇ ਵਿੱਚ, ਸੇਮ ਕਾਪੀ, ਪਹਿਲੇ ਵਾਈਟ ਪੇਜ ਲੱਗੇ ਹੋਏ ਹੁੰਦੇ ਸੀਗੇ ਬਈ ਦੇ ਵਿੱਚ, ਜਿਹੜੀ ਰਜਿਸਟਰੀ ਹੁੰਦੀ ਸੀਗੀ ਉਹਦੀ ਨਕਲ ਕੀਤੀ ਜਾਂਦੀ ਸੀ ਪਹਿਲੇ ਟਾਈਮ ਦੇ ਵਿੱਚ। ਇਹ ਜਦੋਂ ਦਾ ਐਕਟ ਬਣਿਆ ਪਿਆ ਉਦੋਂ ਉਸ ਵੇਲੇ ਇੱਦਾਂ ਦਾ ਪ੍ਰੋਸੀਜਰ ਹੁੰਦਾ ਸੀ। ਪਰ ਹੁਣ ਜਿਹੜਾ ਹੈਗਾ ਉਹ ਕਾਪੀ ਦੀ ਥਾਂ ਤੇ ਪ੍ਰਿੰਟਡ ਕਾਪੀ ਹੀ ਜਿਹੜੀ ਹੈਗੀ ਅਸੀਂ ਜਿਹੜੀ ਪਈ ਹੈਗੀ ਉਹਦੇ ਵਿੱਚ ਪੇਸਟ ਕਰ ਦਿੰਦੇ ਹੁੰਦੇ ਆ, ਠੀਕ ਹੈ, ਸੇਮ ਦੀ ਸੇਮ। Copying of the document into register when a document has been admitted to the registration and the necessary endorsements have been recorded। ਜਿਹੜੇ endorsement ਹੁੰਦੀਆਂ ਨੇ ਪਿਛਲੇ ਪੰਨੇ ਤੇ ਇੱਕ ਤੇ ਲੱਗਦੀਆਂ, 4-5 endorsement ਲੱਗਦੀਆਂ ਨੇ, ਉੱਥੇ ਪਾਰਟੀਆਂ ਦੇ ਸਾਈਨ ਵੀ ਹੁੰਦੇ ਨੇ, ਠੀਕ ਹੈ, ਗਵਾਹਾਂ ਦੇ ਸਾਈਨ ਵੀ ਹੁੰਦੇ ਨੇ, ਸਬ ਰਜਿਸਟਰਾਰ ਦੇ ਸਾਈਨ ਵੀ ਹੁੰਦੇ ਨੇ, ਸਟੈਂਪ ਲੱਗਦੀ ਹੈ, ਤੇ ਨਾਲ ਹੀ ਨਾਲ ਇੱਕ ਸਰਟੀਫਿਕੇਟ ਬਣਦਾ ਹੈ, ਸਰਟੀਫਿਕੇਟ ਤੇ ਵਸੀਕਾ ਨੰਬਰ ਲਿਖਿਆ ਹੋਇਆ ਹੁੰਦਾ, ਤੇ ਨਾਲ ਹੀ ਬਹੀ ਨੰਬਰ ਲਿਖਿਆ ਹੋਇਆ ਹੁੰਦਾ, ਨਾਲ ਪੇਜ ਨੰਬਰ, ਪੰਨਾ ਨੰਬਰ, ਕਿਹੜੀ ਬਹੀ ਦੇ ਵਿੱਚ ਕਿੰਨੇ ਪੰਨੇ ਤੇ ਜਿਹੜੀ ਇਹ ਡਾਕੂਮੈਂਟ ਹੈਗਾ ਜਾ ਕੇ ਪੇਸ਼ ਕੀਤਾ ਗਿਆ ਹੈ, ਤਾਂ ਕਿ ਜਿਹਨੂੰ ਜੇ ਕਿਤੇ ਲੋੜ ਪੈਂਦੀ ਹੈ ਕਾਪੀ ਦੀ ਤਾਂ ਉਹ ਕਰਵਾ ਸਕਦਾ ਹੈਗਾ। ਨੈਕਸਟ ਹੈਗਾ ਪੈਰਾ 146 ਸਰਟੀਫਿਕੇਟ ਆਫ ਦਾ ਰਜਿਸਟ੍ਰੇਸ਼ਨ। ਇਹ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਸਰਟੀਫਿਕੇਟ ਲੱਗਦਾ ਹੈ ਹਰ ਵਸੀਕੇ ਦੇ ਪਿਛਲੇ ਪਾਸੇ ਜਿੱਥੇ ਇੰਡੋਰਸਮੈਂਟਾਂ ਲੱਗਦੀਆਂ ਨੇ, ਇੰਡੋਰਸਮੈਂਟ ਦੇ ਨਾਲ ਇੱਕ ਵਸੀਕਾ ਨੰਬਰ ਲੱਗਦਾ ਜਿਹਨੂੰ ਸਰਟੀਫਿਕੇਟ ਕਹਿੰਦੇ ਨੇ। ਉੱਥੇ ਉਹ ਸਾਰਾ ਕੁਝ ਇਹ ਲਿਖਿਆ ਹੁੰਦਾ, ਬਈ ਨੰਬਰ ਲਿਖਿਆ ਹੋਇਆ ਹੁੰਦਾ, ਪੰਨਾ ਨੰਬਰ, ਵਸੀਕਾ ਨੰਬਰ, ਠੀਕ ਹੈ ਜੀ, ਨਾਲ ਹੀ ਸਬ ਰਜਿਸਟਰਾਰ ਦੀ ਸਟੈਂਪ ਲਾ ਕੇ 10 ਕੀਤੇ ਇਹ ਹੁੰਦੇ ਨੇ। ਵੋਲੀਅਮ ਨੰਬਰ ਵੀ ਲਿਖਿਆ ਹੈ ਉਹਦਾ ਨਾਲ। ਮੇਨ ਤਾਂ ਗੱਲ ਇਹ ਹੈਗੀ ਵੀ ਜੇ ਕੋਈ ਵਸੀਕਾ ਦੀ ਕਾਪੀ ਕੱਲ੍ਹ ਨੂੰ ਕੋਈ ਲੈਣਾ ਚਾਹੇ ਤਾਂ ਉੱਥੋਂ ਸਿੱਧੇ ਤੌਰ ਤੇ ਜਾ ਕੇ ਉੱਥੇ ਪਹੁੰਚਿਆ ਜਾ ਸਕਦਾ ਹੁੰਦਾ। ਨੈਕਸਟ ਹੈ ਪੈਰਾ 147 ਰਿਟਰਨ ਆਫ ਰਜਿਸਟਰਡ ਡਾਕੂਮੈਂਟਸ ਬਾਈ ਹੈਂਡ। ਇਹ ਪਹਿਲਾ ਪੈਰਾ ਹੈਗਾ ਜਦੋਂ ਕੋਈ ਰਜਿਸਟਰਡ ਡਾਕੂਮੈਂਟ ਕੋਈ ਰਜਿਸਟਰ ਕਰ ਦਿੱਤਾ ਜਾਂਦਾ ਹੈ। ਰਜਿਸਟਰ ਕਰਨ ਤੋਂ ਬਾਅਦ ਜਿਹੜੇ ਡਾਕੂਮੈਂਟ ਨੇ, ਰਜਿਸਟਰੀ ਹੈਗੀ ਹੈ, ਕੋਈ ਵੀ ਡਾਕੂਮੈਂਟ ਹੈ, ਜੇ ਵੈਦ ਹੈ, ਗਹਿਣੇ ਦਾ ਕੋਈ ਵੀ ਹੈਗਾ, ਤਾਂ ਉਸਨੂੰ ਜਿਹੜੀ ਡਿਲੀਵਰੀ ਹੈ ਪਾਰਟੀ ਨੂੰ ਜਿਹਨੇ ਪ੍ਰੈਜ਼ੈਂਟ ਕੀਤਾ ਸੀ ਵੀ ਉਸਨੂੰ ਵਾਪਸ ਦੇਣਾ ਬਣਦਾ ਹੈਗਾ। ਨਾਲ ਹੀ ਇਹ ਵੀ ਕਿਹਾ ਗਿਆ ਵੀ ਇਹ ਸਬ ਰਜਿਸਟਰਾਰ ਦੀ ਹਾਜ਼ਰੀ ਦੇ ਵਿੱਚ ਹੀ ਵਾਪਸ ਦੇਣਾ ਬਣਦਾ ਹੈਗਾ, ਤੇ ਇਮੀਡੀਏਟ ਦੇਣਾ ਬਣਦਾ ਹੈ। ਰਜਿਸਟਰਿੰਗ ਆਫਿਸਰ ਸ਼ੈਲ ਰਿਟੇਨ ਦ ਰਜਿਸਟਰਡ ਡਾਕੂਮੈਂਟ ਇਨ ਹਿਸ ਪੋਜੈਸ਼ਨ ਅਪ ਟੂ ਦ ਟਾਈਮ ਅਪਾਇੰਟਡ ਫਾਰ ਰਿਟਰਨਿੰਗ ਦਾ। ਇਹ ਮਤਲਬ ਸਮਾਂ ਨਿਯਤ ਕੀਤਾ ਜਾਂਦਾ ਹੈ ਸਬ ਰਜਿਸਟਰਾਰ ਵੱਲੋਂ ਵੀ ਜਿਹੜੇ ਡਾਕੂਮੈਂਟ ਅੱਜ ਰਜਿਸਟਰ ਕੀਤੇ ਨੇ ਉਹ ਕਿਸੇ ਵੇਲੇ ਕਦੋਂ ਦਿੱਤੇ ਜਾਣਗੇ, ਕਿੰਨੇ ਸਮੇਂ ਦੇ ਵਿਚਕਾਰ ਦਿੱਤੇ ਜਾਣਗੇ, ਪਾਰਟੀਆਂ ਕਦੋਂ ਅੱਗੇ ਲੈ ਜਾਣ, ਅਗਲੇ ਦਿਨ ਲੈ ਜਾਣ ਜਾਂ ਉਸੇ ਦਿਨ ਲੈ ਕੇ ਜਾਣ, ਠੀਕ ਹੈ। ਇਹ ਉਦੋਂ ਤੱਕ ਇਹ ਕਹਿੰਦੇ ਵੀ ਸਬ ਰਜਿਸਟਰਾਰ ਦੇ ਕੋਲ ਰਹਿਣਗੇ, ਤੇ ਸਬ ਰਜਿਸਟਰਾਰ ਆਪਣੀ ਹਾਜ਼ਰੀ ਦੇ ਵਿੱਚ ਹੀ ਉਹਨੂੰ ਡਿਸਟ੍ਰੀਬਿਊਟ ਕਰਵਾਏਗਾ। ਡਾਕੂਮੈਂਟ ਦਿੱਤਾ ਕਿਹਨੂੰ ਜਾਂਦਾ ਹੈ? ਜਿਹੜੇ ਬੰਦੇ ਨੇ ਪ੍ਰੈਜ਼ੈਂਟ ਕੀਤਾ ਹੋਵੇ। ਜਦੋਂ ਡਾਕੂਮੈਂਟ ਅਸੀਂ ਰਜਿਸਟਰ ਕਰਦੇ ਹਾਂ ਤਾਂ ਇੱਕ ਡਾਕੂਮੈਂਟ ਸਾਡੇ ਕੋਲ ਰਹਿ ਜਾਂਦਾ, ਤਾਂ ਅਸੀਂ ਇੱਕ ਰਸੀਦ ਦੇ ਦਿੰਦੇ ਹਾਂ ਪਾਰਟੀ ਨੂੰ ਵੀ ਹਾਂ ਇਹ ਡਾਕੂਮੈਂਟ ਤੁਸੀਂ ਪ੍ਰੈਜ਼ੈਂਟ ਕੀਤਾ ਹੈ, ਇਹਦੀ ਰਸੀਦ ਤੁਹਾਨੂੰ ਦਿੱਤੀ ਜਾਂਦੀ ਹੈ। ਜਦੋਂ ਡਾਕੂਮੈਂਟ ਵਾਪਸ ਕਰਨਾ ਹੈਗਾ ਤਾਂ ਉਹ ਰਸੀਦ ਦੇਖ ਕੇ ਹੀ ਡਾਕੂਮੈਂਟ ਵਾਪਸ ਕੀਤਾ ਜਾਂਦਾ ਹੈ। ਮੇਨ ਤਾਂ ਇਹ ਹੈ ਵੀ ਜਿਸ ਵਿਅਕਤੀ ਨੇ ਡਾਕੂਮੈਂਟ ਪ੍ਰੈਜ਼ੈਂਟ ਕੀਤਾ ਸੀਗਾ ਉਹਨੂੰ ਦਿੱਤਾ ਜਾਵੇ, ਪਰ ਜੇਕਰ ਉਹ ਵਿਅਕਤੀ ਨਹੀਂ ਆਇਆ ਤਾਂ ਉਹਦਾ ਕੋਈ ਮਤਲਬ ਕਿ ਉਹਦਾ ਕੋਈ ਏਜੰਟ ਆ ਗਿਆ ਤਾਂ ਉਹਦੇ ਕੋਲ ਜਿਹੜੀ ਹੈਗੀ ਆ ਉਹ ਜਿਹੜੀ ਅਸਲੀ ਰਸੀਦ ਹੈਗੀ ਹੈ ਉਹ ਉਹਦੇ ਕੋਲ ਹੋਣੀ ਚਾਹੀਦੀ ਹੈਗੀ ਹੈ।
ਜੇ ਕਿਸੇ ਕਾਰਨ ਜਿਹਦੀ ਰਸੀਦ ਗੁੰਮ ਹੋ ਚੁੱਕੀ ਹੋਵੇ ਤਾਂ ਉਹਦੇ ਤੋਂ ਲਿਖਾ ਕੇ ਲਿਆ ਜਾਏਗਾ। ਜਿਹੜਾ ਬੰਦਾ ਡਾਕੂਮੈਂਟ ਲੈਣ ਵਾਸਤੇ ਆਇਆ ਉਹ ਕੰਸਰਨ ਪਰਸਨ ਹੈਗਾ, ਕਲੇਮਿੰਗ ਪਰਸਨ ਹੈਗਾ, ਜਾਂ ਜਿਹਦੇ ਹੱਕ 'ਚ ਕੋਈ ਰਜਿਸਟਰੀ ਹੋ ਰਹੀ ਹੈ ਉਹ ਵਿਅਕਤੀ ਹੈਗਾ, ਜਾਂ ਉਹਦਾ ਕੋਈ ਰਿਪਰੈਜ਼ੈਂਟ ਹੈਗਾ, ਕੋਈ ਏਜੰਟ ਹੈਗਾ, ਉਹ ਤੋਂ ਲਿਖਾ ਕੇ ਲਿਆ ਜਾਏਗਾ ਵੀ ਹਾਂ ਮੈਂ ਇਹ ਵਸੀਕਾ ਜਿਹੜਾ ਹੈਗਾ ਉਸਨੂੰ ਕਾਪੀ ਮੈਨੇ ਵਸੂਲ ਪਾ ਲਈ ਹੈ। ਨੈਕਸਟ ਹੈ ਪੈਰਾ 148 ਡਾਕੂਮੈਂਟਸ ਟੂ ਬੀ ਪ੍ਰੋmptly ਰਿਟਰਨਡ। ਇੱਥੇ ਕਿਹਾ ਗਿਆ ਵੀ ਜਿਹੜੇ ਡਾਕੂਮੈਂਟ ਨੇ ਉਹਨਾਂ ਨੂੰ ਤੁਰੰਤ ਹੀ ਵਾਪਸ ਕਰ ਦੇਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਜਿਹੜਾ ਰਿਕਾਰਡ ਹੈਗਾ, ਤੁਹਾਡਾ ਦਫ਼ਤਰ ਦਾ ਰਿਕਾਰਡ ਹੈ, ਉੱਥੇ ਢੇਰ ਨਾ ਲੱਗ ਜਾਣ, ਉੱਥੇ ਇਕੱਠੇ ਨਾ ਹੋ ਜਾਣ। ਇਸ ਕਰਕੇ ਕਿਹਾ ਗਿਆ ਦਾ ਰਜਿਸਟਰਿੰਗ ਆਫਿਸਰ ਸ਼ੁੱਡ ਸੀ that documents are promptly returned after registration to the presenters। ਜਿਹੜੇ ਵਿਅਕਤੀਆਂ ਨੇ ਇਹ ਡਾਕੂਮੈਂਟ ਪ੍ਰੈਜ਼ੈਂਟ ਕੀਤੇ ਸੀ ਜਾਂ ਉਹਦੇ ਕੋਈ ਅਥੋਰਾਈਜ਼ਡ ਪਰਸਨਸ ਹੈਗੇ ਆ, ਠੀਕ ਹੈ, ਉਹਨਾਂ ਨੂੰ ਬਿਨਾਂ ਦੇਰੀ ਤੋਂ ਇਹ ਜਿਹੜੇ ਡਾਕੂਮੈਂਟ ਨੇ ਵਾਪਸ ਕਰ ਦਿੱਤੇ ਜਾਣੇ ਚਾਹੀਦੇ ਹੈਗੇ ਆ। ਜੇ ਕੋਈ ਪਾਰਟੀ ਲੈਣ ਵਾਸਤੇ ਨਹੀਂ ਆ ਰਹੀ ਤਾਂ ਉਸਨੂੰ ਤੁਸੀਂ ਸਮਨ ਭੇਜ ਕੇ ਵੀ ਬੁਲਾ ਸਕਦੇ ਹੋ ਡਾਕੂਮੈਂਟ ਦੇਣ ਦੀ ਖਾਤਰ। ਪਰ ਜੇਕਰ ਕਿਸੇ ਪਾਰਟੀ ਨੇ ਅਗਰ ਪੈਰਾ 149 'ਚ ਦੱਸਿਆ ਗਿਆ ਹੈਗਾ ਟਰਨ ਆਫ ਰਜਿਸਟਰਡ ਡਾਕੂਮੈਂਟ ਬਾਈ ਪੋਸਟ, ਜੇਕਰ ਕਿਸੇ ਪਾਰਟੀ ਨੇ ਇਹ ਨਾਲ ਦੀ ਨਾਲ ਇਹ ਕਿਹਾ ਹੈ, ਪਹਿਲਾ ਟਾਈਮ ਸੀਗਾ ਹੁਣ ਤਾਂ ਇਹ ਗੱਲਾਂ ਖਤਮ ਹੋ ਗਈਆਂ, ਵੀ ਕੋਈ ਪਾਰਟੀ ਕਹਿੰਦੀ ਵੀ ਜਿਹਦੀ ਡਾਕੂਮੈਂਟ ਮੈਂ ਰਜਿਸਟਰ ਕਰਕੇ ਜਾ ਰਿਹਾ, ਮੈਂ ਬਾਹਰ ਜਾਣਾ ਹੈਗਾ ਤੇ ਮੇਰਾ ਜਿਹੜਾ ਡਾਕੂਮੈਂਟ ਹੈ ਇਹ ਬਾਈ ਪੋਸਟ ਮੈਨੂੰ ਭੇਜ ਦਿੱਤਾ ਜਾਵੇ। ਇਹ ਵੀ ਇੱਕ ਪ੍ਰੋਵੀਜ਼ਨ ਹੈਗੀ ਆ ਪੈਰਾ 149 ਦੇ ਵਿੱਚ, ਜਿਹੜੀ ਕਿ ਅੱਜ ਦੇ ਜ਼ਮਾਨੇ 'ਚ ਤਾਂ ਇਹ ਨਹੀਂ ਵਜੂਦ ਦੇ ਵਿੱਚ ਹੈਗੀ। ਤਾਂ ਉਸ ਡਾਕੂਮੈਂਟ ਨੂੰ ਜਿਹੜਾ ਹੈਗਾ ਉਹ ਉਸ ਵੇਲੇ ਕੀ ਕਰੇਗਾ, ਉਹ ਆਪਦਾ ਇੱਕ ਖਾਲੀ ਲਿਫਾਫਾ ਵੀ ਪੇਸ਼ ਕਰੇਗਾ ਰਜਿਸਟਰੀ ਦੇ ਨਾਲ ਤੇ ਆਪਦਾ ਜਿਹੜਾ ਐਡਰੈਸ ਵਗੈਰਾ ਪਤਾ ਹੈਗਾ, ਨਾਮ ਪਤਾ ਵਗੈਰਾ ਐਡਰੈਸ ਲਿਖ ਕੇ ਤੇ ਟਿਕਟਾਂ ਵਗੈਰਾ ਲਗਾ ਕੇ ਉਹ ਸਬ ਰਜਿਸਟਰ ਤੇ ਜਮ੍ਹਾਂ ਕਰਾਉਂਦਾ ਹੈ। ਰਜਿਸਟਰੀ ਹੋਣ ਤੋਂ ਬਾਅਦ ਜਿਹੜੀ ਕਾਪੀ ਹੈਗੀ ਆ ਸਿੱਖਾਂ ਨੂੰ ਸਾਡੇ ਰਜਿਸਟਰੀ ਕਲਰਕ ਦੇ ਰਾਹੀਂ ਉਸ ਨੂੰ ਬਾਈ ਪੋਸਟ ਭੇਜ ਦਿੱਤੀ ਜਾਂਦੀ ਹੈ। ਨੈਕਸਟ ਹੈ ਪ੍ਰੋਸੀਜਰ ਫਾਰ ਸਬ ਰਜਿਸਟਰ। ਇਹ ਹੋਈ ਹੈ ਸਾਰਾ ਕੁਝ ਵੀ ਉਸਨੂੰ ਅਸੀਂ ਨੈਕਸਟ ਚਲੋ 150 ਪੈਰਾ 150 ਕੰਟਰੋਲ ਟੂ ਮੇਨਟੇਨ ਓਵਰ ਮੋਰਰਸ। ਮੋਰਰ ਮਤਲਬ ਕਿ ਆਪਣੇ ਰਜਿਸਟਰੀ ਕਲਰਕ ਦੀ ਗੱਲ ਕੀਤੀ ਗਈ ਹੈ। ਕੰਟਰੋਲ ਟੂ ਬੀ ਮੇਨਟੇਨ ਰਜਿਸਟਰੀ ਕਲਰਕ ਦੀ ਗੱਲ ਕੀਤੀ ਹੈ। ਰਜਿਸਟਰਿੰਗ ਆਫਿਸਰਸ ਸ਼ੈਲ ਮੇਨਟੇਨ ਏ ਵਿਜੀਲੈਂਟ ਕੰਟਰੋਲ ਓਵਰ ਦਾ, ਮਤਲਬ ਕਿ ਆਪਦੇ ਜਿਹੜਾ ਰਜਿਸਟਰੀ ਕਲਰਕ ਹੈ ਉਹਦੇ ਉੱਪਰ ਪ੍ਰੋਪਰ ਕੰਟਰੋਲ ਹੋਣਾ ਚਾਹੀਦਾ ਹੈਗਾ ਆਪਣਾ ਸਬ ਰਜਿਸਟਰ ਦਾ। ਕਲੋਜ਼ਰ ਕੰਟੈਕਟ ਇਹ ਵੀ ਦੇਖਿਆ ਜਾ, ਮਤਲਬ ਕਿ ਇੰਸ਼ੋਰ ਕਰਨਾ ਚਾਹੀਦਾ ਵੀ ਜ਼ਿਆਦਾ ਕੰਟੈਕਟ ਉਹਦੇ ਬਾਹਰ ਪਬਲਿਕ ਦੇ ਨਾਲ ਨਾ ਹੋਣ, ਠੀਕ ਹੈ। ਦ ਰਿਸੀਵਿੰਗ ਡਾਕੂਮੈਂਟਸ or of money, the recording endorsements and the returning of the document shall not be left to the, ਮਤਲਬ ਸਾਰੀਆਂ ਗੱਲਾਂ ਉਹਦੇ ਤੇ ਛੱਡ ਨਹੀਂ ਦੇਣੀ ਚਾਹੀਦੀਆਂ, ਕਦੇ ਕੰਟਰੋਲ ਪ੍ਰੋਪਰ ਰੱਖ ਕੇ ਹੀ ਜਿਹੜਾ ਕੰਮ ਹੈਗਾ ਸਬ ਰਜਿਸਟਰ ਨੂੰ ਕਿਹਾ ਗਿਆ ਵੀ ਤੁਸੀਂ ਆਪ ਧਿਆਨ ਦੇਣਾ ਹਰ ਕੰਮ ਦੇ ਵਿੱਚ ਤਾਂ ਕਿ ਜਿਹੜਾ ਡਾਕੂਮੈਂਟ ਹੈ ਪ੍ਰੋਪਰ ਰਜਿਸਟਰ ਹੋ ਕੇ ਪ੍ਰੋਪਰ ਡਿਲੀਵਰੀ ਉਹਦੀ ਹੋ ਚੁੱਕੀ ਹੋਵੇ। ਨੈਕਸਟ ਹੈ ਪੈਰਾ 151 ਇੰਡੋਰਸਮੈਂਟ ਦੀ ਗੱਲ ਕੀਤੀ ਗਈ ਹੈ। ਇੰਡੋਰਸਮੈਂਟਸ ਕੀ ਹੁੰਦੀਆਂ ਨੇ? ਜਦੋਂ ਅਸੀਂ ਰਜਿਸਟਰੀ ਕਰਦੇ ਹਾਂ ਰਜਿਸਟਰੀ ਦੇ ਪਿਛਲੇ ਪਾਸੇ ਅੱਜ ਹੁਣ ਆਪਾਂ ਕੀ ਕਰਦੇ ਹਾਂ, ਹੁਣ ਅਸੀਂ ਪ੍ਰਿੰਟ ਲੈ ਲੈਣੇ ਆ, ਪਾਰਟੀਆਂ ਦਾ ਨਾਮ ਆ ਜਾਂਦਾ, ਵੇਚਣ ਦਾ ਨਾਮ ਆ ਜਾਂਦਾ, ਵਸੀਕਾ ਨੰਬਰ, ਰਕਬਾ, ਪਿੰਡ ਦਾ ਨਾਮ, ਕਲੈਕਟਰ ਰੇਟ, ਠੀਕ ਹੈ ਜੀ, ਕੌਣ ਕੌਣ ਗਵਾਹ ਨੇ, ਫੋਟੋ ਹੁੰਦੀ ਹੈ ਨਾਲ ਸਬ ਰਜਿਸਟਰ ਦੀ। ਇਹ ਇੰਡੋਰਸਮੈਂਟਾਂ ਤੁਸੀਂ ਸਾਰੇ ਭਲੀ ਭਾਂਤ ਜਾਣੂ ਹੈਗੇ ਹੋ, ਕੋਈ ਦੱਸਣ ਦੀ ਜ਼ਰੂਰਤ ਲੱਗਦੀ ਨਹੀਂ ਮੈਨੂੰ, ਠੀਕ ਹੈ। ਪਰ ਇਹ ਪੈਰਾ 151 ਹੈਗਾ, ਜਦੋਂ ਨੂੰ ਆ ਜਾਂਦਾ ਹੈ ਤਾਂ ਤੁਸੀਂ ਇਹ ਵਾਲਾ ਇੰਡੋਰਸਮੈਂਟ ਸੰਬੰਧੀ ਤਾਂ ਪੈਰਾ 151 ਚੱਕ ਕੇ ਲਿਖ ਸਕਦੇ ਹੋ। Endorsement shall always be written by or in the presence of the registering officers। ਪਰ ਹੁਣ ਤਾਂ ਨਹੀਂ ਲਿਖੀਆਂ ਜਾਂਦੀਆਂ, ਹੁਣ ਤਾਂ ਇਹ ਪੂਰੀਆਂ ਕੀਤੀਆਂ ਜਾਂਦੀਆਂ, ਖਾਨੇ ਪੂਰੇ ਕੀਤੇ ਜਾਂਦੇ ਨੇ ਤੇ ਪ੍ਰਿੰਟ ਨਿਕਲ ਜਾਂਦਾ ਕੰਪਿਊਟਰ ਤੋਂ, ਠੀਕ ਹੈ। ਉੱਥੇ ਜਿਹੜਾ ਹੈਗਾ 10 ਬੂਠੇ ਹੋ ਜਾਂਦੇ ਨੇ ਪਾਰਟੀਆਂ ਦੇ ਸਬ ਰਜਿਸਟਰ ਦੇ ਜਿਹੜੇ ਸਾਈਨ ਹੋ ਜਾਂਦੇ ਨੇ। ਨੈਕਸਟ ਹੈਗਾ ਪੈਰਾ 152 endorsements may be written or continued on orders when there is not sufficient vacant space। ਇਹ ਗੱਲ ਕੀਤੀ ਗਈ ਜੇ ਇੰਡੋਰਸਮੈਂਟ ਲਗਾਉਣ ਲਈ ਵੇਕੈਂਟ ਸਪੇਸ ਦੀ ਕੋਈ ਕਮੀ ਲੱਗਦੀ ਹੈ ਕਿਤੇ ਤਾਂ ਕੋਈ ਤੁਸੀਂ ਵਾਈਟ ਪੇਜ ਵੀ ਲਗਾ ਕੇ ਤੁਸੀਂ ਇੰਡੋਰਸਮੈਂਟ ਮਤਲਬ ਕਰ ਸਕਦੇ ਹੋ। ਮਤਲਬ ਕਿ ਇਹ ਕਿਹਾ ਗਿਆ ਹੈ ਵੀ ਜੇ ਮੰਨ ਲਓ ਕੋਈ ਰਜਿਸਟਰੀ ਹੈ ਉਹਦੇ ਦੋਹੇ ਪੇਜਾਂ ਤੇ ਤੁਸੀਂ ਕੋਈ ਲਿਖਿਆ ਹੋਇਆ ਹੈਗਾ, ਠੀਕ ਹੈ, ਖਾਲੀ ਪੇਜ ਕੋਈ ਨਹੀਂ ਮਿਲਦਾ ਤੁਹਾਨੂੰ ਇੰਡੋਰਸਮੈਂਟ ਲਗਾਉਣ ਦੇ ਲਈ, ਵਾਈਟ ਪੇਜ ਦੇ ਉੱਪਰ ਵੀ ਤੁਸੀਂ ਇੰਡੋਰਸਮੈਂਟ ਲਗਾ ਸਕਦੇ ਹੋ। ਨੈਕਸਟ ਚਲੋ ਅੱਗੇ ਅੱਗੇ ਪਰਚਾ ਦਾ ਯਾਦਾਸ਼ਤ ਜਿਹੜਾ ਤੁਸੀਂ ਰੋਜ਼ ਹੀ ਯੂਜ਼ ਕਰਦੇ ਹੋ, ਰੋਜ਼ ਤੁਹਾਡੇ ਕੋਲ ਆਉਂਦੇ ਆ, ਅੱਗੇ ਭੇਜਦੇ ਹੋ, ਕਰਦੇ ਹੋ, ਠੀਕ ਹੈ, ਰੋਜ਼ ਇੰਤਕਾਲ ਦਰਜ ਕੀਤੇ ਜਾਂਦੇ ਨੇ। ਮੈਮੋਰੰਡਾ ਆਫ ਦਾ ਡਾਕੂਮੈਂਟ, ਇਹ ਤੋਂ ਉਲਝਣਾ ਨਹੀਂ ਹੈਗਾ। ਮੈਮੋਰੰਡਾ, ਜੇ ਕੋਈ ਮੈਮੋਰੰਡਾ ਦੇ ਨਾਂ ਤੇ ਕੋਈ ਤੁਹਾਨੂੰ ਕੁਐਸਚਨ ਆ ਜਾਂਦਾ ਹੈਗਾ ਪੇਪਰ ਦੇ ਵਿੱਚ ਤਾਂ ਤੁਸੀਂ ਇਸ ਨੂੰ ਇਹ ਸਮਝਣਾ ਵੀ ਇਹ ਪਰਚਾ ਯਾਦਾਸ਼ਤ ਦੀ ਗੱਲ ਕੀਤੀ ਜਾ ਰਹੀ ਹੈ।
ठीक है। पैरा 154 ਚ ਹੈਗਾ ਮੈਮੋਰੈਂਡਮ ਆਫ ਦਾ ਡਾਕੂਮੈਂਟਸ ਹਾਊ ਟੂ ਬੀ ਪ੍ਰੀਪੇਅਰਡ, ਕਿਵੇਂ ਪ੍ਰਪੇਅਰ ਕੀਤਾ ਜਾਂਦਾ। ਆਪਾਂ ਰੋਜ਼ ਦੇਖਦੇ ਹਾਂ, ਰੋਜ਼ ਹੀ ਕਰਦੇ ਆ ਰਹੇ ਹਾਂ। ਡੇਟ ਰਜਿਸਟਰੀ ਪਹਿਲਾਂ ਡੇਟ ਪਾਈ ਜਾਂਦੀ ਹੈ, ਨੇਮ ਆਫ ਦਾ ਨੇਮ ਤੇ ਐਡਰੈਸ, ਪਿੰਡ ਦਾ ਨਾਮ ਦਰਜ ਕੀਤਾ ਜਾਂਦਾ ਹੈ, ਕਿਹੜੇ ਵਿਅਕਤੀ ਨੇ ਰਜਿਸਟਰੀ ਕੀਤੀ ਹੈ, ਕਿਹੜੇ ਵਿਅਕਤੀ ਦੇ ਹੱਕ 'ਚ ਰਜਿਸਟਰੀ ਕੀਤੀ ਹੈ। ਠੀਕ ਹੈ। ਰਜਿਸਟਰੀ ਦੀ ਕੀਮਤ ਕਿੰਨੀ ਹੈ, ਨੇਚਰ ਕਿੰਨੀ ਹੈ, ਬੈ ਦੀ ਹੈ, ਗਹਿਣੇ ਦੀ ਹੈ, ਕੀ ਹੈ, ਉਹਦੀ ਵੈਲਿਊ ਕਿੰਨੀ ਹੈ, ਟ੍ਰਾਂਜੈਕਸ਼ਨ ਕਿੰਨੀ ਹੈ, ਡਿਸਕ੍ਰਿਪਸ਼ਨ ਉਹਦਾ ਮੂਲ ਪ੍ਰੋਪਰਟੀ, ਕੋਈ ਮਕਾਨ ਹੈ, ਦੁਕਾਨ ਹੈ, ਜਾਂ ਕੋਈ ਖੇਤੀਬਾੜੀ ਦੀ ਜ਼ਮੀਨ, ਉਹਦੇ ਨੰਬਰ ਖਸਰਾ ਦਰਜ ਕੀਤੇ ਜਾਂਦੇ ਨੇ। ਠੀਕ ਹੈ। ਇਹ ਸਾਰੇ ਪਾਰਟੀਕੂਲਰ ਜਿਹੜੇ ਹੈਗੇ ਨੇ ਉਸ ਪਰਚਾ ਯਾਦਾਸ਼ਤ ਦਰਜ ਕੀਤੀ ਜਾਂਦੇ ਤਾਂ ਕਿ ਪਰਚਾ ਯਾਦਾਸ਼ਤ ਦੇ ਬੇਸ ਤੇ ਇੰਤਕਾਲ ਦਰਜ ਕੀਤਾ ਜਾ ਸਕੇ। Next, hello. Sending of memoranda to be noted in Book 1. Many sub-register registers a document relating to the immovable property not wholly situated. एक गल की गई है भी जिते कोई सब रजिस्ट्रार कोई रजिस्ट्री करता है, कुछ प्रोविजन हैगियां ने जिथे जे प्रॉपर्टी दो पिंडां च पैंदी होवे, दो पिंड अलग-अलग तहसीलां च फॉल करते हों तां इह प्रोविजन हैगी। आपां एक जगह ते रजिस्ट्री ਉਹਦੀ ਕੀਤੀ ਜਾ ਸਕਦੀ ਹੈ जिथे रजिस्ट्री ਉਹਦੀ जिथे ਜ਼ਮੀਨ ਜ਼ਿਆਦਾ ਹੁੰਦੀ ਹੈ ਉੱਥੇ ਰਜਿਸਟਰੀ ਕਰਕੇ ਤੇ ਫਿਰ ਉਹਦਾ ਇੱਕ ਮੈਮੋਰੈਂਡਮ ਪਰਚਾ ਯਾਦਾਸ਼ਤ ਜਿਹੜੀ ਤਹਿਸੀਲ ਦੇ ਵਿੱਚ ਹੈਗਾ ਉਹ ਭੇਜ ਦਿੱਤਾ ਜਾਂਦਾ ਹੈ। ਉੱਥੇ ਬੁੱਕ ਨੰਬਰ 1 ਦੀ ਇੱਕ ਸਪਲੀਮੈਂਟਰੀ ਬੁੱਕ ਲੱਗੀ ਹੀ ਹੁੰਦੀ ਹੈ, ਉਹਦੇ ਵਿੱਚ ਦਰਜ ਕਰ ਦਿੱਤਾ ਜਾਂਦਾ ਹੈ। ਜੇਕਰ ਅਸੀਂ ਕੀਤਾ ਹੁੰਦਾ ਤਾਂ ਅਸੀਂ ਭੇਜਦੇ ਹਾਂ, ਜਾ ਕੇ ਦੂਜੀ ਤਹਿਸੀਲ ਦੇ ਵਿੱਚ ਜਾ ਕੇ ਬੁੱਕ ਨੰਬਰ 1 ਦੀ ਸਪਲੀਮੈਂਟਰੀ ਬੁੱਕ 'ਚ ਲੱਗ ਜਾਂਦਾ ਹੈ। ਜੇਕਰ ਉਹਨਾਂ ਨੇ ਕੀਤਾ ਹੁੰਦਾ ਤਾਂ ਸਾਡੇ ਕੋਲੇ ਆ ਜਾਂਦਾ ਹੈ। ਅਸੀਂ ਬੁੱਕ ਨੰਬਰ 1 ਦੀ ਜਿਹੜੀ ਸਪਲੀਮੈਂਟਰੀ ਬੁੱਕ ਹੈ ਉਸ ਦਰਜ ਕਰਕੇ ਤੁਸੀਂ ਜਿਹੜਾ ਪਰਚਾ ਯਾਦਾਸ਼ਤ ਹੈ ਉਹ ਕੰਸਰਨਡ ਜਿਹੜਾ ਤਹਿਸੀਲਦਾਰ ਦਫ਼ਤਰ ਖਾਨਾ ਹੋਇਆ ਉਹਨੂੰ ਭੇਜ ਦਿੱਤਾ ਜਾਂਦਾ ਤਾਂ ਕਿ ਪਟਵਾਰੀ ਹਲਕਾ ਕੋਲ ਜਾ ਕੇ ਉਹਦੀ ਜਿਹੜਾ ਇੰਤਕਾਲ ਹੈ ਦਰਜ ਹੋ ਸਕੇ। ਪਰ ਇੰਸ਼ੋਰ ਇਹ ਕਰਿਆ ਜਾਂਦਾ ਹੈ ਵੀ ਪੂਰੀ ਪ੍ਰਾਪਰਟੀ ਦਾ ਜਿਹੜਾ ਡਾਕੂਮੈਂਟ ਹੈ ਉਹ ਹੈਗਾ ਸਟੈਂਪ ਡਿਊਟੀ ਉਹ ਭਰੀ ਜਾਵੇ ਕਲੈਕਟਰ ਰੇਟ ਦੇ ਮੁਤਾਬਕ। ਜਿਸ ਪਿੰਡ ਦਾ ਜਿੰਨਾ ਕਲੈਕਟਰ ਰੇਟ ਹੈ ਉਹਦੇ ਮੁਤਾਬਕ ਉਹ ਪਾਰਟੀ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਵੀ ਕਲੈਕਟਰ ਰੇਟ ਜਾ ਕੇ ਦੱਸੇ ਵੀ ਇਸ ਜਾਂ ਤਹਿਸੀਲਦਾਰ ਤੋਂ ਰਜਿਸਟਰ ਕਰਵਾ ਕੇ ਲੈ ਕੇ ਜਾਵੇ, ਸਰਟੀਫਾਈ ਕਰਵਾ ਕੇ ਲੈ ਕੇ ਜਾਵੇ ਵੀ ਇਸ ਪਿੰਡ ਦੀ ਜਿਹੜੀ ਉਹਦਾ ਕਲੈਕਟਰ ਰੇਟ ਕੀ ਹੈਗਾ। ਸਿਮਿਲਰਲੀ ਵੈਨ ਏ ਰਜਿਸਟਰਾਰ ਜਦੋਂ ਜੇ ਡਿਸਟ੍ਰਿਕਟ ਬਦਲ ਜਾਵੇ, ਜੇ ਡਿਸਟ੍ਰਿਕਟ ਚੇਂਜ ਹੋ ਜਾਵੇ, ਪਹਿਲਾਂ ਤਾਂ ਆਪਾਂ ਗੱਲ ਕਰੀ ਸੀ ਜੇ ਤਹਿਸੀਲ ਚੇਂਜ ਹੋ ਜਾਵੇ, ਪਰ ਜੇ ਡਿਸਟ੍ਰਿਕਟ ਚੇਂਜ ਹੋਵੇ ਤਾਂ ਜਿਹੜਾ ਡਾਕੂਮੈਂਟ ਹੈ ਜਿੱਥੇ ਰਜਿਸਟਰ ਹੋਇਆ ਹੈਗਾ ਉਹਦੀ ਇੱਕ ਕਾਪੀ ਪਰਚਾ ਯਾਦਾਸ਼ਤ ਦੀ ਜਿਹੜੀ ਕਾਪੀ ਹੈਗੀ ਹੈ ਦੂਜੇ ਸਬ ਰਜਿਸਟਰਾਰ ਨੂੰ ਭੇਜੀ ਜਾਵੇਗੀ, ਯਾਨੀ ਕਿ ਦੂਜੇ ਕਲੈਕਟਰ ਨੂੰ ਜਿਹਨੂੰ ਆਪਾਂ ਡੀਸੀ ਕਹਿ ਲਈਏ ਉੱਥੇ ਭੇਜੀ ਜਾਂਦੀ ਹੈ। ਕੰਸਰਨ ਡੀਸੀ ਜਿਹੜਾ ਹੈਗਾ ਉਹਦੇ ਕੰਸਰਨ ਡੀਸੀ ਕੋਲੇ ਵੀ ਜਿਹੜੀ ਬੁੱਕ ਨੰਬਰ 1 ਲੱਗੀ ਸੀ ਹੋਣੀ ਪ੍ਰੋਵਾਈਡ ਕਰਦਾ ਹੈ। ਆਪਣਾ ਜਿਹੜਾ ਲਾਅ ਹੈਗਾ ਵੀ ਬੁੱਕ ਨੰਬਰ 1 ਹੁੰਦੀ ਹੈ ਉਹ ਵੀ ਜਿਹੜੀ ਬੁੱਕ ਨੰਬਰ 1 ਦੇ ਵਿੱਚ ਦਾ ਜਿਹੜੀ ਸਪਲੀਮੈਂਟਰੀ ਬੁੱਕ ਹੈ ਉਹ ਦਰਜ ਕਰਕੇ ਕੰਸਰਨ ਸਬ ਰਜਿਸਟਰਾਰ ਕੋਲ ਭੇਜੇਗਾ। ਕੰਸਰਨ ਸਬ ਰਜਿਸਟਰਾਰ ਫਿਰ ਉਸ ਨੂੰ ਕੰਸਰਨ ਦਫ਼ਤਰ ਖਾਨਾ ਕੋਲ ਰਾਹੀਂ ਜਿਹੜੀ ਪਟਵਾਰੀ ਹਲਕਾ ਕੋਲ ਚਲੀ ਜਾਂਦੀ ਹੈ ਤਾਂ ਕਿ ਜਿਹੜਾ ਇੰਤਕਾਲ ਹੈ ਦਰਜ ਹੋ ਸਕੇ। ਯਾਨੀ ਕਿ ਜ਼ਿਲ੍ਹੇ ਤੋਂ ਜ਼ਿਲ੍ਹੇ ਦੇ ਵਿੱਚ ਵੀ ਭੇਜੀ ਜਾ ਸਕਦੀ ਹੈ, ਤਹਿਸੀਲ ਤੋਂ ਤਹਿਸੀਲ 'ਚ ਵੀ ਭੇਜੀ ਜਾ ਸਕਦੀ ਹੈ ਰਜਿਸਟਰੀ ਕਰਕੇ ਪਰਚਾ ਯਾਦਾਸ਼ਤ ਇੰਤਕਾਲ ਦਰਜ ਕਰਨ ਦੀ ਖਾਤਰ। ਨੈਕਸਟ ਚਲੋ। Memoranda of alienations of the agricultural land. All the registering officers shall cause their morers to enter up a memoranda every alienation of the agricultural land. मतलब जिन्हें भी ਜਿਹੜੇ ਰਜਿਸਟਰਿੰਗ ਆਫੀਸਰ ਸਬ ਰਜਿਸਟਰਾਰ ਦੀ ਗੱਲ ਕੀਤੀ ਗਈ ਹੈ ਵੀ ਆਪਣੇ ਜਿਹੜੇ ਰਜਿਸਟਰੀ ਕਲਰਕ ਹੁੰਦੇ ਆ ਇੰਸ਼ੋਰ ਕਰਨਗੇ ਵੀ ਹਰ ਇੱਕ ਜਿੰਨੀ ਵੀ ਸਾਡੀਆਂ ਐਗਰੀਕਲਚਰ ਲੈਂਡ ਟ੍ਰਾਂਸਫਰ ਹੁੰਦੀਆਂ ਨੇ ਵੀ ਸਾਰਿਆਂ ਦੇ ਸਾਰੇ ਜਿਹੜੇ ਪਰਚਾ ਯਾਦਾਸ਼ਤ ਨੇ ਤਾਂ ਕਿ ਪ੍ਰੋਪਰ ਜਗ੍ਹਾ ਤੇ ਜਾ ਕੇ ਇੰਤਕਾਲ ਦਰਜ ਹੋਣ ਵੀ ਉਸੇ ਮੁਤਾਬਕ ਜਿਹੜੇ ਹੈਗੇ ਜਿੰਨੀਆਂ ਵੀ ਅਲਾਈਨੇਸ਼ਨਸ ਹੁੰਦੀਆਂ ਟ੍ਰਾਂਸਫਰਸ ਹੁੰਦੀਆਂ ਨੇ ਸਾਰਿਆਂ ਦੇ ਜਿਹੜੇ ਪਰਚਾ ਯਾਦਾਸ਼ਤ ਹੈ ਇਹਨੂੰ ਇੰਸ਼ੋਰ ਕੀਤਾ ਜਾਵੇ ਵੀ ਉਹ ਪਰਚਾ ਯਾਦਾਸ਼ਤ ਹਰ ਇੱਕ ਰਿਸ਼ਤੇ ਦਾ ਜਿਹੜਾ ਪਰਚਾ ਯਾਦਾਸ਼ਤ ਹੈ ਉਹ ਕੰਸਰਨ ਪਟਵਾਰੀ ਕੋਲੇ ਰਾਹੀਂ ਤਹਿਸੀਲਦਾਰ ਪੁੱਛਦਾ ਹੋਵੇ। ਇੱਥੇ ਗੱਲ ਕੀਤੀ ਗਈ ਹੈ ਵੀ ਡਿਸਪੈਚ ਰਜਿਸਟਰ ਤਹਿਸੀਲਦਾਰ ਨੂੰ ਡਿਸਪੈਚ ਹੁੰਦਾ ਹੈ, ਤਹਿਸੀਲਦਾਰ ਤੋਂ ਫਿਰ ਅੱਗੇ ਦਫ਼ਤਰ ਕਾਨੂੰਗੋ ਕੋਲੇ ਜਾਂਦਾ ਹੈ, ਦਫ਼ਤਰ ਕਾਨੂੰਗੋ ਤੋਂ ਅੱਗੇ ਕੰਸਰਨ ਕਾਨੂੰਗੋ ਹਲਕਾ ਕੋਲੇ ਜਾਂਦਾ, ਫਿਰ ਪਟਵਾਰੀ ਕੋਲੇ ਜਾਂਦਾ ਹੈ। ਠੀਕ ਹੈ ਜੀ, ਇਹ ਸਾਰਾ ਪ੍ਰੋਸੀਜਰ ਤੁਹਾਨੂੰ ਸਾਰਾ ਪਤਾ ਹੀ ਹੈ। ਭਾਰੀ ਭਾਂ ਤੁਹਾਨੂੰ ਸਾਰਾ ਜਵਾਨੀ ਲਿਖ ਦੋਗੇ ਜ਼ਿਆਦਾ ਵਧੀਆ ਹੈਗਾ, ਕਾਪੀ ਕਰਨ ਦੀ ਲੋੜ ਨਹੀਂ ਹੈਗੀ। ਜੇ ਕੋਈ ਇਦਾਂ ਦਾ ਕੁਐਸਚਨ ਆਉਂਦਾ ਤੁਹਾਨੂੰ ਸਾਰੀ ਪ੍ਰੈਕਟੀਕਲ ਨੌਲੇਜ ਹੈਗੀ ਹੈ, ਜਵਾਨੀ ਲਿਖੋਗੇ ਤਾਂ ਜ਼ਿਆਦਾ ਨੰਬਰ ਆਉਂਦੇ ਹੈਗੇ ਨੇ, ਜੇ ਕਾਪੀ ਕਰਕੇ ਲਿਖੋਗੇ ਤਾਂ ਕੁਛ ਗੱਲ ਹੋਰ ਹੁੰਦੇ ਤਾਂ ਨੰਬਰ ਘੱਟ ਆਉਂਦੇ ਨੇ। ਪ੍ਰੈਕਟੀਕਲ ਨੌਲੇਜ ਜਿਸ ਕੁਐਸਚਨ ਦੀ ਤੁਹਾਨੂੰ ਹੋਏਗੀ ਤੁਸੀਂ ਪਾਰਟੀਕੂਲਰ ਇਕੱਲਾ ਪਹਿਲਾ ਨੰਬਰ ਲਿਖ ਕੇ ਬਾਕੀ ਤੁਸੀਂ ਆਪਣੇ ਕੋਲੋਂ ਲਿਖ ਦਿਓ, ਉਹ ਜ਼ਿਆਦਾ ਬੈਟਰ ਹੁੰਦਾ ਹੈਗਾ, ਜ਼ਿਆਦਾ ਨੰਬਰ ਸਕੋਰਿੰਗ ਹੁੰਦੇ ਆ। Next है पैरा 159 re-registration for the error of descriptions। ਜਿਹਨੂੰ ਆਪਾਂ ਤਤਿਮਾ ਰਿਸ਼ਤੇ ਦੀ ਗੱਲ ਕਰ ਲਈਏ, ਜੇ ਤੁਹਾਡੇ ਕੋਲ ਕੋਈ ਤਤਿਮਾ ਰਿਸ਼ਤੇ ਸੰਬੰਧੀ ਕੋਈ ਕੁਐਸਚਨ ਆ ਜਾਂਦਾ ਤਾਂ ਤੁਸੀਂ ਪੈਰਾ 159 ਦੇ ਵਿੱਚ ਜਾਣਾ ਹੈ। ਠੀਕ ਹੈ, ਪੈਰਾ 159 ਦੇ ਵਿੱਚ ਕੀ ਦੱਸਿਆ ਗਿਆ ਹੈਗਾ, 3 ਤਰ੍ਹਾਂ ਦੀਆਂ ਇਹਦੀਆਂ
ਰੀ ਰਜਿਸਟ੍ਰੇਸ਼ਨ ਦੁਬਾਰਾ ਰਜਿਸਟਰੀ ਅਸੀਂ ਕਰਦੇ ਹਾਂ, ਕਿਸੇ ਡਾਕੂਮੈਂਟ ਨੂੰ ਦੁਬਾਰਾ ਰਜਿਸਟਰ ਕਰਦੇ ਹਾਂ, ਉਹ ਤਿੰਨ ਤਰੀਕੇ ਦੱਸੇ ਗਏ ਹੈਗੇ ਆ। ਪਹਿਲਾ ਏ ਪਾਰਟ 'ਚ ਕਿਹਾ ਹੈਗਾ ਫਸਟ ਇਜ਼ ਵੇਅਰ ਏ ਡੀਡ ਇਜ਼ ਅਲਟਰਡ, ਜਿੱਥੇ ਅਸੀਂ ਡੀਡ ਕਿਤੇ ਚੇਂਜ ਕਰਨੀ ਹੈ, ਕੋਈ ਐਡਰੈਸ ਨਾਮ ਪਤਾ ਵਗੈਰਾ ਕੋਈ ਇਦਾਂ ਦਾ ਗਲਤ ਲਿਖਿਆ ਗਿਆ, ਕਲੈਰੀਕਲ ਮਿਸਟੇਕ ਹੋ ਗਈ ਸਾਡੇ ਤੋਂ, ਠੀਕ ਹੈ, ਉਹਨੂੰ ਅਸੀਂ ਦਰੁਸਤ ਕਰਨਾ ਹੈਗਾ। ਤਾਂ ਜਿਹੜਾ ਹੈਗਾ ਪੈਰਾ ਏ ਡੀਲ ਕਰਦਾ ਹੈ। ਤਾਂ ਜਿਹੜੀ ਤੇਮਾ ਰਜਿਸਟਰੀ ਦਰਜ ਕੀਤੀ ਜਾਂਦੀ ਹੈ, ਇਹ ਤੇ ਤੇਮਾ ਰਜਿਸਟਰੀ ਦੀ ਜਿਹੜੀ ਸਟੈਂਪ ਡਿਊਟੀ ਕੋਈ ਲੱਗਦੀ ਨਹੀਂ, ਇਹਦੇ ਉੱਪਰ ਜਿੰਨੀ ਫੀਸ ਹੁੰਦੀ ਹੈ ਰਜਿਸਟਰੀ ਦੀ ਫੀਸ, ਓਨਲੀ ਰਜਿਸਟ੍ਰੇਸ਼ਨ ਫੀਸ ਲਈ ਜਾਂਦੀ ਹੈ। ਤੇ ਸੈਕੰਡ ਦੇ ਵਿੱਚ ਕੀ ਕਿਹਾ ਗਿਆ, ਬੀ ਕਲੌਜ਼ ਦੇ ਵਿੱਚ ਰੀ ਰਜਿਸਟ੍ਰੇਸ਼ਨ when a document has been executed by several persons at different times। ਇਹ ਉਹ ਪਾਰਟ ਹੈ ਜਿਹੜਾ ਕਿ ਅੱਜ ਕੱਲ ਮੈਂ ਤਾਂ ਕਦੀ ਦੇਖਿਆ ਨਹੀਂ, ਨਾ ਹੀ ਕਿਤੇ ਲਾਈਫ ਦੇ ਵਿੱਚ ਲੋੜ ਪਈ ਹੈਗੀ ਹੈ ਵੀ 4 ਜਾਂ 5 ਲੋਕ ਹੈਗੇ ਰਜਿਸਟਰੀ ਕਰਾਉਣ ਦੇ ਵਾਲੇ, ਠੀਕ ਹੈ, ਇੱਕ ਵਿਅਕਤੀ ਇੱਕ ਵਾਰੀ ਆ ਗਿਆ, ਦੂਜਾ ਵਿਅਕਤੀ ਦੂਜੀ ਵਾਰੀ ਆ ਗਿਆ, ਤੀਜਾ ਤੀਜੀ ਵਾਰੀ ਆ ਗਿਆ, ਕੋਈ ਫੌਰਨ ਬੈਠਾ ਸੀਗਾ ਉਹ ਪਹਿਲਾਂ ਆ ਨਾ ਸਕਿਆ, ਠੀਕ ਹੈ, ਫਿਰ ਉਹ ਬਾਅਦ ਦੇ ਵਿੱਚ ਉਹ ਆ ਗਿਆ। ਇੱਦਾਂ ਕਿਸੇ ਡਾਕੂਮੈਂਟ ਨੂੰ ਬਾਰ-ਬਾਰ ਵੀ ਜਿਹੜਾ ਹੈਗਾ ਉਹ ਇਹ ਪ੍ਰੋਵੀਜ਼ਨ ਦਿੱਤੀ ਗਈ ਹੈ ਬੀ ਪਾਰਟ ਦੇ ਵਿੱਚ। In the second place, a document may have to be registered more than once when it purports to be executed by several persons, but at the time of the first registration had in fact been executed by some only of those persons। फिर कुछ व्यक्ति ने पहला कर ਦਿੱਤਾ ਸੀਗਾ ਸਾਈਨ, ਤੇ ਕੁਝ ਵਿਅਕਤੀ ਨੇ ਬਾਅਦ ਸਾਈਨ ਕੀਤੇ ਹੈਗੇ, ਤੇ ਉਹ ਸੈਮੀ ਰਜਿਸਟਰਡ ਹੋ ਗਿਆ, ਤੇ ਬਾਅਦ ਚ ਆ ਕੇ ਫਾਈਨਲ ਰਜਿਸਟ੍ਰੇਸ਼ਨ ਉਹਦੀ ਹੋ ਜਾਏਗੀ ਜਦੋਂ ਸਾਰੇ ਬੰਦਿਆਂ ਦੇ ਸਾਈਨ ਹੋ ਗਏ। ਪਰ ਇਹ ਜਿਹੜੀ ਟਾਈਮ ਲਿਮਿਟ ਹੈਗੀ ਹੈ, ਉਹ ਜਿਹੜੀ ਕੰਡੀਸ਼ਨ ਹੈ ਉਹ ਫੁੱਲਫਿਲ ਹੋਣੀ ਚਾਹੀਦੀ ਹੈ। 4 ਮਹੀਨੇ ਦੇ ਅੰਦਰ ਅੰਦਰ ਜਿਹੜੀਆਂ ਪਾਰਟੀਆਂ ਨੇ ਉਹ ਆ ਸਕਦੀਆਂ ਨੇ, ਯਾਨੀ ਕਿ ਕੋਈ ਜ਼ਰੂਰੀ ਨਹੀਂ ਹੈ ਵੀ ਚਾਰੇ ਵਿਅਕਤੀ ਇੱਕੋ ਸਮੇਂ ਤੇ ਆ ਕੇ ਰਜਿਸਟਰੀ ਕਰਵਾਉਣ, ਅਲੱਗ-ਅਲੱਗ ਸਮੇਂ ਤੇ ਆ ਕੇ ਵੀ ਰਜਿਸਟਰੀ 4 ਵਿਅਕਤੀ ਕਰਵਾ ਸਕਦੇ ਹੈਗੇ ਆ। ਤੇ ਰਜਿਸਟਰੀ ਫਾਈਨਲ ਉਦੋਂ ਹੋਏਗੀ ਜਦੋਂ ਸਾਰੇ ਦੇ ਸਾਰੇ ਵਿਅਕਤੀ ਪੂਰੇ ਹੋ ਜਾਣਗੇ। ਥਰਡ ਸੀ ਪਾਰਟ 'ਚ ਕੀ ਕਿਹਾ ਗਿਆ, ਇਨ ਦਾ ਥਰਡ ਪਲੇਸ ਇਟ ਮੇ ਬੀ ਨੈਸੈਸਰੀ ਟੂ ਰੀ ਰਜਿਸਟਰ ਡਾਕੂਮੈਂਟ which was presented at the time of its first registration by a person not duly empowered। ਕੋਈ ਵਿਅਕਤੀ ਸੀਗਾ ਉਹਦੇ ਕੋਲ ਪਾਵਰ ਤਾਂ ਹੈ ਨਹੀਂ ਸੀਗੀ, ਪਰ ਉਹਨੇ ਰਜਿਸਟਰੀ ਕਰਵਾ ਲਈ, ਰਜਿਸਟਰੀ ਹੋ ਗਈ। ਇੰਪਾਵਰਡ ਬੰਦਾ ਨਹੀਂ ਸੀਗਾ, ਉਹਦੇ ਕੋਲ ਜਦੋਂ ਪਾਵਰ ਟੋਨੀ ਪ੍ਰੋਪਰ ਨਹੀਂ ਸੀ, ਜਾਂ ਉਹ ਆਪ ਮਾਈਨਰ ਸੀ, ਜਾਂ ਕੁਝ ਵੀ ਰੀਜ਼ਨ ਐਸਾ ਹੋ ਸਕਦਾ ਹੈ ਵੀ ਉਹ ਇਨ ਸੱਚ ਏ ਕੇਸ ਐਨੀ ਪਰਸਨ ਕਲੇਮਿੰਗ ਅੰਡਰ ਦਾ ਡਾਕੂਮੈਂਟ ਵੀ ਪ੍ਰੈਜ਼ੈਂਟਡ ਫॉर ਰਜਿਸਟ੍ਰੇਸ਼ਨ ਐਜ਼ ਪ੍ਰੋਵਾਈਡਡ। ਮੰਨ ਲਓ ਭਰਾ ਨੇ ਖੜਾ ਹੋਣਾ ਸੀਗਾ, ਖੜ ਗਿਆ, ਦੂਜਾ ਭਾਈ ਖੜਾ ਹੋ ਗਿਆ, ਰਜਿਸਟਰੀ ਹੋ ਗਈ, ਠੀਕ ਹੈ। ਐਸੇ ਕੇਸ ਦੇ ਵਿੱਚ ਜਿਹੜਾ ਹੈਗਾ ਉਸ ਡਾਕੂਮੈਂਟ ਨੂੰ ਰੀ ਰਜਿਸਟਰ ਕੀਤਾ ਜਾ ਸਕਦਾ ਹੈ, ਤਦੀਮਾ ਰਜਿਸਟਰੀ ਹੋ ਸਕਦੀ ਹੈ, ਪ੍ਰੋਪਰ ਬੰਦੇ ਨੂੰ ਖੜਾ ਕਰਕੇ ਜਿਹੜਾ ਹੈਗਾ ਰਜਿਸਟਰੀ ਦੁਬਾਰਾ ਕੀਤੀ ਜਾ ਸਕਦੀ ਹੈਗੀ ਹੈ। 3 ਪ੍ਰੋਵੀਜ਼ਨ ਹੈਗੀਆਂ ਨੇ ਸਾਡੇ ਕੋਲ ਇਹ ਡਾਕੂਮੈਂਟ ਨੂੰ ਕਦੋਂ ਅਸੀਂ ਦੁਬਾਰਾ ਤਦੀਮਾ ਰਜਿਸਟਰੀ ਕਦੋਂ ਕਰ ਸਕਦੇ ਹੈਗੇ ਆ। ਪੈਰਾ 160 ਹੈ ਪ੍ਰੋਸੀਜਰ ਔਨ ਰੀ ਰਜਿਸਟ੍ਰੇਸ਼ਨ। ਪ੍ਰੋਸੀਜਰ ਕੀ ਹੈ, ਸੇਮ ਪ੍ਰੋਸੀਜਰ ਹੈ, ਇਹਨੂੰ ਇਹ ਪ੍ਰਜ਼ੂਮ ਕੀਤਾ ਜਾਏਗਾ ਵੀ ਰਜਿਸਟਰੀ ਨਵੀਂ ਹੋਗੀ। ਰੀਕਾਪੀਡ ਦੀ ਥਾਂ ਤੇ ਮਤਲਬ ਕਿ ਅਸੀਂ ਉਹਦੀ ਪੂਰਾ ਪ੍ਰਿੰਟ ਜਿਹੜਾ ਹੈਗਾ ਉਹ ਆਪਣੀ ਬਈ ਦੇ ਚ ਲਗਾਉਂਦੇ ਹੈਗੇ ਆ। ਜਿਹੜੀ ਫੀਸ ਹੈਗੀ ਆ ਰਜਿਸਟ੍ਰੇਸ਼ਨ ਫੀਸ ਪੂਰੀ ਲਈ ਜਾਂਦੀ ਹੈ, ਠੀਕ ਹੈ। ਉਸ ਤਰੀਕੇ ਨਾਲ ਇਹਦੀਆਂ ਐਂਡੋਰਸਮੈਂਟਸ ਸਾਰੀਆਂ ਲੱਗ ਜਾਂਦੀਆਂ ਨੇ, ਤੇ ਜਿਵੇਂ ਰਜਿਸਟਰੀ ਕਰਦੇ ਆ ਸੇਮ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਹੈ। ਇਹ ਪੈਰਾ 160 ਹੈ। ਚਲੋ ਨੈਕਸਟ ਹੈ ਸਾਡਾ ਹੈਡ ਹੈਗਾ ਅਪੀਲ ਟੂ ਦਾ ਰਜਿਸਟਰਾਰ। ਅਪੀਲ ਟੂ ਦਾ ਰਜਿਸਟਰਾਰ, ਅਪੀਲ ਰਜਿਸਟਰਾਰ ਦੇ ਕਦੋਂ ਹੁੰਦੀ ਹੈ? ਪੈਰਾ 162 ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਜਦੋਂ ਕੋਈ ਸਬ ਰਜਿਸਟਰਾਰ ਵੱਲੋਂ ਕੋਈ ਡਾਕੂਮੈਂਟ ਰਿਫਿਊਜ਼ ਕਰ ਦਿੱਤਾ ਜਾਂਦਾ ਹੈ, ਰਿਫਿਊਜ਼ ਕਰਕੇ ਬਹੀ ਨੰਬਰ 2 'ਚ ਦਰਜ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਬਹੀ ਨੰਬਰ 2 ਦੇ ਵਿੱਚ ਰੀਜ਼ਨ ਲਿਖਿਆ ਜਾਂਦਾ ਵੀ ਮੈਂ ਇਸ ਨੂੰ ਡਾਕੂਮੈਂਟ ਨੂੰ ਕਿਉਂ ਰਿਫਿਊਜ਼ ਕਰ ਰਿਹਾ। ਜਾਂ ਤਾਂ ਪਾਰਟੀ ਨੇ ਡਿਨਾਈ ਕਰ ਦਿੱਤਾ, ਜਾਂ ਕੋਈ ਵਿਅਕਤੀ ਨਾਬਾਲਗ ਹੈ, ਜਾਂ ਕੋਈ ਵਿਅਕਤੀ ਪਾਗਲ ਹੈਗਾ, ਠੀਕ ਹੈ। ਰੀਜ਼ਨ ਮੇ ਵੀ ਕੋਈ ਵੀ ਹੋ ਸਕਦਾ ਹੈ। ਜਦੋਂ ਸਬ ਰਜਿਸਟਰਾਰ ਕਿਸੇ ਵਸੀਕੇ ਨੂੰ ਰਿਫਿਊਜ਼ ਕਰਦਾ ਹੈ ਤਾਂ ਜਿਹੜੀ ਉਹਦੀ ਅਪੀਲ ਹੈ ਉਹ ਰਜਿਸਟਰਾਰ ਦੀ ਲਾਈ ਕਰਦੀ ਹੈ 30 ਡੇਜ਼ ਦੇ ਅੰਦਰ ਅੰਦਰ, 30 ਦਿਨ ਦੇ ਅੰਦਰ ਅੰਦਰ ਜਿਹੜੀ ਅਪੀਲ ਹੈ ਉਹ ਫਾਈਲ ਕਰਨੀ ਹੁੰਦੀ ਹੈ। ਜਿਹੜੀ ਕੰਸਰਨਡ ਪਾਰਟੀ ਹੈਗੀ ਹੈ ਜਿਹਦੀ ਵਸੀਕੇ ਨੂੰ ਰਜਿਸਟਰ ਕਰਨਾ ਚਾਹੁੰਦੀ ਹੈ, ਉਹ 30 ਦਿਨ ਦੇ ਅੰਦਰ ਰਜਿਸਟਰਾਰ ਤੇ ਜਾ ਕੇ ਉਹਦੀ ਕਾਪੀ ਲੈ ਕੇ, ਰਿਫਿਊਜ਼ਲ ਦੇ ਆਰਡਰ ਦੀ ਕਾਪੀ ਲੈ ਕੇ, ਰਿਫਿਊਜ਼ਲ ਦਾ ਆਰਡਰ ਨੂੰ ਦਿੱਤਾ ਜਾਂਦਾ, ਪਰ ਉਹ ਤੋਂ ਜਿਹੜੀ ਕਾਪੀ ਫੀਸ ਜਿਹੜੀ ਹੈਗੀ ਆ ਉਹ ਫੀਸ ਨਹੀਂ ਲਈ ਜਾਂਦੀ, ਠੀਕ ਹੈ।
ਤੇ ਉਹ ਪਾਰਟੀ ਜਿਹੜੀ ਅਪੀਲ ਫਾਈਲ ਕਰ ਸਕਦੀ ਹੈ। ਇਫ ਦ ਐਪਲੀਕੇਸ਼ਨ ਇਜ਼ ਬ੍ਰੌਟ ਵਿਦਿਨ ਟਾਈਮ ਐਂਡ ਇਜ਼ ਆਫ ਦ ਨੇਚਰ ਆਫ ਐਨ ਅਪੀਲ under section 72 of the act, registrar shall pass such order thereon as seems to him proper। ਤਾਂ ਜਿਹੜਾ section 72 ਦੇ ਅਕੋਰਡਿੰਗ ਰਜਿਸਟਰਾਰ ਵੱਲੋਂ ਕੰਸਰਨ ਜਿਹੜੇ ਵੀ ਉਹ ਠੀਕ ਸਮਝਦਾ ਹੈ, ਫਿਰ ਆਰਡਰ ਪਾਸ ਕਰ ਦਿੱਤੇ ਜਾਂਦੇ ਆ। ਮਤਲਬ ਕਿ ਉਹਦੇ ਵਿੱਚ ਕੀ ਹੈਗਾ, ਰਜਿਸਟਰਾਰ ਉਸ ਜਿਹੜੀ ਅਪੀਲ ਫਾਈਲ ਕੀਤੀ ਹੈ, ਅਪੀਲ ਨੂੰ ਰਿਜੈਕਟ ਵੀ ਕਰ ਸਕਦੇ ਨੇ, ਅਪੀਲ ਨੂੰ ਅਸੈਪਟ ਕਰਕੇ ਜਿਹੜਾ ਡਾਕੂਮੈਂਟ ਹੈ ਰਜਿਸਟਰ ਕਰਨ ਦੇ ਲਈ ਵੀ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ ਸਬ ਰਜਿਸਟਰਾਰ ਨੂੰ। when the registrar para 30 sub para 3 ਹੈਗਾ, when the registrar after inquiry directs registration of the document, ਇਨਕੁਆਰੀ ਕਰਕੇ ਸਬ ਰਜਿਸਟਰਾਰ ਨੂੰ ਡਾਇਰੈਕਸ਼ਨ ਦਿੰਦਾ ਵੀ ਇਹ ਡਾਕੂਮੈਂਟ ਰਜਿਸਟਰ ਕਰ ਦਿੱਤਾ ਜਾਵੇ। ਠੀਕ ਹੈ, ਕੰਸਰਨ ਦੇਅਰ ਆਫ ਜਿਹੜਾ ਕੰਸਰਨ ਸਬ ਰਜਿਸਟਰਾਰ ਜੀ ਨੇ ਭੇਜਿਆ ਸੀ ਡਾਕੂਮੈਂਟ, the order directing registration should be endorsed on the document। registration ordered, ਕੀ ਆਰਡਰ ਕੀਤੇ ਜਾਣਗੇ ਰਜਿਸਟਰਾਰ ਵੱਲੋਂ ਡਾਕੂਮੈਂਟ ਦੇ ਉੱਪਰ, ਇਹ ਵਰਡ ਲਿਖਿਆ ਜਾਏਗਾ registration ordered and the document should then be handed back to the applicant। ਰਜਿਸਟ੍ਰੇਸ਼ਨ ਆਰਡਰ ਦਾ ਆਰਡਰ ਕਰਕੇ ਡਾਕੂਮੈਂਟ ਦੇ ਉੱਪਰ, ਤੇ ਜਿਹੜਾ ਡਾਕੂਮੈਂਟ ਹੈ ਉਹ ਵਾਪਸ ਕਰ ਦਿੱਤਾ ਜਾਏਗਾ ਕੰਸਰਨ ਪਾਰਟੀਆਂ ਨੂੰ, ਵੀ ਤੁਸੀਂ ਜਾ ਕੇ ਸਬ ਰਜਿਸਟਰਾਰ ਦੇ ਇਹ ਦੁਬਾਰਾ ਸਬਮਿਟ ਕਰ ਸਕਦੇ ਹੋ, ਪ੍ਰੈਜ਼ੈਂਟ ਕਰ ਸਕਦੇ ਹੋ। if the registration at the proper office with the time allowed by law, ਉਹ ਜਿਹੜਾ ਸਮਾਂ ਦਿੱਤਾ ਗਿਆ ਹੈਗਾ ਉਸ ਸਮੇਂ ਦੇ ਅੰਦਰ ਇਹ ਡਾਕੂਮੈਂਟ ਹੈ ਦੁਬਾਰਾ ਸਬ ਰਜਿਸਟਰਾਰ ਦੇ ਪੇਸ਼ ਕਰਤਾ ਜਾਂਦਾ ਹੈ। ਸਬ ਰਜਿਸਟਰਾਰ ਵੱਲੋਂ ਫਿਰ ਉਹ ਆਰਡਰ ਦੇ ਮੁਤਾਬਕ ਜਿਹੜਾ ਡਾਕੂਮੈਂਟ ਹੈ ਉਹ ਰਜਿਸਟਰ ਕਰ ਦਿੱਤਾ ਜਾਂਦਾ ਹੈ। ਨੈਕਸਟ ਹੈ ਐਪਲੀਕੇਸ਼ਨ ਫਾਰ ਕਾਪੀਜ਼, ਨਕਲਾਂ ਦੀ ਗੱਲ ਕੀਤੀ ਗਈ ਹੈ। ਪ੍ਰੋਸੀਜਰ ਔਨ ਸੀਟ ਐਪਲੀਕੇਸ਼ਨ ਫਾਰ ਦ ਕਾਪੀਜ਼, ਇਹ ਨਕਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਜਦੋਂ ਕਾਪੀ ਕੋਈ ਦਿੰਦਾ ਹੈਗਾ, ਕੋਈ ਅਰਜ਼ੀ ਦਿੰਦਾ ਹੈ ਨਕਲ ਦੀ, ਠੀਕ ਹੈ, ਉਹਦੇ ਮੁਤਾਬਕ ਜਿਹੜੀਆਂ ਨਕਲਾਂ ਹੈਗੀਆਂ ਨੇ ਉਹ ਜਿਹੜਾ ਰਜਿਸਟਰੀ ਕਲਰਕ ਹੈਗਾ ਉਹਦੇ ਵੱਲੋਂ ਮਈਆਂ ਵਗੈਰਾ ਕੱਢ ਕੇ ਸਾਰੀਆਂ ਦਿੱਤੀਆਂ ਜਾਂਦੀਆਂ ਨੇ, ਜਿਹੜੀ ਸਰਕਾਰੀ ਫੀਸ ਹੈ ਉਹ ਲਈ ਜਾਂਦੀ ਹੈ। ਅੱਜ ਦਾ ਜਿਹੜਾ ਹੁਣ ਟਾਈਮ ਹੈਗਾ, ਹੁਣ ਜਿਹੜੀ ਐਪਲੀਕੇਸ਼ਨ ਹੈ ਇਹ ਦਿੱਤੀ ਜਾਂਦੀ ਹੈ ਆਪਣਾ ਸੇਵਾ ਕੇਂਦਰ ਦੇ ਵਿੱਚ। ਸੇਵਾ ਕੇਂਦਰ ਦੇ ਵਿੱਚ ਅਰਜ਼ੀ ਜਿਹੜੀ ਹੈਗੀ ਆ ਉਹ ਰਜਿਸਟਰੀ ਕਲਰਕ ਕੋਲ ਜਾਂਦੀ ਹੈ। ਰਜਿਸਟਰੀ ਕਲਰਕ ਆਪਣੇ ਜਿਹੜਾ ਹੈਗਾ ਰਿਕਾਰਡ ਰੂਮ ਦੇ ਵਿੱਚੋਂ ਨਕਲਾਂ ਤਿਆਰ ਕਰਕੇ ਜਿਹਨੇ ਹੈਗਾ ਵਾਪਸ ਦੁਬਾਰਾ ਫਿਰ ਆਪਣਾ ਸੇਵਾ ਕੇਂਦਰ 'ਚ ਭੇਜ ਦਿੱਤਾ ਜਾਂਦਾ। ਸੇਵਾ ਕੇਂਦਰ ਵਿੱਚੋਂ ਹੀ ਜਿਹੜੀ ਕਾਪੀ ਹੈ ਨਕਲ ਮਿਲਦੀ ਹੈ, ਪਾਰਟੀ ਨੂੰ ਮਿਲ ਜਾਂਦੀ ਹੈਗੀ ਹੈ। ਇਹ ਐਪਲੀਕੇਸ਼ਨ ਦੀ ਗੱਲ ਕੀਤੀ ਗਈ ਹੈ, ਪਰ ਹੁਣ ਪ੍ਰੋਸੀਜਰ ਕਾਫੀ ਸਾਰਾ ਜਿਹੜਾ ਹੈਗਾ ਚੇਂਜ ਹੋ ਚੁੱਕਿਆ ਹੈਗਾ। ਤੁਸੀਂ ਜ਼ਬਾਨੀ ਤੌਰ ਤੇ ਜਿਹੜਾ ਆਪਦੇ ਮੁਤਾਬਕ ਤੁਸੀਂ ਜਿਹੜਾ ਪਹਿਲਾ ਪ੍ਰੋਸੀਜਰ ਹੈਗਾ ਤੁਸੀਂ ਪਹਿਲਾਂ ਦਾ ਹਵਾਲਾ ਦੇ ਕੇ, ਜਿਹੜਾ ਵੀ ਪ੍ਰੋਸੀਜਰ ਤੁਹਾਨੂੰ ਪਤਾ ਹੈਗਾ ਤੁਸੀਂ ਜ਼ਬਾਨੀ ਦੀ ਜਿਹੜਾ ਹੈਗਾ ਉਹ ਆਨਸਰ ਦਿਓ, ਜ਼ਿਆਦਾ ਬੈਟਰ ਹੁੰਦਾ ਹੈ। ਬਹੁਤ ਲੰਮਾ ਚੌੜਾ, ਇੰਨਾ ਲੰਮਾ ਚੌੜਾ ਲਿਖਣ ਦੀ ਕੋਈ ਲੋੜ ਨਹੀਂ ਸਾਨੂੰ ਹੁੰਦੀ। ਨੈਕਸਟ ਹੈ ਚੈਪਟਰ 6 ਪੀਰੀਅਡਿਕਲ ਰਿਟਰਨਸ ਮੰਥਲੀ। ਤੁਸੀਂ ਦੇਖਦੇ ਹੋ ਜਦੋਂ ਵੀ ਮੰਥਲੀ ਮੀਟਿੰਗਸ ਹੁੰਦੀਆਂ ਨੇ, ਰੈਵਨਿਊ ਆਫੀਸਰਸ ਸਬ ਰਜਿਸਟਰਾਰ ਜਾਂ ਜੁਆਇੰਟ ਸਬ ਰਜਿਸਟਰਾਰ ਦੀ ਫਾਈਲ ਬਣਦੀ ਹੈ, ਰਜਿਸਟਰੀ ਕਲਰਕ ਵੱਲੋਂ ਫਾਈਲ ਬਣਾਈ ਜਾਂਦੀ ਹੈ। ਹਰ ਜਿਹੜਾ ਕੰਸਰਨਡ ਪਰਸਨਸ ਹੁੰਦੇ ਨੇ, ਰਜਿਸਟਰੀ ਕਲਰਕ ਹੈ ਉਹ ਆਪਣੀ ਫਾਈਲ ਤਿਆਰ ਕਰਦਾ ਹੈ, ਰੀਡਰ ਨੇ ਆਪਣੀ ਫਾਈਲ ਤਿਆਰ ਕਰਦੇ ਨੇ, ਬਾਕੀ ਦੇ ਜਿਹੜੇ ਤਕਾਵੀ ਦਾ ਕੰਮ ਕਰਦੇ ਨੇ ਉਹ ਆਪਣੀ ਫਾਈਲ ਤਿਆਰ ਕਰਦੇ ਆ। ਇਸੇ ਦੀ ਕਿ ਇਹਦੀ ਇਹ ਰਜਿਸਟਰੀ ਦੀ ਗੱਲ ਕੀਤੀ ਗਈ ਹੈ, ਰਜਿਸਟਰਾਰ ਸਬ ਆਪਣਾ ਰਜਿਸਟਰੀ ਕਲਰਕ ਵੱਲੋਂ ਮੰਥਲੀ ਜਿਹੜੀ ਹੈਗੀ ਰਿਟਰਨ ਦੀ ਜਿਹੜੀ ਫਾਈਲ ਬਣਾਈ ਜਾਂਦੀ ਹੈ। ਇਹ 'ਚ ਹੁੰਦਾ ਕੀ ਹੈਗਾ, ਤੁਸੀਂ ਉਸ ਮਹੀਨੇ 'ਚ ਕੀ ਕੰਮ ਕੀਤਾ, ਕਿੰਨੀਆਂ ਰਜਿਸਟਰੀਆਂ ਵੇਚਦੀਆਂ ਕੀਤੀਆਂ, ਕਿੰਨੀ ਉਹਦੀ ਅਮਾਊਂਟ ਬਣੀ, ਠੀਕ ਹੈ, ਕਿੰਨੀਆਂ ਰਜਿਸਟਰੀਆਂ ਗਹਿਣੇ ਦੀਆਂ ਕੀਤੀਆਂ, ਕਿੰਨੀ ਉਹਦੀ ਅਮਾਊਂਟ ਬਣੀ, ਕਿੰਨੀਆਂ ਰਜਿਸਟਰੀਆਂ ਕਿਹੜੀਆਂ ਕੀਤੀਆਂ, ਹਰ ਤਰ੍ਹਾਂ ਦੀਆਂ ਜਿਹੜੀਆਂ ਰਜਿਸਟਰੀਆਂ ਦਾ ਵੇਰਵਾ ਦੇ ਕੇ ਕਿੰਨੀ ਉਹਦੀ ਅਮਾਊਂਟ ਬਣਦੀ ਹੈ। ਮਤਲਬ ਕਹਿਣ ਦਾ ਭਾਵ ਇਹ ਹੈਗਾ ਵੀ ਤੁਹਾਡੇ ਦਫ਼ਤਰ ਦੇ ਵੱਲੋਂ ਸਰਕਾਰ ਨੂੰ ਕਿੰਨੇ ਪੈਸੇ ਦਾ ਜਿਹੜਾ ਹੈਗਾ ਇਨਕਮ ਕ੍ਰੀਏਟ ਕਰਕੇ ਦਿੱਤੀ ਗਈ ਹੈ, ਉਹ ਸਾਰੀ ਡਿਟੇਲ ਪੂਰੀ ਜੋ ਵੀ ਤੁਸੀਂ ਕੰਮ ਕੀਤੇ ਹੁੰਦੇ ਆ ਉਹ ਮੰਥਲੀ ਜਿਹੜੀ ਰਿਪੋਰਟ ਬਣਾ ਕੇ ਤੁਸੀਂ ਰਜਿਸਟਰਾਰ ਦੀ ਮੀਟਿੰਗ ਦੇ ਵਿੱਚ ਰਜਿਸਟਰਾਰ ਨੂੰ ਸਬਮਿਟ ਕਰਨੀ ਹੁੰਦੀ ਹੈ। ਤੁਸੀਂ ਰਜਿਸਟਰਾਰ ਨੂੰ ਸਬਮਿਟ ਕਰਨ ਤੋਂ ਬਾਅਦ ਫਿਰ ਜਿਹੜੀ ਤੁਹਾਡੀ ਹੈਗੀ ਉਹ ਮੰਥਲੀ ਮੀਟਿੰਗ ਦੇ ਵਿੱਚ ਵੀ ਡਿਸਕਸ ਕੀਤੀ ਜਾਂਦੀ ਹੈ। Every sub registrar shall submit to the registrar of his district the following monthly returns, which should reach the registrar office not later than second day of the month। ਜਿਹੜਾ ਮਹੀਨਾ ਹੈਗਾ, ਜਿਵੇਂ ਅਪ੍ਰੈਲ ਦਾ ਮਹੀਨਾ ਹੈਗਾ, 2 ਮਈ ਤੱਕ ਜਿਹਦੀ ਰਿਪੋਰਟ ਹੈਗੀ ਚਲੀ ਜਾਣੀ ਚਾਹੀਦੀ ਹੈ। ਰਿਟਰਨ ਨੰਬਰ 1 ਐਂਡ ਐਬਸਟ੍ਰੈਕਟ ਸਟੇਟਮੈਂਟ। ਹੁਣ ਰਿਟਰਨਾਂ ਕਿਹੜੀਆਂ ਜਾਂਦੀਆਂ ਨੇ, 3 ਤਰ੍ਹਾਂ ਦੇ ਜਿਹੜਾ ਰਿਟਰਨਾਂ ਹੈਗੀਆਂ ਨੇ ਉਹ ਰਜਿਸਟਰਾਰ ਨੂੰ ਜਾਂਦੀਆਂ ਨੇ। ਪਹਿਲੀ ਰਿਟਰਨ 'ਚ ਕੀ ਲਿਖਿਆ ਹੈਗਾ, ਐਂਡ ਐਬਸਟ੍ਰੈਕਟ ਮਤਲਬ ਪੂਰੀ ਸਟੇਟਮੈਂਟ ਡਿਟੇਲ
ਸ਼ੋਇੰਗ ਦ ਟ੍ਰਾਂਜੈਕਸ਼ਨਸ ਆਫ ਦ ਮੰਥ, ਇਸ ਮਹੀਨੇ ਦੇ ਵਿੱਚ ਕਿਹੜੀਆਂ ਟ੍ਰਾਂਜੈਕਸ਼ਨ ਹੋਈਆਂ। ਠੀਕ ਹੈ। ਰਿਟਰਨ ਨੰਬਰ 2 ਚ ਕੀ ਦਰਜ ਕੀਤਾ ਜਾਂਦਾ ਹੈ? ਸਟੇਟਮੈਂਟ ਸ਼ੋਇੰਗ ਦ ਇਨਕਮ ਐਂਡ ਐਕਸਪੈਂਡੀਚਰ ਆਫ ਦ ਮੰਥ, ਪੂਰੇ ਮਹੀਨੇ ਦੇ ਵਿੱਚ ਤੁਸੀਂ ਕਿੰਨੀ ਇਨਕਮ ਕ੍ਰੀਏਟ ਕੀਤੀ ਹੈ ਤੇ ਕਿੰਨੇ ਤੁਹਾਡੇ ਖਰਚੇ ਹੋਏ ਨੇ ਤੇ ਟੋਟਲ ਇਨਕਮ ਕਿੰਨੀ ਬਣਦੀ ਹੈ ਮਹੀਨੇ ਦੇ ਵਿੱਚ। ਤੀਜਾ ਕੀ ਹੈਗਾ ਰਿਟਰਨ? ਡਿਟੇਲਡ ਡੇਲੀ ਰਿਕਾਰਡ ਆਫ ਟ੍ਰਾਂਜੈਕਸ਼ਨਸ, ਡਿਟੇਲਡ ਡੇਲੀ ਰਿਕਾਰਡ ਆਫ ਟ੍ਰਾਂਜੈਕਸ਼ਨਸ, ਟ੍ਰਾਂਜੈਕਸ਼ਨ ਜਿਹੜੀਆਂ ਹੋਈਆਂ ਨੇ ਉਹਦਾ ਸਾਰਾ ਜਿਹੜਾ ਰਿਕਾਰਡ ਹੈਗਾ ਇਹ ਤੁਸੀਂ ਸਾਰਾ ਮਤਲਬ ਕਿ ਰਜਿਸਟਰਾਰ ਨੂੰ ਕਾਪੀ ਭੇਜਣੀ ਹੁੰਦੀ ਹੈ। ਚਲੋਗੇ हाँ, पैरा 170 ਚ ਕੀ ਕਿਹਾ ਗਿਆ? when a copy or memorandum is filed, when a copy of memorandum received from the another office, ਕਿਸੇ ਹੋਰ ਆਫਿਸ ਦੀ ਗੱਲ ਕੀਤੀ ਹੈ, ਜਦੋਂ ਸਾਡੇ ਕੋਲ ਪਰਚਾ ਜ਼ਿਆਦਾ ਕਿਸੇ ਹੋਰ ਤਹਿਸੀਲ ਚੋਂ ਰਜਿਸਟਰ ਹੋ ਕੇ ਆਉਂਦਾ ਹੈ, ਰਜਿਸਟਰੀ ਕਿਸੇ ਹੋਰ ਤਹਿਸੀਲ 'ਚ ਹੋਈ ਹੋਵੇ, ਠੀਕ ਹੈ, ਉਹ ਸਾਡੇ ਕੋਲ ਆਉਂਦਾ ਹੈ। ਕਿਹੜੇ ਪੈਰਿਆਂ ਦੇ ਤਹਿਤ ਆਉਂਦਾ ਹੈ? 64, 67, 89 ਤਿੰਨ ਤਰ੍ਹਾਂ ਦੇ ਇਹ ਪੈਰੇ, ਕਿਤੇ ਸਬ ਰਜਿਸਟਰਾਰ ਵੱਲੋਂ ਆਉਂਦਾ ਹੈ, ਕਿਤੇ ਰਜਿਸਟਰਾਰ ਵੱਲੋਂ ਆਉਂਦਾ ਹੈ। ਆਫ ਦਾ ਐਕਟ ਇਜ਼ ਫਾਈਲਡ ਸਪਲੀਮੈਂਟਰੀ ਬੁੱਕ ਨੰਬਰ 1, ਆਪਾਂ ਪਹਿਲਾਂ ਹੀ ਗੱਲ ਕਰੀ ਸੀਗੀ ਵੀ ਸਪਲੀਮੈਂਟਰੀ ਜਿਹੜੀ ਬੁੱਕ ਲੱਗੀ ਹੁੰਦੀ ਹੈ ਉਹਦੀ ਬੁੱਕ ਨੰਬਰ 1 ਦੀ ਸਪਲੀਮੈਂਟਰੀ ਬੁੱਕ ਦੇ ਵਿੱਚ ਇਹ ਜਿਹੜਾ ਪਰਚਾ ਯਾਦਾਸ਼ਤ ਹੈ ਉੱਥੇ ਦਰਜ ਹੋ ਜਾਂਦਾ ਹੈ। ਫੋਲੋਇੰਗ ਪਾਰਟੀਕਲਸ ਵਿਲ ਬੀ ਇੰਟਰਡ ਇਨ ਰਿਟਰਨ ਨੰਬਰ 3, ਰਿਟਰਨ ਨੰਬਰ 3 ਦੇ ਵਿੱਚ ਵੀ ਜਿਹੜਾ ਰਿਪੋਰਟ ਹੈਗਾ ਅਸੀਂ ਰਜਿਸਟਰਾਰ ਨੂੰ ਭੇਜਦੇ ਹਾਂ। ਉਹਦੇ ਕਾਲਮ ਕਿਹੜੇ ਹੁੰਦੇ ਨੇ? ਆਹ 3, 4, 7, 8 ਕਾਲਮ ਬਣਾਏ ਗਏ ਹੈਗੇ ਆ। ਨੰਬਰ ਆਫ ਦਾ ਬੁੱਕ, ਡੇਟ ਆਫ ਦਾ ਐਗਜੀਕਿਊਸ਼ਨ, ਡੇਟ ਆਫ ਦਾ ਰਸੀਦ, ਡੇਟ ਆਫ ਦਾ ਫਿਲਿੰਗ, ਸਪਲੀਮੈਂਟਰੀ ਬੁੱਕ, ਸੀਰੀਅਲ ਨੰਬਰ, ਨੇਚਰ, ਡਾਕੂਮੈਂਟ, ਅਮਾਊਂਟ ਹੈ। ਜ਼ਿਆਦਾ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਇਹਦੇ ਤੇ। ਮਤਲਬ ਕਿ ਇਹ ਜਿਹੜਾ ਪਰਚਾ ਯਾਦਾਸ਼ਤ ਦੀ ਗੱਲ ਕੀਤੀ ਹੈ, ਜਦੋਂ ਸਾਡੇ ਕੋਲੇ ਬਾਹਰਲੀ ਤਹਿਸੀਲ ਦੇ ਵਿੱਚ ਆਉਂਦਾ ਅਸੀਂ ਇੱਥੇ ਦਰਜ ਕਰਕੇ ਉਹਦੀ ਰਿਟਰਨ ਦੀ ਜਿਹੜੀ ਹੈਗੀ ਆ ਉਹਦੇ 'ਚ ਡਿਟੇਲ ਦਿੰਦੇ ਹੈਗੇ ਆ। ਫਿਰ ਪੈਰਾ 171 ਚ ਕੀ ਕਿਹਾ ਗਿਆ? ਜਦੋਂ ਕੋਈ ਰਜਿਸਟਰੀ ਰਿਫਿਊਜ਼ ਕੀਤੀ ਜਾਂਦੀ ਹੈ, ਰਿਫਿਊਜ਼ਲ ਦੀ ਰਜਿਸਟਰੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ। ਬੁੱਕ ਨੰਬਰ 2 ਚ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ। ਬੁੱਕ ਨੰਬਰ 2 ਦੇ ਵਿੱਚ ਜਿਹੜੀ ਹੈਗੀ ਹੈ ਉਹਦਾ ਰੀਜ਼ਨ ਦਿੱਤਾ ਜਾਂਦਾ ਹੈ ਵੀ ਕਿਹੜੀ ਰਜਿਸਟਰੀ ਕਿਉਂ ਜਿਹੜੀ ਹੈਗੀ ਆ ਰਿਫਿਊਜ਼ ਕੀਤੀ ਜਾ ਰਹੀ ਹੈ। ਇਹ ਜਿਹੜੀ ਬੁੱਕ ਨੰਬਰ 2 ਦੇ ਵਿੱਚ ਜਿੰਨੀਆਂ ਵੀ ਰਜਿਸਟਰੀਆਂ ਅਸੀਂ ਦਰਜ ਕਰਦੇ ਹਾਂ, ਰਿਫਿਊਜ਼ ਕਰਦੇ ਹਾਂ, ਉਹ ਰਿਟਰਨ ਨੰਬਰ 3 ਦੇ ਵਿੱਚ ਜਿਹੜਾ ਵੇਰਵਾ ਹੈਗਾ, ਰਿਟਰਨ ਨੰਬਰ ਜਿਹੜੀ 3 ਆਪਾਂ ਉੱਪਰ 3 ਰਿਟਰਨ ਦੀ ਗੱਲ ਕਰ ਚੁੱਕੇ ਸੀਗੇ, ਰਿਟਰਨ ਨੰਬਰ 3 ਦੇ ਵਿੱਚ ਉਹਦਾ ਵੇਰਵਾ ਜਿਹੜਾ ਜਾਂਦਾ ਹੈਗਾ। ਉਹਦੇ ਕਾਲਮ ਕਿਹੜੇ ਬਣੇ ਹੁੰਦੇ ਨੇ? ਜਿਹੜਾ ਪਰਫਾਰਮਾ ਬਣਿਆ ਹੁੰਦਾ ਹੈ, ਨੰਬਰ ਆਫ ਦਾ ਬੁੱਕ ਨੰਬਰ 2 ਹੋਗੀ, ਠੀਕ ਹੈ। ਡੇਟ ਆਫ ਦਾ ਐਗਜੀਕਿਊਸ਼ਨ, ਜਿੱਦਣ ਸਾਡੇ ਪ੍ਰੈਜ਼ੈਂਟ ਹੋਈ, ਜਿੱਦਣ ਅਸੀਂ ਉਹਦਾ ਆਰਡਰ ਪਾਇਆ, ਪਾਰਟੀ ਨੇ ਕਿੱਦਣ ਜਿਹੜਾ ਡਾਕੂਮੈਂਟ ਸੀ ਐਗਜੀਕਿਊਟ ਕੀਤਾ, ਦਸਤਖਤ ਹੋਏ ਰਜਿਸਟਰੀ ਦੇ ਉੱਪਰ ਪਾਰਟੀਆਂ ਦੇ, ਉਹ ਹੁੰਦੀ ਹੈ ਡੇਟ ਆਫ ਐਗਜੀਕਿਊਸ਼ਨ, ਜਿੱਦਣ ਪਾਰਟੀਆਂ ਦੇ ਸਾਈਨ ਹੋ ਜਾਂਦੇ ਨੇ ਅਰਜੀ ਦੇ ਰਜਿਸਟਰੀ ਦੇ ਉੱਪਰ। ਫਿਰ ਡੇਟ ਆਫ ਪ੍ਰੈਜੈਂਟੇਸ਼ਨ, ਤੁਹਾਡੇ ਕਿੱਦਣ ਪੇਸ਼ ਹੋਈ ਡਾਕੂਮੈਂਟ, ਕਿੱਦਣ ਤੁਸੀਂ ਰਿਫਿਊਜ਼ ਕੀਤਾ ਉਸ ਨੂੰ। ਡੇਟ ਆਫ ਰਿਟਰਨ ਆਫ ਦਾ ਡਾਕੂਮੈਂਟ, ਵਾਪਸ ਕਰ ਦਿੱਤੀ। ਸੀਰੀਅਲ ਨੰਬਰ ਪਾਇਆ, ਤੁਹਾਡੀ ਬੁੱਕ ਦਾ ਨੇਚਰ ਆਫ ਦਾ ਡਾਕੂਮੈਂਟ, ਵੈਦ ਦਾ ਸੀ, ਗਹਿਣਾ ਦਾ ਸੀ, ਕਾਹਦਾ ਸੀ, ਅਮਾਊਂਟ ਆਫ ਦਾ ਕੰਸੀਡਰੇਸ਼ਨ ਕਿੰਨੀ ਅਮਾਊਂਟ ਦਾ ਸੀਗਾ। ਇਹ ਸਾਰਾ ਵੇਰਵਾ ਜਿਹੜਾ ਹੈਗਾ, ਰੀਜ਼ਨਸ ਕਿਉਂ ਤੁਸੀਂ ਰਿਫਿਊਜ਼ ਕੀਤਾ, ਇਹ ਸਾਰਾ ਵੇਰਵਾ ਸ਼ਾਰਟ ਦੇ ਵਿੱਚ ਜਿਹੜਾ ਹੈਗਾ ਰਿਟਰਨ ਨੰਬਰ 3 ਦੇ ਵਿੱਚ ਭਰ ਕੇ ਤੁਸੀਂ ਰਜਿਸਟਰਾਰ ਨੂੰ ਭੇਜਦੇ ਹੋ। ਵੈਨ ਪਾਵਰ ਅਟਾਰਨੀ ਇਜ਼ ਅਥੈਂਟੀਕੇਟਡ, ਇਹ ਉਹ ਹੈ ਜਦੋਂ ਤੁਹਾਡੇ ਕੋਲੇ ਪਾਵਰ ਅਟਾਰਨੀਆਂ ਆਉਂਦੀਆਂ ਨੇ ਕਿਸੇ ਹੋਰ ਤਹਿਸੀਲ ਤੋਂ, ਤੁਸੀਂ ਤੁਹਾਡੇ ਕੋਲੇ ਵੈਰੀਫਿਕੇਸ਼ਨ ਦੇ ਲਈ ਆਉਂਦੀਆਂ ਨੇ, ਠੀਕ ਹੈ, ਕਿੱਥੋਂ ਕਿੰਨੀਆਂ ਆਈਆਂ, ਆਹ ਜਿਹੜੇ ਕਾਲਮ ਹੈਗੇ ਆ ਇਹ ਵੀ ਭਰ ਕੇ ਤੁਸੀਂ ਜਿਹੜਾ ਹੈਗਾ ਜਦੋਂ ਕਿਸੇ ਤਹਿਸੀਲ ਦੇ ਵਿੱਚ ਕੋਈ ਪਾਵਰ ਅਟਾਰਨੀ ਦੇ ਬੇਸਿਸ ਤੇ ਕੋਈ ਰਜਿਸਟਰੀ ਕਰਾਉਣਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਉਹ ਪਾਵਰ ਅਟਾਰਨੀ ਆ ਉਹਦੀ ਜਿਹੜੀ ਵੈਰੀਫਿਕੇਸ਼ਨ ਕਰਾਈ ਜਾਂਦੀ ਹੈ, ਅਥੈਂਟੀਕੇਸ਼ਨ ਦੀ ਜਾਂਦੀ ਹੈ, ਠੀਕ ਹੈ। ਉਹ ਕਿਹੜੀਆਂ ਰਜਿਸਟਰੀਆਂ ਦੇ ਸੰਬੰਧ ਵਿੱਚ, ਅਟਾਰਨੀ ਦੇ ਸੰਬੰਧ ਤੁਸੀਂ ਅਥੈਂਟੀਕੇਸ਼ਨ ਦਿੱਤੀ ਹੈ, ਉਹਦਾ ਵੇਰਵਾ ਵੀ ਤੁਸੀਂ ਰਿਟਰਨ 'ਚ ਭਰ ਕੇ ਭੇਜਦੇ ਹੋ। ਉਹਦੇ ਆ ਕਾਲਮ ਦੱਸੇ ਗਏ ਨੇ, 7-8 ਕਾਲਮ ਹੈਗੇ। ਨੰਬਰ ਆਫ ਦਾ ਬੁੱਕ 6 ਨੰਬਰ 'ਚ ਹੈਗੀ ਹੈ ਜਿਹੜੀ ਅਟਾਰਨੀ ਹੁੰਦੀ ਹੈ। ਡੇਟ ਆਫ ਦਾ ਅਥੈਂਟੀਕੇਟਿੰਗ, ਡੇਟ ਆਫ ਰਿਟਰਨ। ਚਲੋ ਜੀ ਅੱਗੇ ਚਲੋ। ਪੈਰਾ 173 ਚ ਕੀ ਹੈ? ਇਨ ਕੇਸਸ ਆਫ ਸਰਚਸ ਐਂਡ ਗ੍ਰਾਂਟ ਆਫ ਕਾਪੀਜ਼, ਇਹ ਕੁਛ ਨਹੀਂ ਹੈਗਾ ਖਾਸ, ਕਿਹੜੇ ਬੰਦੇ ਨੇ ਆ ਕੇ ਕਿਹੜੀ ਸਰਚ ਕਰਨੀ ਚਾਹੀਦੀ ਸੀਗੀ, ਕਿਹੜੀ ਸਰਚ ਕੀਤਾ, ਕਿਹੜੀਆਂ ਨਕਲਾਂ ਦਿੱਤੀਆਂ ਨੇ, ਠੀਕ ਹੈ, ਉਹਦਾ ਵੀ ਵੇਰਵਾ ਤੁਸੀਂ ਰਿਟਰਨ ਭੇਜਦੇ ਹੋ। ਨੈਕਸਟ ਹੈ ਪੈਰਾ 174 ਅਬਸਟ੍ਰੈਕਟ ਆਫ ਰਿਟਰਨ ਨੰਬਰ 3, ਜਿਹੜਾ ਇਹ ਪਰਫਾਰਮਾ ਦਿੱਤਾ ਗਿਆ। ਪਰਫਾਰਮਾ ਗੱਲ ਕੀਤੀ ਗਈ, ਪਰਫਾਰਮਾ ਕਿੱਥੇ ਹੈਗਾ? ਅਪੈਂਡਿਕਸ 2 ਲੱਗੀ ਵੀ ਹੈ ਇਹਦੇ ਪਿਛਲੇ ਪਾਸੇ, ਜਿਹੜਾ ਤੁਸੀਂ ਇਹ ਪੜ੍ਹੋਗੇ, ਜਿਹੜੇ ਤੁਹਾਡੇ ਇਹ ਬੁੱਕ ਹੈਗੀ ਹੈ, ਇਹ ਬੁੱਕ ਦੇ ਪਿਛਲੇ ਪਾਸੇ ਫਾਰਮ D ਹੈ, ਅਪੈਂਡਿਕਸ 2, ਉਹਦੇ 'ਚ ਜਿਹੜਾ ਪਰਫਾਰਮਾ ਬਣਿਆ ਹੋਇਆ ਹੈਗਾ
ਉਸ ਪਰਫਾਰਮੇ ਨੂੰ ਤੁਸੀਂ ਜਿਹੜਾ ਹੈਗਾ ਇਹ ਅਬਸਟ੍ਰੈਕਟ ਦੀ ਗੱਲ ਕੀਤੀ ਗਈ ਵੀ ਪਰਫਾਰਮਾ ਕਿਹੋ ਜਿਹਾ ਹੁੰਦਾ ਹੈ, ਉਹ ਤੁਸੀਂ ਬੁੱਕ ਡੀ ਫਾਰਮੂਲਾ ਨੰਬਰ ਡੀ ਜਿਹੜਾ ਹੈਗਾ ਅਪੈਂਡਿਕਸ 2 ਦੇ ਵਿੱਚ ਲੱਗਿਆ ਹੋਇਆ ਹੈ, ਉਹ ਭਰ ਕੇ ਭੇਜਣਾ ਹੁੰਦਾ ਹੈ। नेक्स्ट पैरा 175 है मंथली रिटर्न्स टू बी प्रिपेयर्ड अकॉर्डिंग टू द मंथ ऑफ द अकाउंट। The monthly returns described above will be prepared not according to the calendar month but according to the month of the account। ਜਿਹੜਾ ਕੰਮ ਤੁਸੀਂ ਕੀਤਾ ਹੈ ਕਿਹੜੇ ਪੀਰੀਅਡ ਤੋਂ ਲੈ ਕੇ ਕਿੰਨੀ ਡੇਟ ਤੋਂ ਲੈ ਕੇ ਤੁਸੀਂ ਕਿੰਨੀ ਡੇਟ ਤੱਕ ਕੰਮ ਕੀਤਾ ਹੈਗਾ, ठीक है, ਉਹਦੀ ਰਿਟਰਨ ਜਾਏਗੀ। ਦਸ ਦਾ ਅਕਾਊਂਟ ਫॉर ਜਨਵਰੀ ਮਸਟ ਬੀ ਕਲੋਜ਼ਡ ਔਨ 27 ਆਫ ਦੈਟ ਮੰਥ, ਕਿ ਜਿਹੜਾ ਜਨਵਰੀ ਦਾ ਅਕਾਊਂਟ ਹੈਗਾ ਉਹ 27 ਜਨਵਰੀ ਨੂੰ ਖਤਮ ਹੋ ਜਾਂਦਾ ਹੈ, ਫਰਵਰੀ ਦਾ 25 ਫਰਵਰੀ ਨੂੰ ਖਤਮ ਹੋ ਜਾਂਦਾ ਹੈ, ਮਾਰਚ ਦਾ 31 ਨੂੰ ਖਤਮ ਹੋ ਜਾਂਦਾ ਹੈ। ਆਪਣੇ ਕੁਝ ਦਿਨ ਦੱਸੇ ਗਏ ਨੇ, ਜੋ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ। ਇਹ ਫਿਰ ਅਸੀਂ ਕਿ ਲਾਸਟ ਦਿਨ ਜਾ ਕੇ ਅਸੀਂ ਰਜਿਸਟਰਾਂ ਕਈ ਵਾਰੀ ਨਹੀਂ ਕਰਦੇ ਹੈਗੇ, ਠੀਕ ਹੈ ਜੀ। ਨੈਕਸਟ ਲੋਗੇ securing of sub registrars returns in the registrar's office। ਜਿਹੜੀਆਂ ਸਕਰੂਟਿੰਗ ਦੱਸੀ ਹੈ, ਸਕਰੂਟਨੀ ਜਿਹੜੀਆਂ ਸਬ ਰਜਿਸਟਰਾਰ ਵੱਲੋਂ ਰਿਟਰਨਾਂ ਭੇਜੀਆਂ ਜਾਂਦੀਆਂ ਨੇ ਰਜਿਸਟਰਾਰ ਦੇ ਆਫਿਸ ਦੇ ਵਿੱਚ, ਉਹਦੀ ਰਜਿਸਟਰਾਰ ਆਫਿਸ ਹੈ ਉਹਦੀ ਸਕਰੂਟਨੀ ਕਰਦਾ ਹੈਗਾ। ਸਕਰੂਟਨੀ ਮੀਨਸ ਉਹਨੂੰ ਚੈੱਕ ਕਰਦਾ ਫਿਰ ਚੈੱਕ ਮਤਲਬ ਕਿ ਇਹ ਕਹਿ ਲਈਏ ਅਸੀਂ ਵੀ ਮੰਥਲੀ ਮੀਟਿੰਗ ਦੇ ਵਿੱਚ ਸਾਰੀਆਂ ਡਿਸਕਸ ਹੋ ਜਾਂਦੀਆਂ ਨੇ। ਜੇ ਕੋਈ ਉਹਦੀ ਪ੍ਰੋਬਲਮ ਹੈਗੀ ਤਾਂ ਜਿਹੜਾ HRC ਹੁੰਦਾ ਹੈ, ਹੈਡ ਰਜਿਸਟ੍ਰੇਸ਼ਨ ਕਲਰਕ ਹੁੰਦਾ ਹੈ, ਉਹਦੇ ਪੁਆਇੰਟ ਆਊਟ ਕਰਦਾ ਹੈ, ਮੀਟਿੰਗ ਦੇ ਵਿੱਚ ਦੱਸਦਾ ਹੈਗਾ ਵੀ ਆਹ ਤੁਹਾਡੀ ਰਿਟਰਨ ਸਹੀ ਹੈ ਗਲਤ ਹੈਗੀ ਹੈ, ਜੋ ਵੀ ਹੈਗਾ ਉਹਦੀ ਸਕਰੂਟਨੀ ਕੀਤੀ ਜਾਂਦੀ ਹੈ ਰਜਿਸਟਰ ਆਫਿਸ ਦੇ ਵੱਲੋਂ। सर 176 की ਕੁਛ ਰੈਲੀਵੈਂਟ ਹੈ ਨਹੀਂ ਹੈਗੇ, ਐਵੇਂ ਟਾਈਮਿੰਗ ਵੇਸਟਿੰਗ ਆਫ ਟਾਈਮ ਹੈਗੀ ਹੈ। 76 ਕੀ ਹੈਗਾ ਸਬ ਰਜਿਸਟਰਾਰਸ ਕਮਿਸ਼ਨ ਬਿਲਸ, ਉਹ ਬਿੱਲ ਹੁੰਦਾ ਕਮਿਸ਼ਨ, ਕਈ ਵਾਰੀ ਕਮਿਸ਼ਨ ਭਰਿਆ ਜਾਂਦਾ ਹੈਗਾ ਕਿਤੇ ਬਾਹਰ ਜਾ ਕੇ ਅਸੀਂ ਰਜਿਸਟਰੀਆਂ ਕਰਦੇ ਹਾਂ, ਉਹਨਾਂ ਦਾ ਸਟੇਟਮੈਂਟ ਹੈਗਾ, ਕੋਈ ਨਾਟ ਰੈਲੀਵੈਂਟ, ਕਦੀ ਪੇਪਰ 'ਚ ਨਹੀਂ ਆਉਂਦੇ ਇਹ ਜਿਹੜੇ ਕੁਐਸਚਨ ਹੈਗੇ ਆ। ਡਿਸਟ੍ਰਿਕਟ ਕਮਿਸ਼ਨ ਬਿੱਲ ਡਿਸਟ੍ਰਿਕਟ ਦੇ ਮੰਥਲੀ ਰਿਟਰਨਸ ਆਫ ਦਾ ਰਜਿਸਟਰਾਰਸ 180 'ਚ ਕਿਹਾ ਗਿਆ, ਇੱਕ ਮਿੰਟ, monthly returns of the registrar, every registrar should submit in English to the office of the IG monthly statement receipts। ਇਹ ਰਜਿਸਟਰਾਰ ਦੀ ਸਟੇਟਮੈਂਟ ਹੈਗੀ, ਜਿਹੜੀ ਰਜਿਸਟਰਾਰ ਨੇ ਕੋਈ ਕੰਮ ਕੀਤਾ ਹੈ ਹੁੰਦਾ ਉਹ ਵੀ ਆਪਦੀ ਮੰਥਲੀ ਰਿਟਰਨ ਦਿੰਦਾ ਹੈਗਾ, ਉਹ IG ਨੂੰ ਭੇਜਦੇ ਹੈਗੇ ਆ। ਅੱਗੇ ਚਲੋ, district returns to record with each other and with treasury accounts and causes of fluctuation business to be noted। ਇਹ ਪਹਿਲਾਂ 182 'ਚ ਕੀ ਕਿਹਾ ਗਿਆ ਵੀ ਜਿੰਨੀਆਂ ਵੀ ਰਿਟਰਨਾਂ ਤੁਸੀਂ ਭਰਦੇ ਹੋ, ਜਿਹੜੇ ਵੀ ਤੁਹਾਡੇ ਕੋਲ ਫੰਡਸ ਰਿਸੀਟ ਹੋਏ ਹੈ, ਤੁਸੀਂ ਸਾਰੇ ਦੇ ਸਾਰੇ ਜਿਹੜੇ ਫੰਡਸ ਹੈਗੇ ਆ ਉਹਨਾਂ ਨੂੰ ਤੁਸੀਂ ਕੰਪਾਈਲ ਕਰਦੇ ਹੋ ਖਜ਼ਾਨਾ ਦਫ਼ਤਰ ਦੇ ਨਾਲ, ਟ੍ਰੇਜ਼ਰੀ ਅਕਾਊਂਟ ਦੇ ਨਾਲ। ਰਜਿਸਟਰੀ ਆਫਿਸ ਦਾ ਜਿਹੜਾ ਅਕਾਊਂਟ ਹੈਗਾ ਇਨਕਮ ਦਾ, ਉਹ ਸਾਰਾ ਜਿਹੜਾ ਖਜ਼ਾਨਾ ਆਫਿਸ ਦੇ ਨਾਲ ਵੀ ਵਾਕਈ ਇਸ ਸਾਈਡ 'ਚ ਪੈਸੇ ਜਮ੍ਹਾਂ ਹੋਏ ਜਾਂ ਨਹੀਂ ਹੋਏ, ਠੀਕ ਹੈ। 0029 'ਚ ਪੈਸੇ ਜਮ੍ਹਾਂ ਹੁੰਦੇ ਆ, 07 'ਚ ਪੈਸੇ ਜਮ੍ਹਾਂ ਹੁੰਦੇ ਆ, ਤੇ ਕੀ ਉਹ ਜਿਹੜਾ ਮੰਥਲੀ ਅਕਾਊਂਟ ਹੈਗਾ ਉਹ ਸਾਰਾ ਖਜ਼ਾਨਾ ਦਫ਼ਤਰ ਦੇ ਨਾਲ ਤੁਹਾਡਾ ਮੇਲ ਖਾਨਾ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਤੁਹਾਡੀ ਰਿਟਰਨ ਤਾਂ ਕਹਿੰਦੀ ਹੈ ਮੇਰੇ ਕੋਲ 50 ਲੱਖ ਰੁਪਏ ਜਮ੍ਹਾਂ ਹੋ ਗਿਆ, ਪਰ ਖਜ਼ਾਨਾ ਦਫ਼ਤਰ ਦੀ ਜਿਹੜੀ ਉਸ ਹੈਡ ਦੀ ਜਿਹੜੀ ਰਿਟਰਨ ਹੈ ਉਹ ਦੱਸਦੀ ਵੀ ਤੁਹਾਡੇ ਕੋਲ ਤਾਂ 40 ਲੱਖ ਰੁਪਏ ਜਮ੍ਹਾਂ ਹੋਇਆ, ਤਾਂ ਫਿਰ 10 ਲੱਖ ਕਿਹੜੇ ਖਾਤੇ 'ਚ ਚਲਾ ਗਿਆ ਜਾਂ ਕਿਸੇ ਹੋਰ ਅਕਾਊਂਟ ਚਲਾ ਗਿਆ। ਇਸ ਕਰਕੇ ਇਹ ਕਿਹਾ ਗਿਆ ਵੀ ਕੰਪਾਈਲੇਸ਼ਨ ਜਿਹੜੀ ਹੈਗੀ ਹੈ ਉਹ ਪ੍ਰੋਪਰ ਖਜ਼ਾਨਾ ਦਫ਼ਤਰ ਦੇ ਨਾਲ ਹੋਣੀ ਚਾਹੀਦੀ ਹੈਗੀ ਹੈ। ਚਲੋਗੇ ਐਨੂਅਲ ਸਟੈਟਿਸਟੀਕਲ ਸਟੇਟਮੈਂਟਸ, ਨੋ ਨੀਡ। ਚਲੋਗੇ लैंग्वेज, चैप्टर नंबर 7 ਤੇ ਆ ਜਾਓ ਜੀ। ਮਿਸਲੇਨੀਅਸ ਕੀ ਹੈਗਾ, ਪਹਿਲਾਂ ਲੈਂਗੁਏਜ ਦੀ ਗੱਲ ਕੀਤੀ ਗਈ ਹੈ। ਲੈਂਗੁਏਜ ਕੀ ਹੈ, ਹਰ ਸਟੇਟ ਦੀ ਜਿਹੜੀ ਲੈਂਗੁਏਜ ਆ ਉਹ ਹੋਣੀ ਚਾਹੀਦੀ ਹੈ, ਪਰ ਪੰਜਾਬ ਦੇ ਜਿਵੇਂ ਪੰਜਾਬੀ ਯੂਜ਼ ਕਰਦੇ ਹਾਂ, ਜੇ ਕੋਈ ਡਾਕੂਮੈਂਟ ਸਾਡੇ ਕੋਲ ਇੰਗਲਿਸ਼ ਦੇ ਵਿੱਚ ਆਉਂਦਾ ਹੈ ਤਾਂ ਅਸੀਂ ਡਿਨਾਈ ਨਹੀਂ ਕਰ ਸਕਦੇ, ਠੀਕ ਹੈ। ਪਰ ਇਹ ਪੁਰਾਣੇ ਜ਼ਮਾਨੇ ਦੀ ਗੱਲ ਕੀਤੀ ਗਈ ਹੈ। ਫਿਰ ਜੇਕਰ ਕਿਸੇ ਰਜਿਸਟਰਿੰਗ ਆਫੀਸਰ ਹੈਗਾ ਉਹਨੂੰ ਉਹ ਲੈਂਗੁਏਜ ਨਾ ਆਉਂਦੀ ਹੋਵੇ ਜਿਸ ਲੈਂਗੁਏਜ ਡਾਕੂਮੈਂਟ ਪੇਸ਼ ਕੀਤਾ ਕਿਸੇ ਪਾਰਟੀ ਨੇ, ਠੀਕ ਹੈ, ਤਾਂ ਉਹਦੀ ਜਿਹੜੀ ਲੋਕਲ ਲੈਂਗੁਏਜ ਹੈ, ਲੋਕਲ ਲੈਂਗੁਏਜ ਦੇ ਵਿੱਚ ਜਿਹੜੀ ਹੈਗੀ ਆ ਉਹਦੀ ਟ੍ਰਾਂਸਲੇਸ਼ਨ ਦੀ ਕਾਪੀ ਇੱਕ ਨਾਲ ਲਗਾਈ ਜਾਂਦੀ ਹੈ। ਸਿੰਪਲ ਜਿਹੀ ਇੰਨੀ ਗੱਲ ਹੈਗੀ ਹੈ ਜਿਹੜੀ ਅੱਜ ਵੀ ਪ੍ਰੈਕਟੀਕਲ ਦੇ ਵਿੱਚ ਹੈਗੀ ਹੈ। ਜੇ ਕੋਈ ਤੁਹਾਡੇ ਕੋਲੇ ਇੰਗਲਿਸ਼ ਲਿਖਿਆ ਡਾਕੂਮੈਂਟ ਆਉਂਦਾ ਤੁਸੀਂ ਕਹੋ ਵੀ ਨਹੀਂ ਜੀ ਪੰਜਾਬੀ 'ਚ ਲਿਖ ਕੇ ਲਿਆਓ, ਇਹ ਕੋਈ ਜ਼ਰੂਰੀ ਨਹੀਂ ਹੈਗਾ, ਕੋਈ ਜ਼ਰੂਰੀ ਨਹੀਂ ਪੰਜਾਬੀ 'ਚ ਲਿਖ ਕੇ ਲਿਆਉਣਾ। ਜੇ ਤੁਸੀਂ
ਵੈਲ ਨੋਨ ਇੰਗਲਿਸ਼ ਤੇ ਤੁਸੀਂ ਜਾਣਦੇ ਹੋ ਅੱਜ ਦੇ ਜ਼ਮਾਨੇ 'ਚ ਕੋਈ ਆਫੀਸਰ ਸਬ ਰਜਿਸਟਰਾਰ ਨਹੀਂ ਕਹਿ ਸਕਦਾ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਹੈਗੀ, ਇਸ ਕਰਕੇ ਜੇ ਕੋਈ ਅੰਗਰੇਜ਼ੀ ਦਾ ਡਾਕੂਮੈਂਟ ਆਉਂਦਾ ਹੈ ਤਾਂ ਅਸੀਂ ਡਿਨਾਈ ਨਹੀਂ ਕਰਨਾ, ਅਸੀਂ ਉਸਨੂੰ ਰਜਿਸਟਰ ਕਰ ਦੇਣਾ ਹੈ। ਨੈਕਸਟ ਟ੍ਰਾਂਸਲੇਸ਼ਨ ਦੀ ਗੱਲ ਕੀਤੀ ਗਈ ਹੈ, ਉਹੀ ਮੈਂ ਗੱਲ ਕੀਤੀ ਹੈ ਵੀ ਜੇ ਕੋਈ ਪ੍ਰੋਪਰ ਲੈਂਗੁਏਜ ਕਿਸੇ ਰਜਿਸਟਰਿੰਗ ਆਫੀਸਰ ਨੂੰ ਨਹੀਂ ਆਉਂਦੀ ਤਾਂ ਉਹਦੀ ਟ੍ਰਾਂਸਲੇਸ਼ਨ ਦੀ ਜਿਹੜੀ ਕਾਪੀ ਹੈਗੀ ਆ ਉਹ ਕਰਵਾਈ ਜਾ ਸਕਦੀ ਹੈ, ਨਾ ਲਗਾਈ ਜਾ ਸਕਦੀ ਹੈ। ਚਲੋ ਅੱਗੇ ਟੈਰੀਟੋਰੀਅਲ ਡਿਵੀਜ਼ਨਸ। ਟੈਰੀਟੋਰੀਅਲ ਡਿਵੀਜ਼ਨ ਪਤਾ ਹੀ ਹੈ ਆਪਾਂ, ਮਤਲਬ ਕਿ ਇੱਕ ਜਿਹੜੇ ਕਲੈਕਟਰ ਹੁੰਦੇ ਆ ਉਹਦਾ ਪੂਰਾ ਡਿਸਟ੍ਰਿਕਟ ਹੈਗਾ, ਠੀਕ ਹੈ। ਸਬ ਰਜਿਸਟਰਾਰ ਦੀ ਤਹਿਸੀਲ ਹੁੰਦੀ ਹੈ, ਤਹਿਸੀਲ ਦੇ ਵਿੱਚ ਜਿੰਨੇ ਵੀ ਤਹਿਸੀਲ 'ਚ ਪਿੰਡ ਆਉਂਦੇ ਹੈਗੇ ਆ ਉਹਦੀ ਰਜਿਸਟਰੀ ਜਿਹੜੀ ਹੈਗੀ ਹੈ ਤਹਿਸੀਲਦਾਰ ਕਰ ਸਕਦਾ ਹੈ, ਜੁਆਇੰਟ ਸਬ ਰਜਿਸਟਰਾਰ ਕਰ ਸਕਦਾ ਹੈ। ਇਹ ਡਿਸਟ੍ਰਿਕਟ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਹੈਗਾ ਉਹ ਰਜਿਸਟਰਾਰ ਹੈਗਾ, ਜਿਵੇਂ ਕਿ ਕਲੈਕਟਰ ਹੈਗਾ, ਕੋਈ ਵੀ ਡਾਕੂਮੈਂਟ ਨੂੰ ਜਿਹੜਾ ਰਜਿਸਟਰ ਕਰ ਸਕਦਾ ਹੈ, ਉਹਦੀ ਅਪੀਲ ਸੁਣ ਸਕਦਾ ਹੈ। ਨੈਕਸਟ ਆ ਗਿਆ ਫਾਈਨ ਦਾ ਪੈਰਾ 188 ਫਾਈਨਸ ਫॉर द डिले इन प्रेजेंटिंग और इन अपीयरेंस। ਦੇਖੋ ਆਪਾਂ ਗੱਲ ਕਰਦੇ ਸੀਗੇ ਵੀ 4 ਮਹੀਨੇ ਦਾ ਜਿਹੜਾ ਸਮਾਂ ਹੈਗਾ, 4 ਮਹੀਨੇ ਦੇ ਅੰਦਰ ਅੰਦਰ ਜਿਹੜੀ ਡਾਕੂਮੈਂਟ ਹੈ ਉਹ ਪੇਸ਼ ਕੀਤਾ ਜਾ ਸਕਦਾ ਹੈ, ਪਰ 4 ਮਹੀਨੇ ਤੋਂ ਬਾਅਦ ਵੀ ਜੇ ਕੋਈ ਵਿਅਕਤੀ ਡਾਕੂਮੈਂਟ ਕਿਸੇ ਰੀਜ਼ਨ ਦੱਸਦਾ ਹੈਗਾ, ਉਹ ਐਪਲੀਕੇਸ਼ਨ ਦਿੰਦਾ ਹੈ ਵੀ ਮੈਂ ਇਹ ਰੀਜ਼ਨ ਸੀ, ਮੇਰਾ ਜਸਟੀਫਾਈ ਰੀਜ਼ਨ ਸੀ, ਮੈਂ 4 ਮਹੀਨੇ ਦੇ ਅੰਦਰ ਅੰਦਰ ਕਿਉਂ ਨਹੀਂ ਪੇਸ਼ ਕਰ ਸਕਿਆ, ਤਾਂ ਜਿਹੜੀ ਉਹ ਡਾਕੂਮੈਂਟ ਹੈ ਸਬ ਰਜਿਸਟਰਾਰ ਦੀ ਰਿਪੋਰਟ ਹੋ ਕੇ ਉਹ ਡਾਕੂਮੈਂਟ ਹੈ ਜਿਹੜਾ ਰਜਿਸਟਰਾਰ ਕੋਲ ਜਾ ਸਕਦਾ ਹੈ ਤੇ ਰਜਿਸਟਰਾਰ ਉਹਦੇ ਮੁਤਾਬਕ ਜਿਹੜੇ ਡਿਲੇ ਹੈਜ਼ ਨਾਟ ਬੀਨ ਮੋਰ ਦੈਨ 1 ਮੰਥ, ਜੇ 1 ਮਿੰਟ ਤੋਂ ਜ਼ਿਆਦਾ ਡਿਲੇ ਨਹੀਂ ਹੈਗੀ ਤਾਂ ਜਿਹੜਾ ਰਜਿਸਟਰਾਰ ਹੈਗਾ ਉਹਨੂੰ ਇਕੁਅਲ ਟੂ ਦਾ ਟਵਾਈਸ 2 ਗੁਣਾ ਜਿਹੜਾ ਹੈਗਾ ਜੁਰਮਾਨਾ ਰਜਿਸਟ੍ਰੇਸ਼ਨ ਫੀਸ ਦਾ 2 ਗੁਣਾ ਜੁਰਮਾਨਾ ਲਗਾ ਕੇ ਪੈਨਲਟੀ ਲਗਾ ਕੇ ਜਿਹੜਾ ਡਾਕੂਮੈਂਟ ਹੈ ਰਜਿਸਟਰ ਕਰਵਾਉਣ ਦੇ ਲਈ ਆਰਡਰ ਕੀਤਾ ਜਾ ਸਕਦਾ ਹੈ। ਵੇ ਦਾ ਡਿਲੇ ਹੈਜ਼ ਬੀਨ more than 1 month but not more than 2 month। ਇੱਥੇ ਜਿਹੜੀ ਡਿਲੇ ਹੈਗੀ ਹੈ 1 ਮਿੰਟ ਤੋਂ ਜ਼ਿਆਦਾ ਹੋਵੇ ਪਰ 2 ਮਿੰਟ ਤੋਂ ਘੱਟ ਹੋਵੇ ਤਾਂ ਜਿਹੜਾ 3 ਟਾਈਮਸ ਲਾਇਆ ਜਾ ਸਕਦਾ ਹੈ ਫਾਈਨ, ਠੀਕ ਹੈ ਜੀ। ਇਸੇ ਤਰੀਕੇ ਜੇ ਜਿਹੜੀ ਡਿਲੇ ਹੈਗੀ ਹੈ ਉਹ 2 ਤੋਂ ਲੈ ਕੇ 3 ਮਹੀਨਿਆਂ ਦੇ ਵਿਚਕਾਰ ਹੋਵੇ ਤਾਂ 6 ਟਾਈਮਸ ਆਫ ਦਾ ਰਜਿਸਟ੍ਰੇਸ਼ਨ ਫੀਸ 6 ਟਾਈਮ ਫਾਈਨ ਕੀਤਾ ਜਾ ਸਕਦਾ ਹੈ। ਜੇ 3 ਮਹੀਨੇ ਤੋਂ ਵੱਧ ਸਮਾਂ ਹੋਵੇ ਤਾਂ ਜਿਹੜਾ ਹੈਗਾ 10 ਟਾਈਮਸ ਆਫ ਦਾ ਰਜਿਸਟ੍ਰੇਸ਼ਨ ਫੀਸ ਫਾਈਨ ਲਗਾ ਕੇ ਰਜਿਸਟਰਾਰ ਆਰਡਰ ਕਰ ਸਕਦਾ ਹੈ ਰਜਿਸਟਰੀ ਕਰਨ ਦੀ ਖਾਤਰ। ਚਲੋ मैंने फाइन शुड बी लेवी। हाँ जी साढ़े 4 महीने का एक्स्ट्रा टाइम है, 4 महीने तो एक्स्ट्रा टाइम है। 4 महीने ਦੇ ਵਿੱਚ ਤਾਂ ਆਪਾਂ ਰਜਿਸਟਰੀ ਕਰ ਸਕਦੇ ਹਾਂ, ਕੋਈ ਫਾਈਨ ਨਹੀਂ ਲਿਆ ਜਾਂਦਾ। ਇਹ 4 ਮਹੀਨੇ ਤੋਂ ਅਗਲੇ 4 ਮਹੀਨੇ ਹੈ, 4 ਮਹੀਨੇ ਤੋਂ ਅਗਲੇ 4 ਮਹੀਨੇ। नेक्स्ट है इंपॉर्टेंट पैरा जी 189 when a fine should be levied for delay in appearance। सेक्शन 23 ਸਾਡੇ ਕੋਲ ਹੈਗਾ ਸੀਗਾ टाइम फॉर प्रेजेंटिंग डॉक्यूमेंट, सेक्शन 23 हैगा। फिर सेक्शन 36 हैगा प्रोसीजर वेयर एग्जीक्यूशन और विटनेस प्रेजेंस डिजायर्ड। इस की गल की है व्हेन ए डॉक्यूमेंट हैज बीन प्रेजेंटेड अंडर सेक्शन 23 of the act within 4 months from the date of its execution, the presenter must take action under section 36 of act to secure the presence of the executant before the lapse of the full period of the 4 months। मतलब क्या है 4 ਮਹੀਨੇ ਦੇ ਅੰਦਰ ਦਾ ਡਾਕੂਮੈਂਟ ਜਿਹੜਾ ਹੈਗਾ ਜੇ ਪੇਸ਼ ਕੀਤਾ ਜਾਣਾ ਬੰਦਾ ਹੈਗਾ, ਜੇ ਪੇਸ਼ ਕੀਤਾ ਜਾਂਦਾ ਹੈ ਤਾਂ ਉਹਦੇ ਤੇ ਕੋਈ ਸਰਕਾਰੀ ਜਿਹੜੀ ਐਕਸਟਰਾ ਜਿਹੜੀ ਪੈਨਲਟੀ ਵਗੈਰਾ ਨਹੀਂ ਲਗਾਈ ਜਾਂਦੀ। ਇਹਦੇ ਵਿੱਚ ਵੀ ਸੇਮ ਹੀ ਹੋਈ ਗੱਲ ਕਹੀ ਗਈ ਵੀ ਜੇ 4 ਮਹੀਨੇ ਤੋਂ ਵੱਧ ਜੇ ਕੋਈ ਪਾਰਟੀ ਪੇਸ਼ ਕਰਦੀ ਹੈ ਡਾਕੂਮੈਂਟ ਨੂੰ ਤਾਂ ਉੱਪਰ ਆਪਾਂ ਜਿਵੇਂ ਫਾਈਨ ਦੱਸਣ ਦੀ ਗੱਲ ਕੀਤੀ ਗਈ ਹੈ ਐਟ ਦਾ ਐਂਡ ਆਫ ਦਾ 4 ਮੰਥਸ ਦਾ ਕੇਸ ਸ਼ੁੱਡ ਬੀ ਰਿਪੋਰਟਡ ਟੂ ਦਾ ਰਜਿਸਟਰਾਰ। ਤਾਂ ਫਿਰ ਜਿਹੜਾ ਕੇਸ ਹੈਗਾ ਉਹ ਸਬ ਰਜਿਸਟਰਾਰ ਤੋਂ ਹੋ ਕੇ ਸਬ ਰਜਿਸਟਰਾਰ ਦੀ ਰਿਪੋਰਟ ਹੋ ਕੇ ਪ੍ਰੋਪਰ ਵਿਦ ਰਿਕਮੈਂਡੇਸ਼ਨਸ, ਠੀਕ ਹੈ, ਤੇ ਵਿਦਿਨ 8 ਮੰਥ ਦੇ ਵਿੱਚ 8 ਮਹੀਨੇ 4 ਮਹੀਨੇ ਦੇ ਵਿੱਚ 4 ਤੇ 4 8 ਹੋ ਗਏ, ਠੀਕ ਹੈ। ਉਹਦੇ ਵਿੱਚ ਵੀ ਜਿਹੜਾ ਡਾਕੂਮੈਂਟ ਹੈਗਾ ਉਹ ਦੁਬਾਰਾ ਸਬ ਰਜਿਸਟਰਾਰ ਕੋਲ ਭੇਜਿਆ ਜਾ ਸਕਦਾ ਹੈ, ਨਾ ਸੌਰੀ ਰਜਿਸਟਰਾਰ ਕੋਲ ਭੇਜਿਆ ਜਾ ਸਕਦਾ ਹੈ ਸਬ ਰਜਿਸਟਰਾਰ ਵੱਲੋਂ। ਤੇ ਰਜਿਸਟਰਾਰ ਦੇ ਜੋ ਵੀ ਆਰਡਰ ਆਉਂਦੇ ਆ ਕਿੰਨੀ ਪੈਨਲਟੀ ਲਗਾਈ ਗਈ ਹੈ ਇਹ ਮਤਲਬ ਕਿ ਮਰਜ਼ੀ ਹੈਗੀ ਹੈ ਰਜਿਸਟਰਾਰ ਦੀ, ਕੇਸ ਟੂ ਕੇਸ ਵੇਰੀ ਕਰਦਾ ਹੈਗਾ। ਜ਼ਰੂਰੀ ਨਹੀਂ ਹੈਗਾ ਵੀ ਜੇ ਕੋਈ ਡਾਕੂਮੈਂਟ 2 ਮਹੀਨੇ ਲੇਟ ਸੀਗਾ ਤਾਂ ਉਹਦੇ ਤੇ ਇੰਨੀ ਫਾਈਨ ਲੱਗਣਾ ਚਾਹੀਦਾ ਸੀ, ਤਾਂ ਉਹਦੇ ਘੱਟ ਵੱਧ ਜਾਂ ਮਤਲਬ ਕਿ ਇਸ ਨੂੰ ਜਿਹੜਾ ਰਜਿਸਟਰਾਰ ਹੈਗਾ ਘੱਟ ਵੱਧ ਕਰਕੇ ਵੀ ਫਾਈਨ ਜਿਹੜਾ ਹੈਗਾ ਲਗਾਇਆ ਜਾ ਸਕਦਾ ਹੈ। ਇਨਕੁਆਇਰੀ ਕਰੇਗਾ ਪ੍ਰੋਪਰ, ਜੇ ਪਾਰਟੀਆਂ ਦਾ ਕੋਈ ਦੋਸ਼ ਸਾਬਤ ਨਹੀਂ ਹੁੰਦਾ ਹੈਗਾ, ਜੇ ਅਣਗਹਿਲੀ ਸਾਬਤ ਹੁੰਦੀ ਹੈ ਤਾਂ ਜੁਰਮਾਨਾ ਪੂਰਾ ਲੱਗੇਗਾ। ਜੇਕਰ ਪਾਰਟੀਆਂ ਦੀ ਕੋਈ ਅਣਗਹਿਲੀ ਸਾਬਤ ਨਹੀਂ ਹੁੰਦੀ, ਜਸਟੀਫਾਈ ਹੈ ਜਿਹੜਾ ਮਤਲਬ ਕਿ ਕੋਈ ਉਹਨਾਂ ਦੇ ਵੱਲੋਂ ਕੋਈ ਗਲਤੀ ਨਹੀਂ ਹੈਗੀ, ਮਤਲਬ ਕਿਸੇ ਨੇ ਫੌਰਨ ਆਉਣਾ ਸੀਗਾ
ਫਲਾਈਟਾਂ ਬੰਦ ਹੋ ਗਈਆਂ, ਐਸਾ ਕੋਈ ਕੇਸ ਬਣ ਜਾਂਦਾ ਜਾਂ ਕੋਈ ਬੰਦਾ ਬਿਮਾਰ ਸੀ ਬਹੁਤ ਜ਼ਿਆਦਾ, ਹਸਪਤਾਲ ਦੇ ਵਿੱਚ ਸੀਗਾ, ਉਹਦੀ ਜਿਹੜੀ ਹੈਗੀ ਹੈ ਛੁੱਟੀ ਬਾਅਦ ਦੇ ਵਿੱਚ ਹੋਈ, ਠੀਕ ਬਾਅਦ 'ਚ ਹੋਇਆ, ਉਸ ਵੇਲੇ ਬੰਦਾ ਧਿਆਨ ਹੀ ਨਹੀਂ ਹੁੰਦਾ। The period on which the amount of the fine under section 34 of the act will be calculated in former case be from beginning of the 5th month। 5वें मिनट ਤੋਂ ਸ਼ੁਰੂ ਹੁੰਦੀ ਹੈ। नेक्स्ट आ गया पैरा 190 रिमिशन ऑफ द फाइन्स। मतलब कि जे रजिस्ट्रार ने कोई फाइन लगा दिता, 10 टाइम्स लगाता, 8 टाइम्स लगाता, 6 टाइम्स लगाता, ਤਾਂ ਉਹਦੀ ਜਿਹੜੀ ਹੈਗੀ ਹੈ ਐਪਲੀਕੇਸ਼ਨ ਆਈਜੀ ਦੇ ਇੰਸਪੈਕਟਰ ਜਨਰਲ ਦੇ ਯਾਨੀ ਕਿ ਡਾਇਰੈਕਟਰ ਦੇ ਦਿੱਤੀ ਜਾ ਸਕਦੀ ਹੈ। ਤੇ ਐਪਲੀਕੇਸ਼ਨ ਟੂ ਦਾ ਇੰਸਪੈਕਟਰ ਜਨਰਲ ਫॉर द ਰਿਮਿਸ਼ਨ ਇਨ ਹੋਲ ਔਰ ਇਨ ਪਾਰਟ ਅੰਡਰ ਸੈਕਸ਼ਨ 70 ਆਫ ਦਾ ਐਕਟ। ਸੈਕਸ਼ਨ 70 ਆਫ ਦਾ ਐਕਟ ਜਿਹੜਾ ਹੈਗਾ ਸੈਕਸ਼ਨ 70 ਚ ਕਿਹਾ ਗਿਆ ਪਾਵਰ ਆਫ ਦਾ ਇੰਸਪੈਕਟਰ ਜਨਰਲ ਟੂ ਰਿਮਿਟ ਦਾ ਫਾਈਨਸ। ਰਿਮਿਟ ਕਰ ਸਕਦਾ ਹੈ ਸਬ ਆਈਜੀ ਜਿਹੜਾ ਵੀ ਫਾਈਨ ਲਗਾਇਆ ਗਿਆ ਸੀਗਾ ਰਜਿਸਟਰਾਰ ਵੱਲੋਂ, ਠੀਕ ਹੈ, ਉਹਨੂੰ ਰਿਮਿਟ ਕੀਤਾ ਜਾ ਸਕਦਾ ਹੈ। ਐਪਲੀਕੇਸ਼ਨ ਟੂ ਦਾ ਇੰਸਪੈਕਟਰ ਜਨਰਲ ਫॉर द ਰਿਮਿਸ਼ਨ ਇਨ ਹੋਲ ਔਰ ਇਨ ਪਾਰਟ ਅੰਡਰ ਸੈਕਸ਼ਨ 70 ਆਫ ਦਾ ਐਕਟ। ਸੈਕਸ਼ਨ 70 ਦੇ ਤਹਿਤ ਜਿਹੜੀ ਹੈ ਅਰਜ਼ੀ ਦਿੱਤੀ ਜਾਂਦੀ ਹੈ। ਆਫ ਐਨੀ ਫਾਈਨ ਲੈਵਿਡ ਇਨ ਅਕੋਰਡੈਂਸ ਵਿਦ ਦਾ ਫॉलोइंग ਰੂਲਸ ਜਿਹੜੇ ਆਪਾਂ ਪੜ੍ਹ ਕੇ ਗਿਆ, ठीक है, जिसके तहत उन्होंने फाइन किया गया shall be in writing and shall be forwarded by the registrar of the district who will record his opinion thereon। जिनके रजिस्ट्रार ਦੀ ਜਿਹੜੀ ਹੈਗੀ ਹੈ ਰਿਪੋਰਟ ਵੀ ਲਈ ਜਾਂਦੀ ਹੈ ਆਈਜੀ ਵੱਲੋਂ, ਜਾਂ ਥੱਲੋਂ ਹੋ ਕੇ ਜਾਵੇ ਜਾਂ ਉੱਪਰੋਂ ਨੀਚੇ ਆ ਜਾਵੇ। no such application shall be received or forwarded unless the document has been registered and the fine or fines paid। देखो ਇਹ ਪੁਆਇੰਟ ਸੁਣੋ ਇੱਕ ਵਾਰੀ। no such application shall be received, ਇਦਾਂ ਦੇ ਕੇਸ ਦੇ ਵਿੱਚ ਜਿਹੜੀ ਐਪਲੀਕੇਸ਼ਨ ਹੈ ਰਿਸੀਵ ਨਹੀਂ ਹੋਏਗੀ, ਨਹੀਂ ਲਈ ਜਾਏਗੀ। ਕਿਉਂ? ਔਰ ਫਾਰਵਰਡ ਨਾ ਫਾਰਵਰਡ ਕੀਤੀ ਜਾਵੇਗੀ ਅਨਲੈਸ ਦਾ ਡਾਕੂਮੈਂਟ ਹੈਜ਼ ਬੀਨ ਰਜਿਸਟਰਡ। ਜਦੋਂ ਤੱਕ ਡਾਕੂਮੈਂਟ ਰਜਿਸਟਰ ਨਹੀਂ ਹੋ ਜਾਂਦਾ ਔਰ ਉਹਦਾ ਫਾਈਨ ਭਰਿਆ ਨਹੀਂ ਜਾਂਦਾ, ਠੀਕ ਹੈ, ਉਦੋਂ ਤੱਕ ਇਦਾਂ ਦੀ ਐਪਲੀਕੇਸ਼ਨ ਨਹੀਂ ਰਹੇਗੀ। ਡਾਕੂਮੈਂਟ ਰਜਿਸਟਰ ਕਰਾਉਣ ਤੋਂ ਬਾਅਦ ਜੁਰਮਾਨਾ ਭਰਨ ਤੋਂ ਬਾਅਦ ਹੀ ਅਰਜ਼ੀ ਜਿਹੜੀ ਹੈਗੀ ਹੈ ਦਿੱਤੀ ਜਾ ਸਕਦੀ ਹੈ। ਫਿਰ ਜਿਹੜੀ ਫਾਈਨ ਹੈਗਾ ਉਹ ਰਿਮਿਟ ਕਰਾਇਆ ਜਾ ਸਕਦਾ ਜਾਂ ਉਹ ਅੱਗੇ ਆਈ ਨੇ ਦੇਖਿਆ ਫਾਈਨ ਰਿਮਿਟ ਹੁੰਦਾ ਜਾਂ ਨਹੀਂ ਹੁੰਦਾ। ਹਾਂਜੀ ਕੀ ਕਹਿ ਰਹੇ ਸੀਗੇ? ਜੇ ਇਹਦਾ ਸਵਾਲ ਦਾ ਜਵਾਬ ਆਪਾਂ ਮੈਨੂਅਲ ਚੋਂ ਲਿਖਾਂਗੇ ਕਿ ਐਕਟ ਵਿੱਚੋਂ ਲਿਖਾਂਗੇ ਜੀ? ਜੇ ਤੁਹਾਡਾ ਸਵਾਲ ਦਾ ਜਵਾਬ ਐਕਟ ਦੇ ਵਿੱਚੋਂ ਪੂਰਾ ਹੁੰਦਾ ਹੈ ਤਾਂ ਇਟ ਇਜ਼ ਸਫੀਸ਼ੀਐਂਟ। ਜੇ ਐਕਟ ਦੇ ਵਿੱਚੋਂ ਪੂਰਾ ਨਹੀਂ ਹੁੰਦਾ ਤਾਂ ਤੁਸੀਂ ਨਾਲ ਮੈਨੂਅਲ ਦਾ ਹਵਾਲਾ ਦਿਓ। ਠੀਕ ਹੈ। ਹਾਂਜੀ पैरा 191 refunds of registration and copying fee। refund देने की गल की है। The local government has delegated to the registrar powers to sanction refunds of the registration। registrar को पावर हैगियां ने delegated to the registrar powers to sanction the refunds of the registration and copying fee। कोई भी बंदा कॉपी फी भर दिंदा है, गलत भरी जाती है, कोई रजिस्ट्रेशन फीस भरी जाती है, ठीक है, तो जो रजिस्ट्रार को ही जो रिफंड है वो वापस होता है। रजिस्ट्रार कई बार तक की करते हैं आप ऑर्डर करते हैं या कई बार जो पावर्स है थले डेलीगेट करते जांदियां ने एसडीएम ਨੂੰ, ਤਾਂ ਫਿਰ ਜਿਹੜੇ ਰਿਫੰਡ ਜਿਵੇਂ ਹੁਣ ਤੁਸੀਂ ਦੇਖਦੇ ਹੋ ਕਈ ਵਾਰੀ ਸਟੈਂਪ ਡਿਊਟੀ ਹੈ, ਸਟੈਂਪ ਡਿਊਟੀ ਦੇ ਜਿਹੜੇ ਫੰਡ ਨੇ ਉਹ ਸਭ ਯਾਨੀ ਕਿ ਐਸਡੀਐਮ ਵੱਲੋਂ ਰਿਫੰਡ ਕੀਤੇ ਜਾਂਦੇ ਨੇ, ਆਰਡਰ ਕੀਤੇ ਜਾਂਦੇ ਨੇ, ਐਸਡੀਐਮ ਵੱਲੋਂ ਆਰਡਰ ਹੁੰਦੇ ਆ ਰਿਫੰਡ ਲੈਣ ਦੇ। ਉਹ ਪਾਵਰਾਂ ਕੀ ਹੁੰਦੀਆਂ ਨੇ? ਉੱਪਰੋਂ ਆਈਆਂ ਹੁੰਦੀਆਂ ਨੀਚੇ ਤੱਕ। ਇਸ ਤਰੀਕੇ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਗਿਆ, ਪਾਵਰ ਹੈਗੀ ਹੈ ਰਜਿਸਟਰਾਰ ਕੋਲੇ। ਜੇ ਕੋਈ ਰਜਿਸਟ੍ਰੇਸ਼ਨ ਫੀਸ ਹੈ ਜਾਂ ਕੋਈ ਕਾਪਿੰਗ ਫੀਸ ਹੈ ਉਹਦਾ ਰਿਫੰਡ ਲੈਣਾ ਹੈ ਤਾਂ ਰਜਿਸਟਰਾਰ ਕੋਲ ਪਾਵਰ ਹੈਗੀਆਂ ਨੇ। 3 years provided that sanction shall not be granted within a period of 3 years elapsed since the deposit of the fees। ਮਤਲਬ ਇਹ ਨਾ ਹੋਵੇ ਜਦੋਂ ਮਰਜ਼ੀ ਕਰਕੇ ਕੋਈ ਆ ਜਾਵੇ ਰਿਫੰਡ ਲੈਣ ਦੀ ਖਾਤਰ 3 ਸਾਲ ਦੇ ਅੰਦਰ ਅੰਦਰ ਜਿਹੜਾ ਸਮਾਂ ਦਿੱਤਾ ਗਿਆ ਉਹਦੇ ਵਿੱਚ ਰਿਫੰਡ ਲੈਣਾ ਬਣਦਾ ਹੈ। ਨੈਕਸਟ ਹੈਗਾ ਪ੍ਰੋਸੀਕਿਊਸ਼ਨਸ। ਪ੍ਰੋਸੀਕਿਊਸ਼ਨਸ मतलब किसी बंदे ਨੂੰ ਪ੍ਰੋਸੀਕਿਊਟ ਕਰਨਾ। ਪ੍ਰੋਸੀਕਿਊਟ मतलब क्रिमिनल एक्ट के तहत किसी के खिलाफ कार्रवाई करनी।
reports of prosecutions, full reports of all the prosecutions instituted under part 14 of the act shall be made to the IG as soon as possible after decision and shall be accompanied by a copy of the judgment of the court. ਮੰਨ ਲਓ ਕਿਸੇ ਵਿਅਕਤੀ ਨੇ ਕੋਈ ਤੁਹਾਡੇ ਕੋਲੇ ਗਲਤ ਰਿਪਰੈਜ਼ੈਂਟ ਕੀਤਾ, ਮਾਲਕ ਹੈ ਨਹੀਂ ਸੀ ਕਿ ਮਾਲਕ ਬਣ ਕੇ ਰਜਿਸਟਰੀ ਕਰਵਾਤੀ, ਠੀਕ ਹੈ, ਜਾਂ ਕਿਸੇ ਗਲਤ ਪ੍ਰਾਪਰਟੀ ਦੀ ਰਜਿਸਟਰੀ ਕਰਵਾਤੀ, ਤਾਂ ਤੁਸੀਂ ਉਹਨੂੰ ਪ੍ਰੋਸੀਕਿਊਟ ਕਰ ਸਕਦੇ ਹੋ, ਉਹਦੇ ਖਿਲਾਫ ਜਿਹੜੀ ਕਾਰਵਾਈ ਹੈਗੀ ਹੈ ਉਹਨੂੰ IPC ਦੇ ਤਹਿਤ ਉਹਦੇ ਖਿਲਾਫ ਪਰਚਾ ਦਰਜ ਕਰਵਾਇਆ ਜਾ ਸਕਦਾ ਹੈ। ਫਿਰ ਇਹ ਉਹਦੀ ਗੱਲ ਕੀਤੀ ਗਈ ਹੈ ਵੀ ਜਿੰਨੇ ਵੀ ਤੁਸੀਂ ਕੋਈ ਇਦਾਂ ਦੇ ਕੋਈ ਕੇਸ ਹੈਗੇ ਆ, ਉਹਦੀ ਫੁੱਲ ਇਨਫੋਰਮੇਸ਼ਨ ਹੈ, ਜਿਹੜੀ ਰਿਪੋਰਟ ਹੈਗੀ ਆ ਉਹ IG ਨੂੰ ਭੇਜਣੀ ਹੈਗੀ ਹੈ, ਤੇ ਫਰਦਰ ਕੋਰਟ ਨੇ ਕੀ ਡਿਸੀਜਨ ਕੀਤਾ ਉਹਦੀ ਜਜਮੈਂਟ ਦੀ ਜਿਹੜੀ ਕਾਪੀ ਹੈਗੀ ਹੈ ਉਹ ਵੀ IG ਨੂੰ ਭੇਜਣੀ ਹੈਗੀ ਹੈ। oaths to be administered consciously, the discretion vested in registering officers by section 63 ਦੇ ਵਿੱਚ ਜਿਹੜੀ ਹੈਗੀ ਆ ਉਹ ਰਜਿਸਟਰਿੰਗ ਆਫੀਸਰ ਕੋਲੇ ਪਾਵਰ ਹੈਗੀ ਆ ਵੀ ਤੁਸੀਂ ਕਿਸੇ ਵਿਅਕਤੀ ਨੂੰ ਵੀ ਓਥ ਕਰਾ ਕੇ ਜਿਹੜੀ ਹੈਗੀ ਉਹਦੇ ਤੋਂ ਜਿਹੜੀ ਸਟੇਟਮੈਂਟ ਹੈਗੀ ਲੈ ਸਕਦੇ ਹੈਗੇ ਹੋ। Next है para 194 statements on oath how to be recorded, statements made on the oath under section 63 of the act। section 63 ਜਿਹੜਾ ਐਕਟ ਹੈਗਾ ਇਹਦੇ ਤਹਿਤ ਜਿਹੜੀ ਪਾਵਰ ਹੈਗੀ ਆਪਣੇ ਕੋਲੇ ਓਥ ਲੈਣ ਦੀ ਪਾਵਰ ਹੈਗੀ। ਅਸੀਂ ਜਿਵੇਂ ਕੋਰਟਾਂ ਓਥ ਲੈ ਕੇ ਕਿਸੇ ਦੀ ਸਟੇਟਮੈਂਟ ਲੈਂਦੀਆਂ ਨੇ, ਕਿਸੇ ਵਿਟਨੈਸ ਦੀ ਕੋਈ ਓਥ ਲੈਣੀ ਹੋਵੇ, ਕੋਈ ਕਿਸੇ ਡਾਕੂਮੈਂਟ ਨੂੰ ਰਜਿਸਟਰ ਕਰਨ ਦੇ ਸੰਬੰਧ ਵਿੱਚ, ਪਾਵਰ ਟੂ ਐਡਮਿਨਿਸਟਰ ਓਥ ਐਂਡ ਰਿਕਾਰਡ ਆਫ ਸਬਸਟੈਂਸਸ ਆਫ ਦ ਸਟੇਟਮੈਂਟਸ। सेक्शन 63 है ते पैरा 194 ਦਿੱਤਾ ਗਿਆ, ਲਗਭਗ ਸੇਮ ਹੀ ਹੈਗਾ। Statements made on the oath under section 63 of the act shall not be recorded on the document to which they relates। ਇਹ ਡਾਕੂਮੈਂਟ ਦੇ ਸੰਬੰਧ ਵਿੱਚ ਤੁਸੀਂ ਕੋਈ ਓਥ ਲੈ ਕੇ ਕੋਈ ਸਟੇਟਮੈਂਟ ਲੈ ਰਹੇ ਹੋ, ਡਾਕੂਮੈਂਟ ਦੇ ਉੱਪਰ ਰਿਕਾਰਡ ਨਹੀਂ ਕਰਨੀ, ਬਟ ਔਨ ਦਾ ਸੈਪਰੇਟ ਸ਼ੀਟ ਦੇ ਉੱਪਰ ਕਹਿੰਦਾ ਜਿਹੜੀ ਇਹ ਉਹਦੀ ਸਟੇਟਮੈਂਟ ਹੈ ਰਿਕਾਰਡ ਕੀਤੀ ਜਾਂਦੀ ਹੈ। which shall be filed in the office in note however to be effect the recorded evidence has been taken shall be in such a case notes। ਜੇ ਕੋਈ ਇਹਦਾ ਦਾ ਕੋਈ ਨੋਟ ਦੇਣਾ ਤੁਸੀਂ ਨੋਟ ਦੇ ਸਕਦੇ ਹੋ। ਇੰਡੋਸਮੈਂਟ ਦੇ ਵਿੱਚ ਜਿੱਥੇ ਇੰਡੋਸਮੈਂਟ ਲੱਗਦੀ ਹੈ ਨਾ ਉੱਥੇ ਤੁਸੀਂ ਨੋਟ ਦੇ ਸਕਦੇ ਹੋ ਵੀ ਜਿਹੜਾ ਡਾਕੂਮੈਂਟ ਹੈ ਇਹਦੇ ਵਿੱਚ ਫਲਾਣੇ ਜਿਹੜੇ ਬੰਦੇ ਦੀ ਜਿਹੜੀ ਸਟੇਟਮੈਂਟ ਹੈ ਉਹ ਲਈ ਗਈ ਸੀ। ਹੌਲੀਡੇਜ਼ ਦੀ ਗੱਲ ਛੱਡੋ, ਜਿਸ ਨੂੰ ਹੌਲੀਡੇਜ਼ ਸੀਲਸ, ਸੀਲ ਮੋਹਰਾਂ ਹੁੰਦੀਆਂ ਨੇ ਦਫ਼ਤਰ ਦੇ ਵਿੱਚ ਸਾਡੇ ਯੂਜ਼ ਆਫ ਦਾ ਸੀਲਸ। every star and sub star is provided with seals required by the section 15। section 15 ਦੇ ਵਿੱਚ ਸੀਲਾਂ ਦੀ ਗੱਲ ਕੀਤੀ ਗਈ ਹੈ। ਦੇਖੋ section 15 ਚ ਕੀ ਦਿੱਤਾ ਗਿਆ, seal of registering officers several registrars sub registrars shall use a seal bearing the following inscriptions in English or in such other language as the state government directs। ਇੰਨਾ ਹੀ ਪੈਰਾ ਹੈਗਾ section 15, ਇੰਨਾ ਹੀ ਦਿੱਤਾ ਹੈਗਾ। ਪਰ ਇੱਥੇ ਆ ਕੇ ਫਿਰ ਥੋੜਾ ਡਿਟੇਲ ਦੇ ਦਿੱਤੀ। ਮੈਂ ਆਪਾਂ ਉਹੀ ਗੱਲ ਕਰ ਚੁੱਕੇ ਨਾ ਪਹਿਲਾਂ ਵੀ ਜਿੱਥੇ ਕੋਈ ਡਿਟੇਲ ਨਹੀਂ ਹੁੰਦੀ, ਕੋਈ ਪ੍ਰੋਸੀਜਰ ਅਸੀਂ ਫੋਲੋ ਕਰਦੇ ਹਾਂ, ਸੈਕਸ਼ਨ 'ਚ ਸਾਡੇ ਕੋਲੇ ਸ਼ਾਰਟ 'ਚ ਲਿਖਿਆ ਹੁੰਦਾ ਵੀ ਸਬ ਰਜਿਸਟਰਾਰ ਕੋਲੇ ਰਜਿਸਟਰਾਰ ਕੋਲੇ ਸੀਲ ਹੋਏਗੀ, ਸਟੈਪ ਹੋਏਗੀ, ਬਸ ਇੰਨਾ ਲਿਖਤਾ, ਠੀਕ ਹੈ। ਐਕਟ ਦੇ 'ਚ ਪ੍ਰੋਵੀਜ਼ਨ ਦੇ ਦਿੱਤੀ। ਹੁਣ ਅੱਗੇ ਕਿਹੜੀਆਂ ਕਿਹੜੀਆਂ ਸੀਲਾਂ ਹੋਣੀਆਂ ਚਾਹੀਦੀਆਂ ਨੇ। ਐਵਰੀ ਰਜਿਸਟਰਾਰ ਸਬ ਰਜਿਸਟਰਾਰ ਇਜ਼ ਪ੍ਰੋਵਾਈਡਡ ਵਿਦ ਸੀਲਸ ਐਜ਼ ਰਿਕੁਆਇਰਡ ਬਾਈ ਦਾ section 15, ਠੀਕ ਹੈ। section 15 'ਚ ਸਿਰਫ ਸਿੰਪਲ ਲਿਖਿਆ ਵੀ ਸੀ ਇੰਗਲਿਸ਼ ਦੀ ਸੀਲ ਹੋਏਗੀ ਤੁਹਾਡੇ ਕੋਲੇ ਜਾਂ ਲੋਕਲ ਲੈਂਗੁਏਜ ਜਿਹੜੀ ਤੁਸੀਂ ਵਰਤੀ ਜਾ ਰਹੀ ਹੈ ਤੁਹਾਡੇ ਸਟੇਟ ਦੇ ਵਿੱਚ। This seal shall always remain in the personal custody of the registering officer and shall be used for the authentication of the following documents। ਇਹ ਕਿਹੜੇ ਡਾਕੂਮੈਂਟ ਥੱਲੇ ਦਿੱਤੇ ਨੇ ਵੀ ਆਹ ਜਿਹੜੇ ਡਾਕੂਮੈਂਟ ਹੈਗੇ A ਤੋਂ ਲੈ ਕੇ H ਤੱਕ, ਇਹਨਾਂ ਡਾਕੂਮੈਂਟਾਂ ਦੇ ਉੱਪਰ ਜਿਹੜੀ ਇਹ ਸੀਲ ਲੱਗਦੀ ਹੈਗੀ ਹੈ ਉਹ ਸਾਰਿਆਂ ਨੂੰ ਪਤਾ ਹੀ ਆਪਾਂ ਜਿੰਨੀਆਂ ਰਜਿਸਟਰੀਆਂ ਕਰਦੇ ਹਾਂ, ਜੋ ਵੀ ਡਾਕੂਮੈਂਟ ਰਜਿਸਟਰ ਕੀਤਾ ਹਰ ਡਾਕੂਮੈਂਟ ਦੇ ਉੱਪਰ ਜਿਹੜੀ ਸੀਲ ਲਗਾਈ ਜਾਂਦੀ ਹੈ, ਔਰ ਟੌਰਨੀ ਹੈ, ਸੀਲ ਹੈ, ਜੋ ਵੀ ਡਾਕੂਮੈਂਟ ਹੈਗੇ। ਨੈਕਸਟ ਹੈਗਾ ਪੈਰਾ 197 ਸਪਲਾਈ ਐਂਡ ਰਿਨਿਊਅਲ ਆਫ ਸੀਲਸ। ਸਪਲਾਈ ਕੌਣ ਕਰਦਾ ਹੈ ਸੀਲਾਂ ਦੀ ਤੇ ਰਿਨਿਊਅਲ ਕੌਣ ਕੀਤਾ ਜਾਂਦਾ। ਵੈਨ ਏ ਨਿਊ one replaces a seal which has become unfit for use, the former shall be forwarded to the office of the Inspector General of the registration for destruction। ਉਹਨੂੰ ਖਤਮ ਕਰਨ ਦੇ ਲਈ
ਜਿਹੜੀ ਆਈਜੀ ਨੂੰ ਭੇਜੀ ਜਾਂਦੀ ਹੈ। The seal of the officers permanently closed shall be dealt with in the manner. Those of the officers temporarily closed shall remain in the personal custody of the registrar of the district. All new seals required for the newly created offices or for the purpose of the replacing others which have become unfit for use shall be supplied from the office of the IG. ਦੇਖੋ ਗੱਲ ਕੀਤੀ ਗਈ ਵੀ ਜਿਹੜੀ ਆਈਜੀ ਵੱਲੋਂ ਆਉਂਦੀਆਂ ਇਹ ਜਿਹੜੀਆਂ ਸੀਲਾਂ ਹੈਗੀਆਂ ਨੇ ਇੰਸਪੈਕਟਰ ਜਨਰਲ ਵੱਲੋਂ ਆਉਂਦੀਆਂ ਨੇ। ਸਟਾਕ ਬੁੱਕਸ ਦੀ ਗੱਲ ਕੀਤੀ ਹੈ ਅੱਗੇ 198 ਦੇ ਵਿੱਚ ਸਟਾਕ ਬੁੱਕਸ ਆਫ ਦਾ ਸਟੋਰ ਪੰਜਾਬ ਗਵਰਨਮੈਂਟ ਕੰਸੋਲੀਡੇਟਡ। ਅੱਗੇ ਚਲੋ ਸਟਾਕ ਬੁੱਕ ਲੱਗਿਆ ਹੈ ਹੁੰਦਾ ਸਟਾਕ ਬੁੱਕ 'ਚ ਕਿਹੜੀਆਂ ਮਹੀਆਂ ਦਰਜ ਕੀਤੀਆਂ ਜਾਂਦੀਆਂ ਨੇ ਕਿਹੜਾ ਰਿਕਾਰਡ ਦਰਜ ਕੀਤਾ ਜਾਂਦਾ ਸਾਰਾ ਸਟਾਕ ਬੁੱਕ ਤੁਹਾਡੇ ਜਿਹੜਾ ਰਜਿਸਟਰੀ ਕਲਰਕ ਹੁੰਦਾ ਉਹਦੇ ਕੋਲ ਇੱਕ ਸਟਾਕ ਬੁੱਕ ਲੱਗਦਾ ਹੈ। ਸਟਾਕ ਦੇ ਬੁੱਕ ਦੇ ਵਿੱਚ ਟੋਟਲ ਡਾਕੂਮੈਂਟ ਠੀਕ ਹੈ ਜਿੰਨੇ ਵੀ ਉਹਦੇ ਕੋਲ ਬਹੀਆਂ ਹੁੰਦੀਆਂ ਨੇ ਸਾਰੀਆਂ ਦਰਜ ਕੀਤੀਆਂ ਜਾਂਦੀਆਂ। ਜਦੋਂ ਆਪਾਂ ਟ੍ਰਾਂਸਫਰ ਹੁੰਦੀ ਹੈ ਇੱਕ ਦੂਜੇ ਮਤਲਬ ਇੰਪਲਾਈ ਦੀ ਤਾਂ ਸਟਾਕ ਰਜਿਸਟਰ ਦੇ ਮੁਤਾਬਕ ਜਿਹੜਾ ਹੈਗਾ ਅਸੀਂ ਲੈਣ ਦੇਣ ਕਰਦੇ ਹਾਂ ਰਿਕਾਰਡ ਦਾ। ਸਟਾਕ ਬੁੱਕ ਆਫ ਦਾ ਆਫਿਸ ਫਰਨੀਚਰ ਦੀ ਗੱਲ ਕੀਤੀ ਹੈ ਚਲੋ ਕਿ ਆਫਿਸ ਫਰਨੀਚਰ ਅੱਗੇ ਐਨੂਅਲ ਰਿਪੋਰਟ ਰਿਗਾਰਡਿੰਗ verification of the stock in May every year. The result of the annual stock stores of the office furniture shall be reported to the IG. ਮਈ ਦੇ ਮਹੀਨੇ 'ਚ ਰਿਪੋਰਟ ਕੀਤੀ ਜਾਂਦੀ ਹੈ ਸਟਾਕ ਸੰਬੰਧੀ। ਪੈਰਾ 201 ਦੇ ਵਿੱਚ ਕੀ ਕਿਹਾ ਗਿਆ ਕੋਰਸਪੋਂਡੈਂਸ ਰਜਿਸਟਰ ਵਿਦ ਆਈਜੀ। ਸਬ ਰਜਿਸਟਰ ਸ਼ੁੱਡ ਨਾਟ ਮਤਲਬ ਡਾਇਰੈਕਟ ਜਿਹੜੀ ਕੋਰਸਪੋਂਡੈਂਸ ਹੈ ਸਬ ਰਜਿਸਟਰ ਆਈਜੀ ਦੇ ਨਾਲ ਨਹੀਂ ਕਰਦਾ। ਜਿਹੜਾ ਸਬ ਰਜਿਸਟਰ ਦੇ ਵੱਲੋਂ ਜਿਹੜੀ ਰਿਪੋਰਟ ਕੀਤੀ ਜਾਂਦੀ ਹੈ ਰਜਿਸਟਰ ਨੂੰ ਕੀਤੀ ਜਾਂਦੀ ਹੈ ਤੇ ਜਿਹੜਾ ਰਜਿਸਟਰ ਵੱਲੋਂ ਜਿਹੜੀ ਰਿਪੋਰਟ ਕੀਤੀ ਜਾਂਦੀ ਹੈ ਇੱਕ ਦੂਜੇ ਦੇ ਨਾਲ ਕੋਰਸਪੋਂਡੈਂਸ ਕੀਤੀ ਜਾਂਦੀ ਹੈ ਉਹ ਰਜਿਸਟਰ ਵੱਲੋਂ ਆਈਜੀਆਰ ਨਾਲ ਕੀਤੀ ਜਾਂਦੀ ਹੈ ਨਾਟ ਸਬ ਰਜਿਸਟਰ। ਕੋਰਸਪੋਂਡੈਂਸ ਬਿਟਵੀਨ ਰਜਿਸਟਰ ਤੇ ਸਬ ਰਜਿਸਟਰ ਹੁੰਦੀ ਹੈ ਠੀਕ ਹੈ ਜੀ। ਇਸ ਤਰੀਕੇ ਪੈਰਾ 203 ਵਿੱਚ ਕੀ ਕਿਹਾ ਟ੍ਰਾਂਸਮਿਸ਼ਨਸ of references from sub registrar to inspector general. When a registrar receives a commission from a sub registrar from a sub registrar which requires a reference to the inspector general, ਕੋਈ ਰੈਫਰੈਂਸ ਬਣਾ ਕੇ ਭੇਜਿਆ ਜਾਂਦਾ ਹੈ ਜਿੱਥੇ ਆਈਜੀਆਰ ਦੀ ਰਿਪੋਰਟ ਦੀ ਲੋੜ ਹੁੰਦੀ ਹੈ ਸਬ ਰਜਿਸਟਰਾਰ ਨੂੰ ਕੋਈ ਡਾਕੂਮੈਂਟ ਇਸ਼ੂ ਕਰਨਾ ਹੈ ਕੋਈ ਪ੍ਰੋਬਲਮ ਐਸੀ ਆ ਗਈ ਸਾਡੇ ਨਾ ਤਾਂ ਸਾਡੇ ਮਤਲਬ ਕਿ ਮੈਨੂਅਲ ਦੇ ਵਿੱਚ ਕੋਈ ਹੈਗੀ ਹੈ ਤੇ ਨਾ ਹੀ ਸਾਡੇ ਐਕਟ ਦੇ ਵਿੱਚ ਕਿਤੇ ਹੈਗੀ ਹੈ ਫਿਰ ਕੋਈ ਰੈਫਰੈਂਸ ਹੈਗਾ ਇੱਦਾਂ ਦਾ ਬਣਾ ਕੇ ਭੇਜਿਆ ਜਾਂਦਾ ਹੈ ਉਹ ਸਬ ਰਜਿਸਟਰਾਰ ਵੱਲੋਂ ਭੇਜਿਆ ਜਾਂਦਾ ਹੈ ਰਜਿਸਟਰਾਰ ਨੂੰ ਰਜਿਸਟਰਾਰ ਵੱਲੋਂ ਭੇਜਿਆ ਜਾਂਦਾ ਹੈ ਆਈਜੀਆਰ ਨੂੰ। ਬਹੁਤ ਇੰਪੋਰਟੈਂਟ ਪੈਰਾ ਕੁਛ ਨਹੀਂ ਹੈਗਾ ਇਹਦੇ ਵਿੱਚ ਜ਼ਿਆਦਾ। ਰਜਿਸਟਰਾਰਸ ਟੂ ਡਿਸਪੋਜ਼ so far as possible references from the sub registrars. Registrar should so far possible themselves dispose of the reference from the sub registrar and should not transmit that to the IG. ਮਤਲਬ ਇਹ ਕਿਹਾ ਗਿਆ ਵੀ ਜੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਰਜਿਸਟਰਾਰ ਹੀ ਉਹਦਾ ਨਿਬੇੜਾ ਕਰ ਦੇਵੇ। ਜੇ ਰਜਿਸਟਰਾਰ ਤੋਂ ਨਿਬੇੜਾ ਨਹੀਂ ਹੁੰਦਾ ਤਦ ਜਾ ਕੇ ਜਿਹੜਾ ਰੈਫਰੈਂਸ ਹੈਗਾ ਕੋਈ ਹੋਰ ਮਤਲਬ ਕਿ ਹਦਾਇਤਾਂ ਲੈਣੀਆਂ ਨੇ ਕੋਈ ਹੋਰ ਇੰਸਟਰਕਸ਼ਨਸ ਲੈਣੀਆਂ ਨੇ ਤਦ ਜਿਹੜਾ ਡਾਕੂਮੈਂਟ ਜਿਹੜੀ ਲੈਟਰ ਹੈਗੀ ਹੈ ਫਿਰ ਹੀ ਉਹ ਭੇਜੀ ਜਾਣੀ ਚਾਹੀਦੀ ਆਈਜੀਆਰ ਨੂੰ ਅਦਰਵਾਈਜ਼ ਤਾਂ ਉਹ ਆਪਣੇ ਪੱਧਰ ਤੇ ਹੀ ਉਹਦਾ ਨਿਬੇੜਾ ਕਰ ਦਿੱਤਾ ਜਾਣਾ ਚਾਹੀਦਾ ਹੈ। ਪੈਰਾ 205 speculative references to the discourages. Some morals are prone to raise hypothetical questions. ਕੋਈ ਐਸੇ ਵੈਸੇ ਕੁਐਸਚਨ ਜਿਹੜੇ ਹੈਗੇ ਨੇ ਉਹ ਕਹਿੰਦੇ ਰੇਜ਼ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਦੀ ਬੇਲੋੜੇ ਹੋਣ ਇਹ ਕਿਹਾ ਗਿਆ ਤੇ ਪੈਰੇ ਦੇ ਵਿੱਚ। ਸਾਡਾ 206 ਕੀ ਹੈ ਕੋਰਸਪੋਂਡੈਂਸ ਬਿਟਵੀਨ ਦਾ ਰਜਿਸਟਰਾਰਸ ਐਂਡ ਦਾ ਇੰਸਪੈਕਟਰ ਜਨਰਲ। The official correspondence between the registrar and inspector general shall be in English. English ਹੋਏਗੀ ਦੋਨੋਂ ਦੀ ਆਪਸ ਦੇ ਵਿੱਚ। Inspector general requisition to be promptly attended. No unnecessary delay. Unnecessary delay ਨਾ ਹੋਵੇ ਇਹ ਕਿਹਾ ਗਿਆ। ਚਲੋ ਅੱਗੇ ਚਲੋ ਜੀ ਅੱਗੇ ਆ ਇੰਸਪੈਕਸ਼ਨ ਦੀ ਗੱਲ ਕੀਤੀ ਗਈ ਹੈ। ਇੰਸਪੈਕਸ਼ਨ ਆਫ ਦਾ ਆਫਿਸਰਸ ਇਹ ਇੰਪੋਰਟੈਂਟ ਹੈ ਜੀ। ਜਿਹੜਾ ਪਹਿਲਾ ਪੈਰਾ ਆਪਾਂ ਦੇਖਿਆ ਉਹ ਜ਼ਿਆਦਾ ਇੰਪੋਰਟੈਂਟ ਹੈ ਉਹਦੇ ਮੈਂ ਕਦੇ ਕੁਐਸਚਨ ਨਹੀਂ ਆਇਆ ਦੇਖਿਆ ਹੈਗਾ। ਇਹ ਇੰਸਪੈਕਸ਼ਨ ਦੀ ਗੱਲ ਕੀਤੀ ਇਹਦੇ ਵਿੱਚ ਜਿਹੜਾ ਹੈਗਾ ਇਹ ਕੁਐਸਚਨ ਪੇਪਰ 'ਚ ਆ ਜਾਂਦਾ ਹੈ। 208 ਪੈਰਾ ਹੈਗਾ ਰਜਿਸਟਰਾਰਸ ਟੂ ਇੰਸਪੈਕਟ ਆਫਿਸਰਸ ਆਫ ਦਾ ਸਬ ਰਜਿਸਟਰ ਐਟ ਲੀਸਟ ਵਨਸ ਏ ਈਅਰ। ਰਜਿਸਟਰਾਰ ਵੱਲੋਂ ਹਰ ਇੱਕ ਸਬ ਰਜਿਸਟਰਾਰ ਜਿਹੜਾ ਦਫ਼ਤਰ ਹੈਗਾ ਉਹਦੀ ਜਿਹੜੀ ਹੈਗੀ ਹੈ ਇੰਸਪੈਕਸ਼ਨ ਕੀਤੀ ਜਾਣੀ ਹੈ। ਮਤਲਬ ਕਿ HRC ਜਾਂਦੇ ਹੈਗੇ ਆ ਤਹਿਸੀਲਾਂ ਦੇ ਵਿੱਚ ਉਹਦੀ ਇੰਸਪੈਕਸ਼ਨ ਕੀਤੀ ਜਾਂਦੀ ਹੈ। ਇਹ ਪੈਰੇ ਕੁਛ ਦਿੱਤੇ ਗਏ ਹੈਗੇ ਆ ਉਹਦੇ ਤਹਿਤ ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰੀ
ठीक है, इंस्पैक्शन की जाती है। तो पैरा नंबर 2 च की कहा गया, इंस्पैक्शन रिपोर्ट्स ਜਿਹੜੀਆਂ ਬਣਾਈਆਂ ਜਾਂਦੀਆਂ ਨੇ, what to contain, ਉੱਥੇ ਕੀ ਦਰਜ ਕੀਤਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਵੀ ਪਹਿਲਾਂ ਰਜਿਸਟਰ ਅਕਾਊਂਟ ਜੇ ਕਿਸ ਪੀਰੀਅਡ ਤੋਂ ਲੈ ਕੇ ਕਿਸ ਪੀਰੀਅਡ ਤੱਕ ਦੀ ਜਿਹੜੀ ਇੰਸਪੈਕਸ਼ਨ ਕੀਤੀ ਜਾ ਰਹੀ ਹੈ, ਸਾਲ ਦੀ ਹੈ ਜਾਂ 2 ਸਾਲ ਦੀ ਹੈਗੀ ਹੈ, ਕਿਹੜੇ ਕਿਹੜੇ ਰਜਿਸਟਰਿੰਗ ਆਫੀਸਰ ਉਸ ਸਮੇਂ 'ਚ ਰਹੇ ਹੈਗੇ ਆ, ਕਿਹੜੇ ਕਿਹੜੇ ਰਜਿਸਟਰੀ ਕਲਰਕ ਉਸ ਸਮੇਂ 'ਚ ਰਹੇ ਹੈਗੇ ਆ, ਇਹ ਜਿਹੜੇ ਮੇਨ ਪੁਆਇੰਟਸ ਹੁੰਦੇ ਜਿਹੜੇ ਦਰਜ ਕੀਤੇ ਜਾਂਦੇ ਆ। ਫਿਰ ਕੀ ਹੈਗਾ, ਏਜ ਕੀ ਕਿਹਾ ਗਿਆ, ਆਫਿਸ ਇੰਸਪੈਕਟਡ ਵਿਦ ਨੇਮਸ, ਰਜਿਸਟਰਿੰਗ ਆਫੀਸਰਸ, ਮੋਰਰਸ, ਡੇਟਸ ਆਫ ਦਾ ਪ੍ਰੈਜ਼ੈਂਟ ਐਂਡ ਲਾਸਟ ਇੰਸਪੈਕਸ਼ਨ, ਇਹ ਤੋਂ ਪਹਿਲਾਂ ਕਦੋਂ ਜਿਹੜੀ ਹੁਣ ਜਿਹੜੀ ਕਿਹੜੇ ਸਮੇਂ ਤੋਂ ਲੈ ਕੇ ਕਿੰਨੇ ਕਿੰਨੇ ਇੱਕ ਹਫ਼ਤੇ ਦੇ ਵਿੱਚ ਜਿਹੜੀ ਇੰਸਪੈਕਸ਼ਨ ਕੀਤੀ ਜਾ ਰਹੀ ਹੈ, ਕਿਹੜੇ ਸਮੇਂ 'ਚ ਕੀਤੀ ਜਾ ਰਹੀ ਹੈ, ਇਹ ਤੋਂ ਪਹਿਲਾਂ ਕਦੋਂ ਇੰਸਪੈਕਸ਼ਨ ਹੋਈ ਹੈ, ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੈਗਾ। ਇਹਦੇ ਬਾਰੇ ਤਾਂ ਆਪਾਂ ਰੋਜ਼ ਇੰਸਪੈਕਸ਼ਨ ਕਰਵਾਉਂਦੇ ਵੀ ਹਾਂ, ਕਰਦੇ ਵੀ ਹਾਂ, ਠੀਕ ਹੈ। ਇਹ ਜੇ ਕਿਤੇ ਇੰਸਪੈਕਸ਼ਨ ਦਾ ਪਹਿਲਾਂ ਤੁਹਾਨੂੰ ਆ ਗਿਆ ਤਾਂ ਤੁਸੀਂ ਇਹ ਜਾ ਕੇ ਲਿਖ ਦਿਓ, ਹੋਰ ਕੁਛ ਲੰਬੀ ਚੌੜੀ ਗੱਲ ਨਹੀਂ ਹੈਗੀ। ਦ ਰਿਪੋਰਟ ਮੇ ਵੀ ਰਿਟਨ ਆਈਦਰ ਇਨ ਇੰਗਲਿਸ਼ ਔਰ ਇਨ ਵਰਨੀਕੋਲਰ ਲੈਂਗੁਏਜ, ਚਾਹੇ ਇੰਗਲਿਸ਼ ਲਿਖੋ ਚਾਹੇ ਆਪਣੀ ਜਿਹੜੀ ਪੰਜਾਬੀ ਲੈਂਗੁਏਜ ਜਿਹੜੀ ਇੰਸਪੈਕਸ਼ਨ ਕਰਦੇ ਆ ਉਹ ਲਿਖੀ ਜਾ ਸਕਦੀ ਹੈ। ਪੁਆਇੰਟਸ ਟੂ ਬੀ ਨੋਟਡ, ਕਿਹੜੇ ਕਿਹੜੇ ਪੁਆਇੰਟ ਨੇ, ਕਿਹੜੀਆਂ ਕਿਹੜੀਆਂ ਗਲਤੀਆਂ ਨੇ ਉਹ ਨਾਲ ਦੀ ਨਾਲ ਸਮਝਾਈਆਂ ਜਾਂਦੀਆਂ ਨੇ, ਠੀਕ ਹੈ। ਅੱਗੇ ਨੂੰ ਠੀਕ ਕਰਨ ਲਈ ਕਿਹਾ ਜਾਂਦਾ ਹੈ। ਇਸ਼ੂ ਆਫ ਨੈਸੈਸਰੀ ਆਰਡਰਸ, ਜੇ ਕੋਈ ਸਪੈਸ਼ਲ ਆਰਡਰ ਲੱਗਦਾ ਹੈ, ਕੋਈ ਖਾਸ ਖਾਮੀ ਹੈਗੀ ਆ ਰਿਕਾਰਡ ਦੇ ਵਿੱਚ ਜਾਂ ਕੰਮ ਪ੍ਰੋਪਰ ਅੰਡਰ ਲਾਅ ਨਹੀਂ ਕੀਤਾ ਜਾਂਦਾ, ਠੀਕ ਹੈ, ਤਾਂ ਇਸ਼ੂ ਆਫ ਨੈਸੈਸਰੀ ਆਰਡਰਸ ਟੂ ਰਜਿਸਟਰਿੰਗ ਆਫੀਸਰਸ ਕੰਸਰਨਡ ਐਟ ਦ ਐਂਡ ਆਫ ਦ ਇੰਸਪੈਕਸ਼ਨ, ਜਦੋਂ ਇੰਸਪੈਕਸ਼ਨ ਖਤਮ ਹੋ ਗਈ ਸਾਰੀ ਦੀ ਸਾਰੀ, ਠੀਕ ਹੈ, ਤੇ ਐਂਡ ਦੇ ਵਿੱਚ ਜਿਹੜੇ ਰਿਮਾਰਕਸ ਦਿੱਤੇ ਜਾਂਦੇ ਆ, ਜਨਰਲ ਰਿਮਾਰਕਸ ਦਿੱਤੇ ਜਾਂਦੇ ਆ, ਉੱਥੇ ਜਿਹੜੀ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਰਜਿਸਟਰਿੰਗ ਆਫੀਸਰ ਨੂੰ ਵੀ ਤੁਸੀਂ ਇੱਦਾਂ ਅੱਗੇ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈਗਾ। ਪਹਿਲਾਂ 212 'ਚ ਕੀ ਗਿਆ, ਸਟੈਂਪ ਡਿਊਟੀ ਔਨ ਐਪਲੀਕੇਸ਼ਨ, ਐਪਲੀਕੇਸ਼ਨ ਮੈਂਸ਼ਨ ਇਨ ਦਾ ਫੋਲੋਇੰਗ ਦਿਸ ਸ਼ੁੱਡ ਬੀ ਬੀਅਰ ਦਾ ਸਟੈਂਪ, ਉਹ ਅਰਜ਼ੀਆਂ ਦਿੱਤੀਆਂ ਗਈਆਂ ਨੇ, ਇਹ ਤਾਂ ਸਾਰਾ ਬਦਲ ਗਿਆ ਜੀ ਸਾਰਾ ਸਿਸਟਮ, ਕਿਹੜੀ ਕਿਹੜੀ ਅਰਜ਼ੀ ਦੇ ਕਿੰਨੇ ਸਟੈਂਪ ਡਿਊਟੀ ਲੱਗਣੇ ਆ, 40 ਪੈਸੇ 50 ਪੈਸੇ ਦੀ ਗੱਲ ਕੀਤੀ ਗਈ ਹੈ, ਸਾਰਾ ਸਿਸਟਮ ਬਦਲ ਗਿਆ। ਪਰ ਚਲੋ ਪਹਿਲਾਂ 212 ਹੈਗਾ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਕਿਹੜੀਆਂ ਕਿਹੜੀਆਂ ਅਰਜ਼ੀਆਂ ਤੁਸੀਂ ਦੇ ਸਕਦੇ ਹੋ। ਐਪਲੀਕੇਸ਼ਨ ਮੈਂਸ਼ਨ ਇਨ ਦਾ ਫੋਲੋਇੰਗ ਲਿਸਟ ਸ਼ੁੱਡ ਬੀਅਰ ਅ ਸਟੈਂਪ ਔਨ ਦਾ ਵੈਲਿਊ ਇਫ ਐਨੀ, ਨੇਮ ਆਫ ਦਾ ਐਪਲੀਕੇਸ਼ਨ ਦੱਸਿਆ ਗਿਆ ਔਰ ਅਪੀਲ ਸਬ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ, ਐਪਲੀਕੇਸ਼ਨ ਫਾਰ ਦਾ ਇੰਸਪੈਕਸ਼ਨ, ਐਪਲੀਕੇਸ਼ਨ ਫਾਰ ਦਾ ਕਾਪੀ ਲੈਣ ਦੇ ਲਈ, ਅਟੈਂਡੈਂਸ, ਪ੍ਰਾਈਵੇਟ ਰੈਜ਼ੀਡੈਂਸ, ਇਹ ਅਰਜ਼ੀਆਂ ਨੇ ਸਾਰੀਆਂ ਕੀ, ਚਲੋ ਜੀ ਠੀਕ ਹੈ ਜੀ। ਅੱਜ ਦਾ ਲੈਕਚਰ ਅਸੀਂ ਇੱਥੇ ਖਤਮ ਕਰਾਂਗੇ। ਇਹ ਜਿਹੜਾ ਤੁਹਾਡਾ ਮੈਨੂਅਲ ਹੈਗਾ ਇਹ ਇੱਥੇ ਖਤਮ ਹੋ ਗਿਆ ਸਾਰਾ ਦਾ ਸਾਰਾ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਅਗਲੇ ਚੈਪਟਰ ਦੇ ਅਗਲੇ ਲੈਕਚਰ ਦੇ ਵਿੱਚ ਤੁਹਾਡਾ ਇਸ ਦੇ ਸਬਜੈਕਟ ਦੇ ਵਿੱਚ ਹੈਗਾ ਲੈਂਡ ਫਾਰਮਸ ਐਕਟ ਹੈਗਾ, ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ ਤੇ ਕੈਪਸੂਲ ਟੈਨੈਂਸੀ ਐਂਡ ਖੇਤੀਬਾੜੀ ਐਕਟ ਹੈਗਾ, ਜਾਂ ਸਟੈਂਪ ਮੈਨੂਅਲ ਹੈ। ਇਸ ਦਾ ਕੋਈ ਕੁਐਸਚਨ ਹੈ ਜੀ, ਕਰ ਸਕਦਾ ਹੈ। ਤੇ ਅਗਲਾ ਜਿਹੜਾ ਲੈਕਚਰ ਹੋਏਗਾ ਸਾਡਾ, ਦੱਸੋ ਕਿਹੜਾ ਸਟਾਰਟ ਕਰੀਏ, ਸਟੈਂਪ ਮੈਨੂਅਲ ਸਟਾਰਟ ਕਰੀਏ ਜਾਂ ਲੈਂਡ ਫਾਰਮਸ ਐਕਟ ਸਟਾਰਟ ਕਰੀਏ, ਦੱਸੋ ਜੀ। ਆਪਣਾ ਅਗਲਾ ਲੈਕਚਰ ਜਿਹੜਾ ਹੋਏਗਾ ਇਸ ਸਟੈਂਪ ਰਜਿਸਟ੍ਰੇਸ਼ਨ ਮੈਨੂਅਲ ਅਸੀਂ ਖਤਮ ਕਰ ਦਿੱਤੀ ਹੈ। ਜਿਹੜਾ ਨੈਕਸਟ ਜਿਹੜਾ ਸਾਡਾ ਲੈਕਚਰ ਹੋਏਗਾ ਪੇਪਰ ਨੰਬਰ 4 ਦਾ, ਉਹ ਕਿਹੜੀ ਬੁੱਕ ਸਟਾਰਟ ਕਰੀਏ। ਮੇਰੀ ਆਵਾਜ਼ ਆ ਰਹੀ ਹੈ ਜੀ? ਸਟੈਂਪ ਮੈਨੂਅਲ ਹੈ ਜੀ, ਸਟੈਂਪ ਮੈਨੂਅਲ ਸਟਾਰਟ ਕਰ ਦਿੰਦੇ ਹਾਂ, ਠੀਕ ਹੈ। ਸਟੈਂਪ ਮੈਨੂਅਲ ਸਟਾਰਟ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਅੱਜ ਦਾ ਕੋਈ ਕੁਐਸਚਨ ਕਿਸ ਦਾ ਹੋਵੇ? ਠੀਕ ਹੈ ਜੀ, no question, then it is okay, class is over, thank you very much.